ਪਹਿਲਾਂ ਹੀ ਠੀਕ ਹੈ। ਪ੍ਰੋਬਲਮ ਆ ਜਾਂਦੀ ਹੈ, ਤੇ ਫਿਰ ਕੀ ਆਪਸ਼ਨਸ ਹੁੰਦੀਆਂ। ਸੋ ਸੋ ਓਕੇ, ਸੋ ਤੇ ਵੀ ਇਹਦੇ ਵਿੱਚ ਜਿਹੜੇ ਆਪਾਂ ਟੀ ਵੀਜ਼ਾ ਡਿਸਕਸ ਕਰਾਂਗੇ, ਯੂ ਵੀਜ਼ਾ, ਵਾਵਾ, ਹੋਰ ਜਿਹੜੀਆਂ ਵੀ ਆਪਸ਼ਨਸ ਹੈਗੀਆਂ, ਜੇ ਕੱਚੇ ਗ੍ਰੀਨ ਕਾਰਡ ਤੋਂ ਪਹਿਲਾਂ ਹੀ ਪ੍ਰੋਬਲਮ ਆ ਜਾਵੇ ਫਿਰ ਕੀ ਆਪਸ਼ਨਸ ਹੁੰਦੀਆਂ। ਜੀ, ਸੋ ਸ਼ੁਰੂਆਤ ਕਰੀਏ ਆਪਾਂ ਜੇ ਵਰਕ ਪਲੇਸ ਦੇ ਉੱਤੇ ਜਿੱਥੇ ਕੰਮ ਕਰ ਰਹੇ ਹਾਂ ਉੱਥੇ ਐਕਸਪਲੋਇਟੇਸ਼ਨ ਦੀ, ਵੀ ਤੁਹਾਡੀ ਜਿਹੜੀ ਦੁਰਵਰਤੋਂ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਕੀਤੀ ਜਾ ਰਹੀ ਹੈ, ਸੋ ਉਸ ਦਾ ਕੀ ਜਿਹੜਾ ਫਰਕ ਰਹਿੰਦਾ ਹੈ ਜਿਹੜੇ ਇਮੀਗ੍ਰੇਸ਼ਨ ਦੇ ਸਟੇਟਸ ਦੇ ਉੱਤੇ। ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹਨਾਂ ਨੇ ਕਾਫੀ ਸਟੱਡੀਜ਼ ਕੀਤੀਆਂ ਹੋਈਆਂ। ਇਹ ਸਟੱਡੀਜ਼ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜੇ ਡੋਮੈਸਟਿਕ ਕੇਅਰ ਵਰਕਰ ਹੁੰਦੇ ਨੇ, ਹੋਟਲ ਵਰਕਰ ਹੁੰਦੇ ਨੇ, ਫੂਡ ਸਰਵਿਸ ਦੇ ਵਰਕਰ, ਜਿਹੜੇ ਫੂਡ ਇੰਡਸਟਰੀ 'ਚ ਰੈਸਟੋਰੈਂਟ ਵਗੈਰਾ ਦੇ ਵਿੱਚ, ਐਗਰੀਕਲਚਰ ਵਰਕਰ ਆ, ਜਾਂ ਜਿਹੜੇ ਵੀ ਜੈਨੀਟੋਰੀਅਲ ਸਰਵਿਸਿਜ਼ ਹੈਗੀਆਂ, ਜਿਹੜੇ ਇੱਦਾਂ ਦੇ ਕੰਮ ਹੁੰਦੇ ਨੇ, ਉਹਦੇ ਵਿੱਚ ਕਾਫੀ ਇਹਨਾਂ ਨੇ ਸਟੱਡੀ ਕੀਤੀਆਂ ਕਿ ਕਾਫੀ ਹਾਈ ਰੇਟ ਹੈਗੇ ਨੇ ਸੈਕਸ਼ੁਅਲ ਅਸੌਲਟਸ ਦੇ ਅਤੇ ਹੋਰ ਹਰਾਸਮੈਂਟ ਵਗੈਰਾ ਦੇ। ਮੋਸਟਲੀ ਦਾ ਰੀਜ਼ਨ ਇਹ ਹੈ ਕਿ ਕਾਫੀ ਸਾਰੇ ਇਮੀਗ੍ਰੈਂਟਸ ਇਹਦੇ ਵਿੱਚ ਕੰਮ ਕਰਦੇ ਨੇ ਇੰਡਸਟਰੀਜ਼ ਦੇ ਵਿੱਚ, ਅਤੇ ਜਨਰਲੀ ਟਿਪਸ ਲਈ ਕੰਮ ਕਰਦੇ ਨੇ, ਅਤੇ ਕਾਫੀ ਆਈਸੋਲੇਟਡ ਇਨਵਾਇਰਮੈਂਟ ਹੁੰਦੇ ਨੇ, ਜਿਹਦੇ ਕਰਕੇ ਕਿ ਇਹਨਾਂ ਦੀ ਸਟੱਡੀ ਦੇ ਅਕੋਰਡਿੰਗ ਕਾਫੀ ਇਮੀਗ੍ਰੈਂਟਸ ਨੂੰ ਇਹ ਖਿੱਤਿਆਂ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਹੈ। ਅਤੇ ਫਿਰ ਇਹਨਾਂ ਨੇ 2015 ਦੇ ਵਿੱਚ ਇੱਕ ਸਟੱਡੀ ਕੀਤੀ ਸੀ, ਜਿੱਥੇ ਇਹਨਾਂ ਨੇ ਦੇਖਿਆ ਕਿ ਜਿਹੜੇ ਵਰਕਿੰਗ ਇਮੀਗ੍ਰੈਂਟ ਹੈਗੇ ਆ, ਸਪੈਸ਼ਲੀ ਜਿਹੜੀ ਕਿ ਵੂਮਨ ਹੈਗੇ ਆ, ਉਹਨਾਂ ਨੂੰ ਅੱਧਿਆਂ ਤੋਂ ਜ਼ਿਆਦਾ ਜਿਹੜੇ ਮਾਈਗਰੈਂਟ ਵਰਕਰ ਆਉਂਦੇ ਨੇ ਉਹ ਇਹੀ ਕੰਮਾਂ ਦੇ ਵਿੱਚ ਇਨਵੋਲਵ ਹੁੰਦੇ ਨੇ ਕੰਪੇਅਰ ਟੂ ਇੰਜੀਨੀਅਰਿੰਗ, ਜਾਂ ਉਹ ਜਿਹੜੇ ਹਾਫ ਤੋਂ ਜ਼ਿਆਦਾ ਜਿਹੜੇ ਇਮੀਗਰੈਂਟ ਸਾਰੇ ਨੇ ਉਹ ਇਹ ਵਾਲੇ ਸਾਰੇ ਕੰਮਾਂ ਦੇ ਵਿੱਚ ਜਾ ਰਹੇ ਨੇ। ਅਤੇ ਕਾਫੀ ਵਾਰੀ ਇਹਨਾਂ ਨੂੰ ਪ੍ਰੋਬਲਮਸ ਆਉਂਦੀਆਂ, ਅਤੇ ਵਰਕ ਵੀਜ਼ਾ ਇਹ ਰਿਪੋਰਟ ਨਹੀਂ ਕਰ ਪਾਉਂਦੇ। ਇਹਨਾਂ ਨੂੰ ਡਰ ਲੱਗਦਾ ਹੈ ਕਿ ਜਾਂ ਇਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਜਾਊਗਾ, ਜਾਂ ਇਹਨਾਂ ਨੂੰ ਇਮੀਗ੍ਰੇਸ਼ਨ ਨੂੰ ਰਿਪੋਰਟ ਕਰ ਦਿੱਤਾ ਜਾਊਗਾ। ਦੋਨੋਂ ਕਾਰਨ ਕਰਕੇ ਇਹਨਾਂ ਨੂੰ ਵਾਪਸ ਆਪਣੀ ਕੰਟਰੀ ਜਾਣਾ ਪੈ ਸਕਦਾ ਹੈ। ਸੋ ਜਿਹੜੇ ਲੋਕ ਇੱਥੇ ਇਹ ਕੰਮ ਦੇ ਵਿੱਚ ਆ ਰਹੇ ਹੁੰਦੇ ਆ, ਇਹ ਆਏ ਜਿਹੜੇ ਵਰਕ ਪਰਮਿਟ ਦੇ ਉੱਤੇ ਹੀ ਹੁੰਦੇ ਆ, ਇਸ ਹਿਸਾਬ ਦੇ ਨਾਲ ਹੁੰਦਾ ਹੈ, ਜਿਨ੍ਹਾਂ ਦੀ ਬਾਅਦ ਦੇ ਵਿੱਚ ਇਸ ਹਿਸਾਬ ਦੇ ਨਾਲ ਕੰਮ ਦੇ ਉੱਤੇ ਜਿਹੜੀ ਦੁਰਵਰਤੋਂ ਹੋ ਰਹੀ ਹੁੰਦੀ ਆ, ਵੀ ਉਹਨਾਂ ਨੂੰ ਸਹੀ ਜਿਹੜੀ ਆ ਜਾਂ ਡਾਲਰ ਨਹੀਂ ਦਿੱਤੇ ਜਾ ਰਹੇ ਜਾਂ ਲੋੜੋਂ ਵੱਧ ਕੰਮ ਕਰਾਇਆ ਜਾ ਰਿਹਾ ਹੁੰਦਾ। ਜੀ, ਕਈ ਲੋਕ ਵਰਕ ਪਰਮਿਟ 'ਤੇ ਆਉਂਦੇ ਨੇ, ਕਈ ਕਿਸੇ ਹੋਰ ਵੀਜ਼ੇ 'ਤੇ ਹੁੰਦੇ ਨੇ, ਆਪਣੇ ਆਪ ਉਹਨਾਂ ਨੂੰ ਜਿੱਦਾਂ ਆਪਾਂ ਕਹਿੰਦੇ ਨੇ ਕਿ ਅੰਡਰ ਦਾ ਟੇਬਲ ਕੰਮ ਕਰਦੇ ਨੇ, ਕਈ ਬਾਰਡਰ ਕ੍ਰਾਸ ਕਰਕੇ ਆਏ ਹੁੰਦੇ ਨੇ। ਠੀਕ ਹੈ, ਕਹਿਣ ਦਾ ਮਤਲਬ ਹੈ ਕਿ ਜਿਹਨਾਂ ਕੋਲ ਜ਼ਿਆਦਾਤਰ ਇਹਨਾਂ ਕੋਲ ਵਰਕ ਆਥਰਾਈਜੇਸ਼ਨ ਨਹੀਂ ਹੁੰਦੀ। ਠੀਕ ਹੈ। ਹਾਂਜੀ, ਸੋ ਅਤੇ ਫਿਰ ਇਹਦੇ ਵਿੱਚ ਜੀ ਇਹਨਾਂ ਨੇ ਹੋਰ ਇੰਨੇ ਸਟੱਡੀਜ਼ 'ਤੇ ਕੀਤਾ ਸੀ ਕਿ ਜਿਹੜੀ ਵੂਮੈਨ ਇੱਥੇ ਆਉਂਦੀਆਂ ਨੇ, ਸਪੈਸ਼ਲੀ ਬੱਚੇ ਜਿਹੜੇ ਆਉਂਦੇ ਨੇ, ਕਾਫੀ ਜ਼ਿਆਦਾ ਉੱਤੋਂ ਹਿਊਮਨ ਟਰੈਫਿਕਿੰਗ ਦੇ ਵਿੱਚ ਕਾਫੀ ਜ਼ਿਆਦਾ ਫੋਰਸ ਹੁੰਦੇ ਨੇ। ਇਹਨਾਂ ਨੂੰ ਕਾਫੀ ਸਾਰੇ ਚੈਲੰਜਸ ਆਉਂਦੇ ਨੇ। ਕਈ ਲੋਕਾਂ ਨੂੰ ਹੁਣ ਡੋਮੈਸਟਿਕ ਵਾਇਲੈਂਸ ਦਾ ਚੈਲੰਜ ਹੈ ਕਿ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਫਾਈਲ ਨਹੀਂ ਕਰ ਪਾ ਰਿਹਾ ਉਹਨਾਂ ਦੇ ਲਈ, ਜਾਣ ਕੇ ਡਿਲੇ ਕਰ ਦਿੰਦੇ ਨੇ। ਕਈ ਹੁਣ ਇਹਨਾਂ ਦੇ ਵਿੱਚ ਇੱਦਾਂ ਦੀ ਸਿਚੁਏਸ਼ਨ 'ਚ ਹੁੰਦੇ ਨੇ ਕਿ ਜਿਹੜੇ ਆਲਰੇਡੀ ਇੱਕ ਆਪ ਇਮੀਗ੍ਰੈਂਟ ਦੇ ਨਾਲ ਉਹਨਾਂ ਨੇ ਵਿਆਹ ਕਰਾਇਆ ਹੁੰਦਾ, ਅਤੇ ਉਹ ਹੁਣ ਜੇ ਕੰਪਲੇਂਟ ਕਰਨ ਅਤੇ ਉਹਨਾਂ ਦੇ ਜਿਹੜਾ ਪ੍ਰਿੰਸੀਪਲ ਇਮੀਗ੍ਰੈਂਟ ਹੈਗਾ, ਜਿੱਦਾਂ ਹੁਣ ਫੋਰ ਐਗਜ਼ਾਮਪਲ ਕਿਸੇ ਨੇ H1B ਵਾਲੇ ਨਾਲ ਵਿਆਹ ਕਰਾਇਆ, ਅਤੇ ਉਹ ਕਹਿੰਦਾ ਕਿ ਹੁਣ ਮੈਂ ਜੇ ਕੰਪਲੇਂਟ ਕਰੂੰਗਾ ਇਹਦਾ H1B ਵੀਜ਼ਾ ਕੈਂਸਲ ਹੋਊਗਾ, ਇਹਦੇ ਨਾਲ ਮੇਰਾ ਜਿਹੜਾ ਡਿਪੈਂਡੈਂਟ H4 ਵੀਜ਼ਾ ਉਹ ਵੀ ਕੈਂਸਲ ਹੋਊਗਾ। ਸੋ ਕਈ ਲੋਕ ਤਾਂ ਕਰਕੇ ਡਰ ਕੇ ਕਿ ਮੇਰੇ ਸਪਾਊਸ ਦੇ ਖਿਲਾਫ ਮੈਂ ਕੰਪਲੇਂਟ ਨਹੀਂ ਕਰ ਸਕਦਾ, ਕਿ ਇਮੀਗ੍ਰੈਂਟ ਸਪਾਊਸ ਆਪ ਹੀ ਅਬਿਊਜ਼ ਕਰ ਰਿਹਾ ਹੁੰਦਾ। ਫਿਰ ਇਸ ਤੋਂ ਇਲਾਵਾ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਾਫੀ ਵਾਰੀ ਉਹ ਫਾਈਨੈਂਸ਼ੀਅਲੀ ਡਿਪੈਂਡੈਂਟ ਹੁੰਦੇ ਆ। ਉਹਨਾਂ ਨੂੰ ਮੇਨ ਡਰ ਇਹੀ ਹੈ ਕਿ ਮੇਰਾ ਹੁਣ ਵੀਜ਼ਾ ਨਾ ਰਿਵੋਕ ਹੋ ਜਾਵੇ, ਮੈਨੂੰ ਵਾਪਸ ਨਾ ਭੇਜ ਦਿੱਤਾ ਜਾਵੇ, ਅਤੇ ਤਾਂ ਕਰਕੇ ਉਹ ਰਿਪੋਰਟ ਨਹੀਂ ਕਰਦੇ। ਜੀ, ਸੋ ਕੀ ਆਪਸ਼ਨਸ ਹੁੰਦੀਆਂ ਅਜਿਹੇ ਮੌਕੇ ਦੇ ਉੱਤੇ ਟੇਬਲ ਦੇ ਉੱਤੇ, ਵੀ ਜਿਨ੍ਹਾਂ ਦੇ ਨਾਲ ਇੱਦਾਂ ਬਦਸਲੂਕੀ ਹੋ ਰਹੀ ਆ ਜਾਂ ਧੱਕਾ ਹੋ ਰਿਹਾ, ਵੀ ਉਹ ਕੀ ਕਰ ਸਕਦੇ ਨੇ ਫਿਰ? ਯੂ ਵੀਜ਼ਾ, ਟੀ ਵੀਜ਼ਾ, ਵਾਵਾ, ਠੀਕ ਇਹ ਹੈ। 3 ਮੁੱਖ ਸਾਡੀਆਂ ਆਪਸ਼ਨਸ ਹੈਗੀਆਂ, ਜਿਹਦੇ ਕਿ ਤਿੰਨਾਂ ਦੀਆਂ ਆਪਣੇ ਆਪਣੇ ਫੀਚਰਸ ਨੇ ਕਿ ਕੀ ਤੁਸੀਂ ਐਲੀਜੀਬਿਲਿਟੀ ਰਿਕੁਆਇਰਮੈਂਟ ਹੈ, ਪਰ 3 ਆਪਸ਼ਨਾਂ ਦੇ ਅੰਡਰ ਤੁਸੀਂ ਇੱਥੇ ਰਿਲੀਫ ਲੈ ਸਕਦੇ ਹੋ। ਜੇ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਹੁੰਦੇ ਹੋ, ਤੁਹਾਨੂੰ ਰਿਮੂਵਲ ਪ੍ਰੋਸੀਡਿੰਗ ਤੁਹਾਡੀਆਂ ਰੋਕੀਆਂ ਜਾ ਸਕਦੀਆਂ, ਅਤੇ ਜੇ ਤੁਸੀਂ ਕੱਚੇ ਹੋ ਤੁਹਾਨੂੰ ਇੱਥੇ ਇੱਕ ਵੀਜ਼ਾ ਵਰਕ ਪਰਮਿਟ ਮਿਲ ਸਕਦਾ ਹੈ, ਅਤੇ ਪੱਕੇ ਹੋਣ ਦਾ ਜ਼ਰੀਆ ਵੀ ਮਿਲ ਸਕਦਾ ਹੈ। ਸੋ ਇਹ ਜਿਹੜਾ ਤੁਸੀਂ TU ਅਤੇ ਵਾਵਾ ਦੱਸਿਆ ਹੈ, ਸੋ ਸਾਡੇ ਸਰੋਤਿਆਂ ਦੇ ਨਾਲ ਜੇ ਜਾਣਕਾਰੀ ਸਾਂਝੀ ਕਰੋ, ਟੀ ਵੀਜ਼ਾ ਕੀ ਚੀਜ਼ ਹੁੰਦੀ ਹੈ? ਟੀ ਵੀਜ਼ਾ ਜੀ ਇਹ ਹੈ ਕਿ ਇਹਨਾਂ ਨੇ ਨਾ ਪਹਿਲਾਂ 2002 ਦੇ ਵਿੱਚ ਇੱਕ ਸਟੱਡੀ ਕੀਤੀ ਸੀਗੀ। ਉੱਤੇ ਇਹਨਾਂ ਨੇ ਪਾਇਆ ਕਿ ਉਸ ਟਾਈਮ 'ਤੇ 50,000 ਤੋਂ ਵੱਧ ਲੋਕ ਇੱਥੇ ਟਰੈਫਿਕ ਕੀਤੇ ਜਾਂਦੇ ਨੇ, KOTs ਦੇ ਨਾਲ ਜਾਂ ਏਜੰਟਸ ਦੇ ਥਰੂ ਜਾਂ ਹੋਰ ਮੀਨਸ ਨਾਲ। ਕਈ ਆਪਣੀ ਮਰਜ਼ੀ ਨਾਲ ਆਉਂਦੇ ਨੇ, ਕਈ ਆਪਣੀ ਮਰਜ਼ੀ ਨਾਲ ਨਹੀਂ ਆਉਂਦੇ ਨੇ। ਅਤੇ ਇਹ ਜਿਹੜੇ ਟਰੈਫਿਕ ਸੀਗੇ ਲੋਕੀ ਹੋਏ, ਇਹਨਾਂ ਨਾਲ 2 ਤਰ੍ਹਾਂ ਦੇ ਮੁੱਖ ਕ੍ਰਾਈਮ ਹੁੰਦੇ ਸੀ। ਜਾਂ ਤਾਂ ਇਹਨਾਂ ਨਾਲ ਸੈਕਸ਼ੂਅਲ ਕ੍ਰਾਈਮਸ ਕਾਫੀ ਜ਼ਿਆਦਾ ਹੁੰਦੇ ਸੀ, ਜਾਂ ਇਹਨਾਂ ਨਾਲ ਜਿਹੜੇ ਧੱਕੇ ਨਾਲ ਇਹਨਾਂ ਨੂੰ ਸਲੇਵਰੀ ਵਾਂਗੂ ਇਹਨਾਂ ਤੋਂ ਕੰਮ ਕਰਾਇਆ ਜਾਂਦਾ ਸੀ, ਜਾਂ ਵੇਜਸ ਨਹੀਂ ਸਹੀ ਦਿੱਤੀਆਂ ਜਾਂਦੀਆਂ ਸੀ, ਬੰਧੂਆ ਮਜ਼ਦੂਰ ਜਿਹਨੂੰ ਕਹਿ ਦਿੰਦੇ ਆ ਉੱਥੇ। ਜੀ, ਅਤੇ ਹੁਣ ਇਹ ਜਿਹੜੇ ਲੋਕੀ ਆਏ ਸੀਗੇ ਇਹਨਾਂ ਕੋਲ ਆਪਸ਼ਨ ਨਹੀਂ, ਕਿਉਂਕਿ ਵਾਪਸ ਇਹ ਆਪਣੀ ਕੰਟਰੀ ਫੋਰ ਐਨੀ ਰੀਜ਼ਨ ਇਹ ਜਾਣਾ ਨਹੀਂ ਚਾਹੁੰਦੇ ਸੀਗੇ। ਠੀਕ ਹੈ। ਅਸਾਲਮ ਵਗੈਰਾ ਦਾ ਇਹਨਾਂ ਨੂੰ ਪਤਾ ਨਹੀਂ ਲੱਗਾ, ਜਾਂ ਇਹਨਾਂ ਨੇ ਡੈਡਲਾਈਨ ਮਿਸ ਕਰਤੀ, ਅਤੇ ਕਈ ਵਾਰੀ ਪੈਸੇ ਨਹੀਂ ਹੁੰਦੇ, ਗਾਈਡੈਂਸ ਨਹੀਂ ਹੁੰਦੀ। ਅਤੇ ਇਹ ਜਿਹੜੇ ਇਹਨਾਂ ਨੇ ਫਿਰ ਸਟੱਡੀ ਕੀਤੀ ਕਿ ਕਾਫੀ ਸਾਰੇ ਲੋਕ ਇੱਦਾਂ ਦੇ ਨੇ ਜਿਹੜੇ ਇੱਦਾਂ ਫਸੇ ਹੋਏ ਨੇ ਮਜਬੂਰੀ ਦੇ ਵਿੱਚ, ਕਿ ਜਿਹੜੇ ਵਾਪਸ ਜਾ ਨਹੀਂ ਸਕਦੇ, ਕੋਈ ਪੋਲੀਟੀਕਲ ਰੀਜ਼ਨ ਕਰਕੇ, ਕੋਈ ਉੱਥੇ ਕ੍ਰਾਈਮ ਦੇ ਰੀਜ਼ਨ ਕਰਕੇ, ਜਿਹਨਾਂ ਨੇ ਰਹਿਣਾ ਇੱਥੇ ਹੀ ਹੈ, ਅਤੇ ਉਹਨਾਂ ਦੀ ਸਿਚੁਏਸ਼ਨ ਦੀ ਬੜੀ ਜ਼ਿਆਦਾ ਐਡਵਾਂਟੇਜ ਲਿੱਤੀ ਜਾ ਰਹੀ ਹੈ। ਅਤੇ ਫਿਰ ਇਹਨਾਂ ਨੇ ਟੀ ਵੀਜ਼ਾ ਇਸਟੈਬਲਿਸ਼ ਕੀਤਾ ਸੀਗਾ। ਟੀ ਵੀਜ਼ੇ ਦੇ ਵਿੱਚ ਇਹਨਾਂ ਨੇ 2 ਮੁੱਖ ਰੀਜ਼ਨ ਦਿੱਤੇ, ਕਿ ਇੱਕ ਤਾਂ ਜਿਹੜੇ ਸੈਕਸ ਟਰੈਫਿਕਿੰਗ ਵਾਲੇ ਜਿਹੜੇ ਕਿ ਐਡਲਟ ਨੇ, ਜਿਹਨਾਂ ਨੂੰ ਫੋਰਸੀਬਲੀ ਕੰਮ ਕਰਾਇਆ ਜਾ ਰਿਹਾ ਧੱਕੇ ਨਾਲ, ਉਹ ਇਹਦੇ ਵਿੱਚ ਕਵਰਡ ਹੁੰਦੇ ਨੇ। ਇੱਕ ਜਿਹੜੇ ਇਹਦੇ ਵਿੱਚ ਮਾਈਨਰ ਹੈ, ਮਾਈਨਰ ਨੂੰ ਭਾਵੇਂ ਧੱਕੇ ਨਾਲ ਕਰਾਇਆ, ਭਾਵੇਂ ਜਿੱਦਾਂ ਮਰਜ਼ੀ ਕਰਾਇਆ, ਮਾਈਨਰ ਸਿੰਪਲੀ ਡਿਫੋਲਟ ਜੇ ਤੁਸੀਂ ਟਰੈਫਿਕ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਧੱਕੇ ਨਾਲ ਕੋਈ ਵੀ ਕੰਮ ਕਰਾ ਰਹੇ ਹੋ, ਮਜਬੂਰੀ
ਦਾ ਫਾਇਦਾ ਉਠਾ ਰਹੇ ਹੋ ਤੇ ਉਹ ਟੀ ਵੀਜ਼ੇ ਲਈ ਐਲੀਜੀਬਲ ਹੋ ਜਾਂਦੇ ਨੇ। ਠੀਕ ਤੇ ਹੈ। ਇਸ ਤੋਂ ਇਲਾਵਾ ਫਿਰ ਆਹੀ ਜਿਹੜੇ ਆਪਣੇ ਲੇਬਰ ਫੋਰਸਿਸ ਹੋ ਗਏ, ਜਿਹੜੇ ਬੰਦੇ ਕਿਸੇ ਵੀ ਤਰੀਕੇ ਨਾਲ ਇੱਥੇ ਆਏ ਸੀ ਪਰ ਆ ਕੇ ਉਹਨਾਂ ਨੂੰ ਜਿਹੜੇ ਉਹਨਾਂ ਦੇ EMPLOYERS ਨੇ ਉਹਨਾਂ ਨੂੰ ਕਾਫੀ ਮਿਸਟਰੀਟ ਕਰ ਰਹੇ ਨੇ, ਵੇਜਸ ਨਹੀਂ ਦੇ ਰਹੇ ਨੇ। ਕਈ ਵਾਰੀ ਇੱਦਾਂ ਦੀ ਕਲੋਜ਼ਡ ਇਕੋਨਮੀ ਜਿਹਨੂੰ ਆਪਾਂ ਇਹ ਕਹਿੰਦੇ ਹਾਂ ਕਿ ਉਹਨਾਂ ਨੇ ਘਰ ਦਿੱਤਾ ਹੁੰਦਾ, ਤੁਸੀਂ ਕੰਮ ਕਰਦੇ ਹੋ, ਪੈਸੇ ਕਮਾਉਂਦੇ ਹੋ, ਤੁਸੀਂ ਵਾਪਸ ਉਹਨਾਂ ਦੀ ਮਾਰਕੀਟ 'ਚ ਹੀ ਪੈਸੇ ਖਰਚ ਦਿੰਦੇ ਹੋ, ਰੈਂਟ ਵੀ ਉਹਨਾਂ ਨੂੰ ਦੇ ਦਿੰਦੇ ਹੋ। ਤੇ ਜਿਹੜੀਆਂ ਇੱਦਾਂ ਦੀਆਂ ਸਿਚੁਏਸ਼ਨ ਹੈਗੀਆਂ ਜਿਹਦੇ ਵਿੱਚ ਬੰਦਾ ਟਰੈਪ ਹੁੰਦਾ, ਉਹਨਾਂ ਦੇ ਵਾਸਤੇ ਇਹਨਾਂ ਨੇ ਟੀ ਵੀਜ਼ਾ ਬਣਾਇਆ ਸੀਗਾ। ਓਕੇ, ਸੋ ਕੀ ਐਲੀਜੀਬਿਲਟੀ ਆ ਇਹ ਸਾਰੀਆਂ ਚੀਜ਼ਾਂ ਦਰਸਾਉਣ ਦੇ ਲਈ, ਟੀ ਵੀਜ਼ੇ ਦੇ ਲਈ? ਇਹ ਗੱਲਾਂ ਤੇ ਆਪਾਂ ਜਿੱਦਾਂ ਕਹਿਤੀਆਂ ਵੀ ਐਕਚੁਅਲ ਦੇ ਵਿੱਚ ਕੀ ਕਾਗਜ਼ ਪੱਤਰ ਜਿਹੜੇ ਇਸ ਚੀਜ਼ ਦੇ ਵਿੱਚ ਸ਼ੋਅ ਕਰਨੇ ਪੈਂਦੇ ਆ? ਜੀ, ਪਹਿਲਾਂ ਤਾਂ ਇਹ ਹੈ ਕਿ ਸਿਰਫ ਇਹ 5000 ਵੀਜ਼ਾ ਹੈ ਸਾਲ ਦਾ। ਓਕੇ, ਸੋ ਰਾਈਟ ਨਾਓ ਇਸ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਸ ਨੂੰ ਖਾਰਜ ਨਹੀਂ ਕੀਤਾ ਗਿਆ, ਚੱਲ ਇਹਨੂੰ ਨਹੀਂ ਖਾਰਜ ਕੀਤਾ। ਓਕੇ, ਠੀਕ ਹੈ। ਪਰ ਟੀ ਵੀਜ਼ੇ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਹੈ, ਟੀ ਵੀਜ਼ੇ ਦੇ ਵਿੱਚ ਕਦੀ ਵੀ 5000 ਫਾਈਲ ਨਹੀਂ ਹੋਇਆ ਪੂਰਾ। ਓਕੇ, 2000 ਵੀਜ਼ਾ, ਯੂ ਵੀਜ਼ਾ ਜ਼ਿਆਦਾ ਫਾਈਲ ਹੁੰਦਾ। ਠੀਕ ਹੈ। ਤੇ ਹੁਣ ਆਪਾਂ ਮੋਸਟਲੀ ਆਪਾਂ ਕੀ ਦੇਖਿਆ ਕਿ ਨੋਟਰੀ ਫੋਰ ਫਰਾਡ ਬੜਾ ਜ਼ਿਆਦਾ ਹੈਗਾ ਇਸ ਇੰਡਸਟਰੀ ਦੇ ਵਿੱਚ। ਓਕੇ, ਕਿ ਨੋਟਰੀ ਫਰਾਡ ਇਹ ਹੈਗਾ ਕਿ ਜਿਹੜੇ ਲੋਕੀ ਵੀ ਉਹਨਾਂ ਨੂੰ ਇੰਨੀ ਜ਼ਿਆਦਾ ਅਵੇਅਰਨੈਸ ਨਹੀਂ ਹੈਗੀ, ਇੰਟਰਨੈਟ ਨਹੀਂ ਚਲਾ ਸਕਦੇ, ਐਕਸੈਸ ਨਹੀਂ ਹੈਗਾ ਲਾਇਰਸ ਨੂੰ, ਤੇ ਉਹ ਜਾ ਕੇ ਇਹਨਾਂ ਨੋਟਰੀਜ਼ ਦੇ ਹੱਥੇ ਲੱਗ ਕੇ ਤੇ ਫਿਰ ਉਹਨਾਂ ਨੂੰ ਬਸ ਯੂ ਵੀਜ਼ਾ ਕਰ ਦਿਓ ਤੇ ਸਾਰੇ ਜਾਣੇ ਯੂ ਵੀਜ਼ਾ ਹੀ ਕਈ ਵਾਰੀ। ਸੋ ਜਦੋਂ ਤੁਸੀਂ ਕਹਿੰਦੇ ਨੋਟਰੀ ਫਰਾਡ, ਸੋ ਇਹ ਜਿਹੜੇ ਨੋਟਰੀ, ਇਹ ਆਪਾਂ ਕਿਹੜੀ ਨੋਟਰੀ ਦੀ ਗੱਲ ਕਰ ਰਹੇ? ਜਿਹੜੇ ਇੱਥੇ ਰੈਗੂਲਰ ਨੋਟਰੀ ਪਬਲਿਕ ਵਾਲੇ ਹੁੰਦੇ, ਨੋਟਰੀ ਪਬਲਿਕ ਵਾਲੇ ਨੇ, ਉਹਨਾਂ ਨੇ ਜਿਹੜੇ ਇਮੀਗ੍ਰੇਸ਼ਨ ਏਜੰਟਸ ਨੇ, ਉਹਨਾਂ ਨੇ ਕਈ ਵਾਰੀ ਆਪਾਂ ਦੇਖਦੇ ਨੇ ਕਿ ਕਲੀਅਰ ਕੇਸ ਟੀ ਵੀਜ਼ੇ ਦਾ ਹੁੰਦਾ ਪਰ ਉਹਨਾਂ ਨੂੰ ਯੂ ਵੀਜ਼ਾ ਕਰਾ ਦਿੰਦੇ ਆ। ਪਤਾ ਹੀ ਨਹੀਂ ਹੁੰਦਾ ਕਿ ਟੀ ਵੀਜ਼ਾ ਵੀ ਕੋਈ ਚੀਜ਼ ਹੈਗੀ ਆ ਜਾਂ ਕਿੱਦਾਂ ਕਰਨਾ, ਉਹਨੇ ਯੂ ਵੀਜ਼ਾ ਕਰ ਦਿਓ ਤੁਸੀਂ ਫਾਈਲ। ਓਕੇ, ਹਾਂਜੀ। ਤੇ ਇਹਦੇ ਨਾਲ ਮੈਂ ਇਹ ਦੱਸ ਦਵਾਂ ਕਿ ਜੇ ਕੋਈ ਇੱਦਾਂ ਦਾ ਸੀਗਾ ਜਿਹਨੂੰ ਸੁਣ ਕੇ ਇਹ ਲੱਗ ਰਿਹਾ ਕਿ ਉਹ ਇਹਨਾਂ 'ਚੋਂ ਕੋਈ ਵੀ ਫੈਕਟ ਪੈਟਰਨ ਦੇ ਅੰਡਰ ਆਉਂਦਾ ਹੈ ਤੇ ਉਹਦੇ ਨਾਲ ਕੋਈ ਵੀ ਨੋਟਰੀ ਨੇ, ਏਜੰਟ ਨੇ ਜਾਂ ਅਟਰਨੀ ਨੇ ਫਰਾਡ ਕੀਤਾ ਹੈਗਾ, ਤੁਸੀਂ ਉਹਦੇ ਖਿਲਾਫ ਕੰਪਲੇਂਟ ਕਰਕੇ ਆਪਣਾ ਕੇਸ ਰੀਓਪਨ ਕਰਾ ਸਕਦੇ ਹੋ ਤੇ ਟੀ ਵੀਜ਼ਾ ਫਾਈਲ ਕਰ ਸਕਦੇ ਹੋ। ਓਕੇ, ਤੇ ਇਸ ਪੱਖ ਦੇ ਵਿੱਚ ਜਿੱਦਾਂ ਹੁਣ ਬਾਕੀਆਂ ਦੇ ਵਿੱਚ ਇਮੀਗ੍ਰੇਸ਼ਨ ਨਹੀਂ ਜਾਂਦੀ ਸੀ, ਪਰ ਜੇ ਤੁਸੀਂ ਟੀ ਵੀਜ਼ਾ ਦੇ ਵਿਕਟਿਮ ਫਰਾਡ ਹੈਗੇ ਆ ਫਿਰ ਉਹ ਇਹ ਨੋਟਰੀ ਏਜੰਟਸ ਇਹ ਸਾਰਿਆਂ ਦੇ ਮਗਰ ਇਮੀਗ੍ਰੇਸ਼ਨ ਜਾਊਗੀ। ਓਕੇ, ਹਾਂਜੀ, ਕਿਉਂਕਿ ਇਹ ਫਿਰ ਟ੍ਰੈਫਿਕਿੰਗ ਵਾਲਾ ਆ ਜਾਂਦਾ ਤੇ ਇਹਦੇ ਵਿੱਚ। ਹਾਂਜੀ, ਠੀਕ ਹੈ। ਤੇ ਇਹਦੀ ਐਲੀਜੀਬਿਲਟੀ ਦੀ ਰਿਕੁਆਇਰਮੈਂਟ ਇਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਸੀਂ US ਦੇ ਵਿੱਚ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ, ਕਿਉਂਕਿ ਇਹ ਟ੍ਰੈਫਿਕਿੰਗ ਉਹਦੇ ਉੱਤੇ ਆਉਂਦਾ, ਤੁਸੀਂ ਇੱਥੇ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਲਾਅ ਇਨਫੋਰਸਮੈਂਟ ਦੀ ਅਸਿਸਟ ਕਰਨੀ ਹੈ, ਉਹਨਾਂ ਦੀ ਹੈਲਪ ਕਰਨੀ ਹੈ ਬੰਦੇ ਨੂੰ ਫੜਾਉਣ ਦੇ ਵਿੱਚ। ਜਿਹੜਾ ਵੀ ਨੈਟਵਰਕ ਆ, KOT ਤੋਂ ਲੈ ਕੇ ਏਜੰਟ ਤੋਂ ਲੈ ਕੇ ਜਿਹੜੇ ਬੰਦੇ ਨੇ ਤੁਹਾਡਾ ਬੌਂਡ ਭਰਿਆ ਸੀਗਾ, ਹਰੇਕ ਬੰਦਾ ਇਹਦੇ ਵਿੱਚ ਇਨਵੋਲਵ ਹੋ ਸਕਦਾ ਜਿੰਨੇ ਵੀ ਤੁਹਾਨੂੰ ਫੋਰਸ ਕੀਤਾ ਉੱਦਾਂ ਕੰਮ ਕਰਨ ਲਈ। ਕਈ ਵਾਰੀ ਆਪਾਂ ਕੀ ਦੇਖਦੇ ਹਾਂ ਕਿ ਉਹ ਆਉਂਦੇ ਨੇ, ਉਹ ਕਹਿੰਦਾ ਮੈਂ ਬੌਂਡ ਭਰਿਆ, ਫਿਰ ਨਾਲ ਉਹਨੂੰ ਨਾ ਕੋਈ ਆਪਣੇ ਰਿਸ਼ਤੇਦਾਰ ਦੇ ਸਟੋਰ 'ਤੇ ਰਖਾ ਦਿੱਤਾ। ਠੀਕ ਹੈ। ਤੇ ਸਟੋਰ 'ਤੇ ਉਹਨੂੰ ਵੇਜ ਨਹੀਂ ਦਿੱਤੀਆਂ ਉਹਨੇ, ਜਿਹੜਾ ਬੌਂਡ ਸੀਗਾ ਉਹ ਪੈਸੇ ਵੀ ਬੰਦਾ ਆਪਣੇ ਪੱਲਿਓਂ ਦਿੰਦਾ ਹੈਗਾ ਤੇ ਬਾਅਦ ਜਿਹੜੇ ਪੈਸੇ ਮੁੜ ਕੇ ਆਉਂਦੇ ਨੇ ਉਹ ਬੌਂਡ ਵਾਲੇ ਬੰਦੇ ਨੂੰ ਮੁੜ ਕੇ ਆ ਜਾਂਦੇ ਨੇ। ਮੈਂ ਮਤਲਬ ਕੀ ਕਹਿ ਰਿਹਾ ਕਿ ਬੇਸਿਕਲੀ ਲੀਨ ਪਾਤੀ ਉੱਤੇ ਬੰਦੇ ਦੇ ਉੱਤੇ। ਬੰਦਾ ਇੱਥੇ ਕਰਕੇ ਆਇਆ, ਜੇਲ੍ਹ 'ਚ ਹੋਇਆ, ਉਹਦੇ ਕੋਲ ਪੈਸੇ ਨਹੀਂ ਸੀਗੇ, ਉਹਨੇ ਕਿਸੇ ਨੇ ਕਮਿਊਨਿਟੀ 'ਚੋਂ ਅਪਰੋਚ ਕੀਤਾ, ਉਹ ਕਹਿੰਦਾ ਕਿ ਅੱਛਾ ਮੈਂ ਤੇਰਾ 50000 ਦਾ ਬੌਂਡ ਦਿੰਦਾ, ਹੁਣ ਮੈਂ ਤੇਰਾ ਬੌਂਡ, ਉਹ ਜਿਹੜਾ ਐਕਚੁਅਲੀ 50000 ਹੈਗਾ ਉਹ ਇੰਡੀਆ ਤੋਂ ਹੀ ਆ ਰਿਹਾ ਹੈਗਾ, ਪਰ ਜਿਹੜਾ ਇਹ 50000 ਦਿੱਤਾ ਜਦੋਂ ਇਹ ਵਾਪਸ ਮੁੜ ਕੇ ਆਣਾ, ਇਹ ਬੰਦੇ ਨੂੰ ਵਾਪਸ ਆਣਾ, ਉਹ ਬੰਦੇ ਨੇ ਵਾਪਸ ਨਹੀਂ ਦੇਣਾ ਉਹਨੂੰ ਜਦੋਂ ਕੇਸ ਪਾਸ ਹੋਣਾ। ਦੋਨੋਂ ਪਾਸੋਂ ਹੀ ਜਿਹੜਾ ਉਹਨੇ ਉਹਨਾਂ ਨੂੰ ਰਗੜ ਜਾਣਾ ਇੱਕ ਹਿਸਾਬ ਦੇ ਨਾਲ। ਹਾਂਜੀ, ਤੇ ਇਹਦੇ ਉੱਤੇ ਤੇ ਔਨ ਟਾਪ ਆਫ ਦਿਸ ਇਹਦੇ ਉੱਤੇ ਕੀ ਦੇਖ ਰਹੇ ਹਾਂ ਕਿ ਇਹ ਜਿਹੜਾ ਬੌਂਡ ਵਾਲਾ ਬੰਦਾ ਇਹ ਕਹਿੰਦਾ ਕਿ ਮੈਂ ਤੇਰਾ ਹੁਣ ਬੌਂਡ ਦਿੱਤਾ ਸੀ, ਮੈਂ ਤੇਰਾ ਗਰੰਟਰ ਹਾਂ, ਹੁਣ ਤੈਨੂੰ ਇਹ ਵਾਲੇ 7-11 ਇਹ ਵਾਲੇ ਲਿਕਰ ਸਟੋਰ ਕੰਮ ਕਰਨਾ ਪੈਣਾ, ਪਰ ਕਿਉਂਕਿ ਮੈਂ ਤੇਰਾ ਬੌਂਡ ਦਿੱਤਾ ਸੀਗਾ ਤੈਨੂੰ $15 ਨਹੀਂ ਮਿਲਣੇ, ਤੈਨੂੰ $5 ਤੇ ਕੰਮ ਕਰਨਾ ਪੈਣਾ। ਹੁਣ ਇਹ ਬੰਦੇ ਇਸੇ ਡਰ ਦੇ ਵਿੱਚ ਕਿ ਚੱਲ ਮੇਰਾ ਗਰੰਟਰ ਹੈ, ਮੈਨੂੰ ਪਤਾ ਨਹੀਂ ਮੇਰੇ ਕੋਲ ਕੀ ਆਪਸ਼ਨ ਹੈਗੀਆਂ, ਆਪਾਂ ਦੇਖ ਰਹੇ ਹਾਂ ਕਿ ਮੁੰਡੇ ਸਾਲ 2 ਸਾਲ 3 ਸਾਲ ਕੰਮ ਕਰ ਰਹੇ ਨੇ। ਹੁਣ ਇਹ ਅਸਾਈਲਮ ਤਾਂ ਚੱਲ ਰਿਹਾ ਹੈਗਾ, ਇਹਨਾਂ ਕੋਈ ਇੱਕ ਸ਼ਾਰਟ ਆਪਸ਼ਨ ਟੀ ਵੀਜ਼ੇ ਦੀ ਆ ਸਕਦੀ ਹੈ ਜੇ ਉਹਨਾਂ ਨੂੰ ਇੱਦਾਂ ਦੀ ਸਲੇਵਰੀ ਲਾਈਕ ਕੰਡੀਸ਼ਨ ਕੀਤਾ ਹੋਇਆ, ਠੀਕ ਹੈ ਅਸਾਈਲਮ ਚੱਲ ਲੈਣ ਦਿਓ, ਪਰ ਜੇ ਤੁਸੀਂ ਵਿਲਿੰਗ ਹੋ ਫਾਰਵਰਡ ਅੱਗੇ ਆਉਣ ਲਈ, ਇਹ ਬੰਦਿਆਂ ਦੇ ਖਿਲਾਫ ਕੰਪਲੇਂਟ ਕਰਨ ਲਈ, ਇਹ ਏਜੰਟ ਦੇ ਖਿਲਾਫ ਕੰਪਲੇਂਟ ਕਰਨ ਲਈ, ਤਾਂ ਟੀ ਵੀਜ਼ਾ ਤੁਹਾਡੇ ਲਈ ਬੈਸਟ ਆਪਸ਼ਨ ਹੈ। ਸੋ ਇਹ ਜਦੋਂ ਤੁਸੀਂ ਕਹਿੰਦੇ ਵੀ ਇਹ ਚੀਜ਼ਾਂ ਹੋਈਆਂ, ਇੱਕ ਬੰਦੇ ਦਾ ਆਖ ਦੇਣਾ ਵੀ ਮੇਰੇ ਨਾਲ ਇੱਦਾਂ ਹੋਇਆ, ਇਹ ਸਬੂਤ ਕਿੱਦਾਂ ਪੇਸ਼ ਕਰਨੇ ਇਸ ਚੀਜ਼ ਦੇ? ਇਹ ਤਾਂ ਹੁਣ ਜਦੋਂ ਬੰਦਾ ਦੇਖੋ ਐਵੀਡੈਂਸ ਤਾਂ ਕਿਸੇ ਚੀਜ਼ ਦਾ ਤੁਹਾਨੂੰ ਇਕੱਠਾ ਕਰਨਾ ਪੈਂਦਾ ਹੈ ਨਾ। ਹੁਣ ਤੁਸੀਂ ਜਾ ਰਹੇ ਹੋ ਕਿਤੇ ਸ਼ਿਫਟ ਲਾ ਰਹੇ ਹੋ, ਕੋਈ ਨਾ ਕੋਈ ਮੈਸੇਜ, ਕੋਈ ਨਾ ਕੋਈ ਪ੍ਰੂਫ ਤਾਂ ਤੁਹਾਡੇ ਕੋਲ ਹੋਊਗਾ ਹੀ ਕਿ ਤੁਸੀਂ ਕੀ ਕੰਮ ਕਰ ਰਹੇ ਹੋ। ਠੀਕ ਹੈ। ਸੋ ਇਹ ਐਫੀਡੇਵਿਟਸ ਦੋਸਤਾਂ ਦੇ, ਲੋਕਾਂ ਦੇ ਜਿਹੜੇ ਤੁਹਾਨੂੰ ਛੱਡ ਰਹੇ ਸੀ, ਰਾਈਡ ਰਹਿ ਰਹੇ ਸੀ, ਕਿਹੜੇ ਘਰ ਤੁਸੀਂ ਰਹਿ ਰਹੇ ਹੋ। ਠੀਕ ਹੈ ਜੀ ਜੀ। ਸੋ ਇਹ ਜਿਹੜਾ ਟੀ ਵੀਜ਼ਾ ਹੈਗਾ, ਜਦੋਂ ਆਪਾਂ ਹਿਊਮਨ ਟਰੈਫਿਕਿੰਗ ਦੀ ਜਿਹੜੀ ਗੱਲ ਕਰਦੇ ਹਾਂ, ਸੋ ਇਹ ਜਿੱਦਾਂ ਤੁਸੀਂ ਦੱਸਿਆ ਵੀ ਇਹਦੇ ਵਿੱਚ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਉਹ ਆ ਜਾਂਦੀਆਂ। ਸੋ ਇਹ ਜਿਹੜਾ ਟੀ ਵੀਜ਼ਾ ਹੈ ਜੇ ਕਿਸੇ ਨੂੰ ਮਿਲਦਾ ਹੈ, ਇਹ ਕਿੰਨੇ ਚਿਰ ਦਾ ਇਹ ਜਿਹੜਾ ਹੁੰਦਾ ਹੈ? ਇਹ ਯੂ ਵੀਜ਼ੇ ਵਾਂਗੂ 4 ਸਾਲ ਦਾ ਵੀਜ਼ਾ ਹੁੰਦਾ ਹੈ। ਠੀਕ ਹੈ। ਡਾਇਨਾਮਿਕਸ ਇਹਦੇ ਸੇਮ ਹੈਗੇ ਆ ਯੂ ਵੀਜ਼ੇ ਵਾਂਗੂ। ਠੀਕ 4 ਸਾਲ ਦਾ ਤੁਹਾਨੂੰ ਮਿਲੂਗਾ, ਵਰਕ ਆਥੋਰਾਈਜੇਸ਼ਨ ਤੁਹਾਨੂੰ ਨਾਲ ਮਿਲੂਗੀ।
ਹੂੰ ਤੇ ਫਿਰ ਇਹ ਗ੍ਰੀਨ ਕਾਰਡ ਲਈ ਤੁਹਾਡਾ 3 ਸਾਲ ਬਾਅਦ ਤੁਸੀਂ ਗ੍ਰੀਨ ਕਾਰਡ ਫਾਈਲ ਕਰ ਸਕਦੇ ਹੋ। ਓਕੇ, ਠੀਕ ਆ। ਤੇ ਇਹ ਜਿੱਦਾਂ ਤੁਸੀਂ ਦੱਸਿਆ ਵੀ ਇਹ ਤਾਂ 1 ਸਾਲ ਦੇ ਵਿੱਚ ਪੂਰੇ ਜਿਹੜੇ ਉਹ ਹੁੰਦੇ ਹੀ ਨਹੀਂ ਆ, ਸੋ ਇਹਨਾਂ ਦੀ ਵੈਸੇ ਲੇਟੈਸਟ ਜੇ ਕਰੰਟ ਹੀ ਚੱਲਦੀ ਰਹਿੰਦੀ ਹੈ ਜਾਂ ਇਹਨਾਂ ਦੇ ਵਿੱਚ ਵੀ ਵੇਟ ਹੁੰਦੀ ਹੈ ਜਦੋਂ ਤੁਸੀਂ ਟੀ ਵੀਜ਼ਾ ਦੇ ਲਈ ਅਪਲਾਈ ਯੂ ਕਰਦੇ? ਵੀਜ਼ਾ ਤੋਂ ਕਾਫੀ ਜਲਦੀ ਆ ਸਕਦਾ। ਕਾਫੀ ਜਲਦੀ ਜਿਹੜਾ ਉਹ ਆ ਸਕਦਾ ਹੈ। ਤੇ ਹੁਣ ਆਪਾਂ ਜੇ ਗੱਲ ਕਰੀਏ ਯੂ ਵੀਜ਼ੇ ਦੇ ਉੱਤੇ, ਸੋ ਉਸ ਦੇ ਬਾਰੇ ਜੇ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਕੀ ਹੈਗਾ ਆ, ਯੂ ਵੀਜ਼ਾ ਕੀ ਆ ਤੇ ਉਹਦਾ ਪਰਪਸ ਕੀ ਸੀਗਾ? ਜਿਹੜਾ ਜੀ ਯੂ ਵੀਜ਼ਾ ਸੀਗਾ, ਯੂ ਵੀਜ਼ਾ ਹੈਗਾ ਕਿ ਜੇ ਕੋਈ ਕ੍ਰਾਈਮ ਦਾ ਵਿਕਟਿਮ ਹੋਵੇ। ਹੁਣ ਜਿਹੜਾ ਟੀ ਵੀਜ਼ਾ ਹੋ ਗਿਆ ਉਹ ਤਾਂ ਜਿੱਦਾਂ ਟ੍ਰੈਫਿਕਿੰਗ ਤੇ ਜਿਹੜਾ ਯੂ ਵੀਜ਼ਾ ਉਹ ਕੋਈ ਵੀ ਕ੍ਰਾਈਮ ਦਾ ਵਿਕਟਿਮ ਹੋ ਸਕਦਾ ਹੈ। ਡਜ਼ ਨਾਟ ਮੈਟਰ ਕਿ ਕਿੱਦਾਂ ਆਇਆ, ਲੀਗਲ ਆਇਆ, ਇਲੀਗਲ ਆਇਆ, ਠੀਕ ਹੈ, ਕੋਈ ਕਿਸੇ ਵੀ ਕਿਸਮ ਦਾ। ਇਹਨਾਂ ਨੇ ਕਾਫੀ ਸਾਰੇ ਕ੍ਰਾਈਮ ਡਿਫਾਈਨ ਕੀਤੇ ਹੋਏ ਨੇ, ਠੀਕ ਹੈ, ਅਸੌਲਟ, ਬੈਟਰੀ, ਰੋਬਰੀ, ਫਾਲਸ ਇੰਪ੍ਰਿਜ਼ਨਮੈਂਟ, ਕਾਫੀ ਵੱਖ-ਵੱਖ ਤਰ੍ਹਾਂ ਦੇ ਕ੍ਰਾਈਮ ਨੇ। ਤਾਂ ਯੂ ਵੀਜ਼ਾ ਇਨ ਸ਼ਾਰਟ ਇਹ ਹੈ ਕਿ ਤੁਸੀਂ ਜੇ ਕ੍ਰਾਈਮ ਦੇ ਵਿਕਟਿਮ ਹੋ, ਤੁਸੀਂ ਲਾਅ ਇਨਫੋਰਸਮੈਂਟ ਪੁਲਿਸ ਦੀ ਹੈਲਪ ਕਰਦੇ ਹੋ ਜਾਂ ਕੋਈ ਵੀ ਅਦਾਰੇ ਪਦਾਰੇ ਦੀ ਹੈਲਪ ਕਰਦੇ ਹੋ ਜਿਹੜੇ ਕਿ ਇਹ ਕ੍ਰਾਈਮ ਨੂੰ ਇਨਵੈਸਟੀਗੇਟ ਕਰਦੀ ਹੈ, ਠੀਕ ਹੈ। ਉਹਦੇ ਕਰਕੇ ਤੁਸੀਂ ਯੂ ਵੀਜ਼ਾ ਲੈ ਸਕਦੇ ਹੋ। 4 ਸਾਲ ਦਾ ਵੀਜ਼ਾ ਮਿਲਦਾ ਹੈ ਤੇ ਫਿਰ ਅੱਗੇ ਗ੍ਰੀਨ ਕਾਰਡ ਦੀ ਆਪਸ਼ਨ ਆ ਜਾਂਦੀ ਹੈ। ਸੋ ਪਰਪਸ ਇਹੀ ਸੀਗਾ ਉਹਨਾਂ ਦਾ ਵੀ ਯੂ ਵੀਜ਼ਾ ਦੇਣ ਦਾ, ਵੀ ਜਿਹੜੇ ਕ੍ਰਾਈਮ ਦੇ ਵਿੱਚ ਪੁਲਿਸ ਵਾਲਿਆਂ ਦੀ ਮਦਦ ਕਰਨ, ਜਿਹੜੇ ਬੈਡ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਫੜਾਉਣ ਦੇ ਵਿੱਚ ਉਹਦੀ ਜਿਹੜੀ ਉਹ ਮਦਦ ਕਰਨ। ਸੋ ਇਹੀ ਜਿਹੜਾ ਇੱਕ ਮੇਨ ਜਿਹੜਾ ਵੱਖਰਾ ਫਰਕ ਹੈਗਾ ਟੀ ਵੀਜ਼ੇ ਤੇ ਯੂ ਵੀਜ਼ੇ ਦੇ। ਯੂ ਵੀਜ਼ੇ ਦੇ ਵਿੱਚ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਵੀ ਕਿਤੇ ਕੋਈ ਕ੍ਰਾਈਮ ਹੋਇਆ ਉਸ ਦੇ ਬਾਰੇ ਜ਼ਰੂਰੀ ਨਹੀਂ ਵੀ ਉਹ ਤੁਹਾਡੇ ਨਾਲ ਹੋਇਆ ਹੈ, ਇੱਦਾਂ ਵੀ ਆ ਜੀ। ਜਿਹੜਾ ਯੂ ਵੀਜ਼ਾ ਜ਼ਰੂਰੀ ਨਹੀਂ ਵੀ ਤੁਹਾਡੇ ਨਾਲ ਕ੍ਰਾਈਮ ਹੋਇਆ, ਪਰ ਤੁਸੀਂ ਕ੍ਰਿਮੀਨਲ ਨੂੰ ਫੜਾਉਣ ਦੇ ਵਿੱਚ ਮਦਦ ਕਰ ਰਹੇ ਹੋ, ਉਹਦੇ ਵਾਸਤੇ ਆ ਜੀ। ਸੋ ਯੂ ਵੀਜ਼ੇ ਦੇ ਵਿੱਚ, ਸੋ ਜੇ ਤੁਸੀਂ ਵਿਸਿਨਿਟੀ 'ਚ ਹੈਗੇ ਹੋ ਜਿੱਥੇ ਕਿ ਕ੍ਰਾਈਮ ਹੋਇਆ, ਤੁਸੀਂ ਦੇਖਿਆ, ਤੁਸੀਂ ਆਈ ਵਿਟਨੈਸ ਹੋ ਜਾਂ ਕੁਛ ਹੋ, ਪਰ ਨਾਲ ਤੁਹਾਨੂੰ ਇਹ ਸ਼ੋਅ ਕਰਨਾ ਪੈਣਾ ਕਿ ਤੁਹਾਨੂੰ ਵੀ ਟਰਾਮਾ ਜਾਂ ਕੋਈ ਸਾਈਕੋਲੋਜੀਕਲ ਨੁਕਸਾਨ ਹੋਇਆ ਹੈ, ਉਸ ਤੋਂ ਬਿਨਾਂ ਨਹੀਂ ਉਹ ਕਰੋਗੇ। ਓਕੇ, ਪਰ ਇਸ ਤੋਂ ਇਲਾਵਾ ਵੀ ਡਿਫਰੈਂਸ ਹੈਗੇ ਨੇ ਟੀ ਵੀਜ਼ੇ ਤੇ ਯੂ ਵੀਜ਼ੇ 'ਚ। ਸੋ ਤੁਸੀਂ ਜੇ ਦੱਸ ਦਿਓ ਤਾਂ। ਸਭ ਤੋਂ ਪਹਿਲਾਂ ਤਾਂ ਮੋਟਾ ਫਰਕ ਇਹੀ ਹੈ ਕਿ ਟੀ ਵੀਜ਼ੇ ਦੇ ਵਿੱਚ ਤੁਹਾਨੂੰ ਟ੍ਰੈਫਿਕ ਹੋਇਆ ਚਾਹੀਦਾ ਬੰਦਾ ਇੱਥੇ, ਤੁਸੀਂ ਵਿਕਟਮ ਹੋ ਬੇਸਿਕਲੀ ਉਹਦੇ ਤੁਸੀਂ, ਹਾਂ, ਤੁਹਾਨੂੰ ਕਿਸੇ ਨੇ ਮਜਬੂਰੀ ਖਾਤਰ ਇੱਥੇ ਭੇਜਿਆ, ਫੋਰਸ ਕੀਤਾ ਹੈ, ਕਿਊਟੀ ਨੇ ਤੁਹਾਡੀ ਹੈਲਪ ਕੀਤੀ, ਏਜੰਟ ਨੇ ਬਾਰਡਰ ਟਪਾਇਆ ਤੁਹਾਨੂੰ। ਬੇਸਿਕਲੀ ਜਿਹੜਾ ਕੰਮ ਉਹ ਕਰਾ ਰਹੇ ਆ ਤੁਹਾਡੀ ਮਰਜ਼ੀ ਤੋਂ ਬਗੈਰ, ਤੁਹਾਨੂੰ ਧੱਕੇ ਦੇ ਨਾਲ ਕਹਿ ਲਓ ਵੀ ਉਹ ਕਰਾ ਰਹੇ ਆ, ਠੀਕ ਹੈ। ਯੂ ਵੀਜ਼ੇ ਤੇ ਤਾਂ ਬੰਦਾ ਭਾਵੇਂ ਹੌਲੀਡੇ ਤੇ ਟੂਰਿਸਟ ਵੀਜ਼ੇ ਤੇ ਵੀ ਆਇਆ ਹੋਵੇ, ਉੱਤੇ ਉਹਨਾਂ ਵੀ ਕ੍ਰਾਈਮ ਹੋ ਗਿਆ, ਉਹ ਵੀ ਐਲੀਜੀਬਲ ਹੈਗਾ ਯੂ ਵੀਜ਼ੇ ਲਈ, ਠੀਕ ਹੈ। ਫਿਰ ਜੀ ਯੂ ਵੀਜ਼ੇ ਦੇ ਵਿੱਚ ਜਿਹੜਾ ਵਿਕਟਿਮ ਹੈਗਾ ਉਹਨੇ ਕੋਆਪਰੇਟ ਕਰਨਾ ਹੀ ਪੈਣਾ। ਹੁਣ ਜੇ ਕੋਈ ਫੋਰ ਐਗਜ਼ਾਮਪਲ ਕੋਈ ਤੀਵੀਂ ਕਵੇ ਕਿ ਮੈਂ ਡੋਮੈਸਟਿਕ ਵਾਇਲੈਂਸ ਦੀ ਕੰਪਲੇਂਟ ਕੀਤੀ ਹੈ ਹਸਬੈਂਡ ਦੇ ਖਿਲਾਫ, ਠੀਕ ਹੈ, ਪਰ ਬਾਅਦ 'ਚੋਂ ਅੱਗੇ ਕੇਸ ਨੂੰ ਫਾਰਵਰਡ ਨਹੀਂ ਕਰਦੀ, ਉਹ ਕਹਿੰਦੀ ਕਿ ਮੈਂ ਵਿਡਰਾਅ ਕਰ ਲੈਣਾ ਡੀਏ ਦੇ ਆਫਿਸ ਤੋਂ, ਮੈਂ ਅੱਗੇ ਪ੍ਰੋਸੀਕਿਊਟ ਨਹੀਂ ਕਰਨਾ, ਉਹਨੂੰ ਯੂ ਵੀਜ਼ਾ ਨਹੀਂ ਮਿਲੂਗਾ ਭਾਵੇਂ ਉਹਨਾਂ ਕ੍ਰਾਈਮ ਹੋਇਆ। ਇਹਦੀ ਮਤਲਬ ਰਿਕੁਆਇਰਮੈਂਟ ਇਹ ਨਹੀਂ ਕਿ ਤੁਹਾਨੂੰ ਸਿਰਫ ਕ੍ਰਾਈਮ ਹੋਇਆ, ਤੁਸੀਂ ਇਨਵੈਸਟੀਗੇਸ਼ਨ 'ਚ ਹੈਲਪ ਕਰਨੀ ਹੈ। ਜਿਹੜਾ ਹੁਣ ਟੀ ਵੀਜ਼ਾ, ਇਹਦੇ ਵਿੱਚ ਤੁਹਾਨੂੰ ਇੱਕ ਟਰਾਮਾ ਐਕਸੈਪਸ਼ਨ ਦਿੱਤੀ ਹੋਈ ਹੈ ਕਿ ਤੁਸੀਂ ਜੇ ਤੁਹਾਡੇ ਨਾਲ ਟਰਾਮਾ ਹੋ ਗਿਆ, ਤੁਸੀਂ ਲਾਅ ਇਨਫੋਰਸਮੈਂਟ ਨੂੰ ਹੈਲਪ ਕਰਨਾ ਜ਼ਰੂਰੀ ਨਹੀਂ ਹੈਗਾ, ਤੁਹਾਨੂੰ ਇਮੀਗ੍ਰੇਸ਼ਨ ਐਕਸੈਪਸ਼ਨ ਗ੍ਰਾਂਟ ਕਰ ਸਕਦੀ ਹੈ। ਓਕੇ, ਉਹ ਕਾਫੀ ਵੱਡਾ ਫਰਕ ਪੈ ਜਾਂਦਾ। ਕਈ ਵਾਰੀ ਜਿੱਦਾਂ ਹੁਣ ਨਾ ਕ੍ਰਾਈਮ ਪੁਰਾਣਾ ਹੋ ਜਾਂਦਾ ਤੇ ਇਮੀਗ੍ਰੇਸ਼ਨ ਜਿਹੜਾ ਏਜੰਸੀ ਹੈ ਤੁਹਾਨੂੰ ਜੇ ਚਿੱਠੀ ਨਹੀਂ ਦਿੰਦੀ ਹੈਗੀ ਯੂ ਵੀਜ਼ੇ ਦੀ ਸਪੋਰਟ 'ਚ ਤੁਸੀਂ ਚਿੱਠੀ ਲਾਣੀ ਹੈ, ਤਾਂ ਟੀ ਵੀਜ਼ੇ ਦੇ ਵਿੱਚ ਤੁਸੀਂ ਟਰਾਮਾ ਐਕਸੈਪਸ਼ਨ ਕਲੇਮ ਕਰ ਸਕਦੇ ਹੋ। ਜੇ ਤੁਸੀਂ ਮਾਈਨਰ ਹੋ, ਤੁਹਾਨੂੰ ਕੋਈ ਇਨਵੈਸਟੀਗੇਸ਼ਨ ਨਾਲ ਕੋਆਪਰੇਟ ਕਰਨ ਦੀ ਲੋੜ ਨਹੀਂ ਹੈਗੀ, ਉਹਨਾਂ ਨੇ ਲਾਅ ਬਣਾਇਆ ਹੋਇਆ ਹੈ, ਠੀਕ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਹੈ ਕਿ ਜਿਹੜਾ ਯੂ ਵੀਜ਼ਾ ਹੈ, ਜਿੱਦਾਂ ਮੈਂ ਹੁਣੇ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਸਬਸਟੈਂਸ਼ੀਅਲ ਅਬਿਊਜ਼, ਤੁਸੀਂ ਇਹ ਦੱਸਣਾ ਕਿ ਤੁਹਾਡੇ ਨਾਲ ਬੜਾ ਵੱਡਾ ਧੱਕਾ ਹੋਇਆ ਹੈ, ਠੀਕ ਹੈ। ਜਿਹੜਾ ਟੀ ਵੀਜ਼ਾ ਉਹਦੇ ਵਿੱਚ ਤੁਸੀਂ ਇਹ ਨਹੀਂ ਦੱਸਣਾ ਕਿ ਤੁਹਾਡੇ ਨਾਲ ਕੋਈ ਅਬਿਊਜ਼ ਇੱਦਾਂ ਦਾ ਹੋਇਆ, ਤੁਸੀਂ ਜ਼ਿਆਦਾ ਫੋਕਸ ਇਹ ਹੈ ਕਿ ਹੁਣ ਤੁਹਾਨੂੰ ਇਹ ਸਾਰੇ ਹੋਣ ਤੋਂ ਬਾਵਜੂਦ ਜੇ ਤੁਹਾਨੂੰ ਵਾਪਸ ਭੇਜਣਗੇ, ਤੁਹਾਡੇ ਨਾਲ ਬੜੀ ਜ਼ਿਆਦਾ ਹਾਰਡਸ਼ਿਪ ਆਊਗੀ ਤੁਹਾਡੇ ਹੋਮ ਕੰਟਰੀ ਜਾ ਕੇ। ਓਕੇ, ਠੀਕ ਹੈ। ਸੋ ਇਹ ਜਿਹੜੀ ਉਹ ਚੀਜ਼ ਸੀਗੀ। ਸੋ ਹੁਣ ਬੈਨੀਫਿਟ ਜੇ ਕਰੀਏ, ਕਿਉਂਕਿ ਲੋਕ ਤਾਂ ਅਕਸਰ ਇਹ ਫਿਰ ਜਦੋਂ ਤੁਲਨਾ ਕਰਦੇ ਆ ਵੀ ਸਾਨੂੰ ਕਿਹਦੇ ਵਿੱਚ ਫਾਇਦਾ, ਵੀ ਯੂ ਵੀਜ਼ਾ ਕਰਨਾ ਚਾਹੀਦਾ ਹੈ ਕਿ ਟੀ ਵੀਜ਼ਾ ਕਰਨਾ ਚਾਹੀਦਾ ਹੈ, ਕਿੱਦਾਂ? ਸੋ ਬੈਨੀਫਿਟ ਕੀ ਹੈਗੇ ਆ ਇੱਦਾਂ ਇਸ ਸਭ? ਜਿਹੜਾ ਤਾਂ ਟੀ ਵੀਜ਼ਾ ਤੁਸੀਂ ਦੋਨੋਂ ਵੀ ਕਰ ਸਕਦੇ ਹੋ, ਕੋਈ ਰਿਕੁਆਇਰਮੈਂਟ ਉਹ ਨਹੀਂ। ਹੁਣ ਜਿਹੜਾ ਜਿੱਦਾਂ ਦੱਸਿਆ ਸੀਗਾ ਕਿ 751 ਜਿਹੜਾ ਅਬਿਊਜ਼ਿਵ ਸਪਾਊਸ ਦਾ ਜਿਹੜਾ ਪਿਛਲੀ ਵਾਰੀ ਡਿਸਕਸ ਕੀਤਾ ਸੀਗਾ ਟੌਪਿਕ, ਜੀ, ਤੁਸੀਂ ਜੇ ਤੁਹਾਡੇ ਨਾਲ ਇੱਦਾਂ ਹੋਇਆ, ਤੁਸੀਂ ਸਾਈਮਲਟੇਨੀਅਸਲੀ ਤੁਸੀਂ ਵਾਵਾ ਫਾਈਲ ਕਰ ਸਕਦੇ ਹੋ, 751 ਫਾਈਲ ਕਰ ਸਕਦੇ ਹੋ, ਤੁਸੀਂ ਯੂ ਵੀਜ਼ੇ ਲਈ ਵੀ ਐਲੀਜੀਬਲ ਹੋ, ਤੁਸੀਂ ਟੀ ਵੀਜ਼ੇ ਲਈ ਵੀ ਹੋ ਸਕਦੇ ਹੋ। ਚਾਰੋਂ ਆਪਸ਼ਨਸ ਤੁਹਾਡੇ ਲਈ ਹੋ ਜਾਂਦੀਆਂ, ਪਰ ਸਾਨੂੰ ਬੈਠ ਕੇ ਉਹ ਦੇਖਣਾ ਪਊਗਾ ਕਿ ਤੁਹਾਡੇ ਲਈ ਬੈਸਟ ਆਪਸ਼ਨ ਕਿਹੜੀ ਹੈਗੀ, ਫਾਸਟੈਸਟ ਕਿਹੜੀ ਹੈਗੀ ਉਸ ਵੇਲੇ, ਠੀਕ ਹੈ, ਕਿਹੜਾ ਸਟਰੋਂਗ ਕੇਸ ਬਣਦਾ, ਕਿਹੜਾ ਸਟਰੋਂਗ ਹੈ। ਜਿਹਦੇ ਕੋਲ ਤਾਂ ਕੰਡੀਸ਼ਨਲ ਗ੍ਰੀਨ ਕਾਰਡ ਹੈਗਾ ਆਲਰੇਡੀ, ਉਹਨੂੰ ਤਾਂ ਆਫਕੋਰਸ ਰਿਮੂਵਲ ਆਫ ਕੰਡੀਸ਼ਨ ਦਾ ਸਭ ਤੋਂ ਜ਼ਿਆਦਾ ਫਾਇਦਾ ਹੋਊਗਾ, ਕੁਇਕੈਸਟ ਵੇ ਹੈਗਾ, 1.5 ਸਾਲ ਲੱਗੂਗਾ, ਹੈ ਨਾ, ਠੀਕ ਹੈ। ਜਿਹਦਾ ਗ੍ਰੀਨ ਕਾਰਡ ਕਦੀ ਫਾਈਲ ਹੀ ਨਹੀਂ ਹੋਇਆ, ਮਤਲਬ ਬਿਲਕੁਲ ਹੀ ਨਹੀਂ ਕੀਤਾ, ਉਹ ਰਿਮੂਵਲ ਕੰਡੀਸ਼ਨ ਇਹ ਸਾਰਾ ਨਹੀਂ ਕਰ ਸਕਦਾ, ਉਹਦੇ ਲਈ ਵਾਵਾ ਸਭ ਤੋਂ ਬੈਸਟ ਹੈਗਾ, ਕਿਉਂਕਿ ਵਾਵਾ ਦੇ ਵਿੱਚ ਇੱਕ ਬੜੀ ਸਪੈਸੀਫਿਕ ਕੈਟੇਗਰੀ ਵਾਲੇ ਲੋਕ ਜਾ ਰਹੇ ਨੇ ਜਿਹੜੇ ਕਿ ਸਪਾਊਸ ਹੈਗੇ ਆ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਦੇ। ਕਹਿਣ ਦਾ ਮਤਲਬ ਕੀ ਹੈਗਾ ਕਿ ਕਿਉਂਕਿ ਸਿਰਫ ਇਹ ਬੜੀ ਲਿਮਿਟਡ ਕੈਟੇਗਰੀ ਆ, ਬਾਕੀ ਸਾਰੇ ਜਾਣੇ ਐਲੀਮੀਨੇਟ ਹੋ ਜਾਂਦੇ, ਹੋਰ ਲੋਕੀ ਵਾਵਾ ਨਹੀਂ ਫਾਈਲ ਕਰ ਸਕਦੇ ਜਿਹਨਾਂ ਨੇ ਕਿ ਵਿਆਹ ਨਹੀਂ ਕਰਾਇਆ। ਓਕੇ, ਫਿਰ ਜਿਹੜੇ ਉਹ ਵਾਲੀ ਕੈਟੇਗਰੀ ਦੇ ਲੋਕ ਉਹਨਾਂ ਨੂੰ ਵਾਵਾ ਫਾਈਲ ਕਰਕੇ ਫਾਇਦਾ ਹੈ,
ਜਿਹਨਾਂ ਕੋਲ ਹੁਣ ਹੋਰ ਕੁਝ ਨਹੀਂ ਸੀਗਾ, ਜਦੋਂ ਤੁਸੀਂ ਦੱਸਿਆ ਕਿ ਥਰਡ ਪਾਰਟੀ ਸੀਗੀ, ਕਿਸੇ ਨਾਲ ਕ੍ਰਾਈਮ ਹੋਇਆ, ਉਹਨੂੰ ਯੂ ਵੀਜ਼ਾ ਫਾਈਲ ਕਰਕੇ ਫਾਇਦਾ, ਕਿਉਂਕਿ ਉਹਨਾਂ ਆਪਣੇ ਨਾਲ ਕੁਝ ਨਹੀਂ ਹੋਇਆ ਉਹਨੇ, ਪਰ ਯੂ ਵੀਜ਼ੇ ਦੀ ਹੁਣ ਵੇਟ ਟਾਈਮ ਬੜੀ ਲੰਬੀ ਹੈਗੀ ਹੈ। ਜਿੰਨਾ ਧੱਕੇ ਨਾਲ ਕੰਮ ਕਰਾਇਆ ਇੱਦਾਂ, ਉਹਨੂੰ ਟੀ ਵੀਜ਼ੇ ਦੀ ਆਪਸ਼ਨਸ ਅਵੇਲੇਬਲ ਹੈਗੀਆਂ। ਸੋ ਉਹ ਦੇਖਣਾ ਪੈਣਾ ਵੀ ਕਿਹੜੀ ਚੀਜ਼ ਤੁਹਾਡੇ ਲਈ ਬੈਟਰ ਆ। ਸੋ ਇਸ ਮਾਮਲੇ ਦੇ ਵਿੱਚ ਬੈਟਰ ਇਹੀ ਹੁੰਦਾ ਹੈ ਵੀ ਤੁਸੀਂ ਕਿਸੇ ਚੰਗੇ ਇਮੀਗ੍ਰੇਸ਼ਨ ਵਕੀਲ ਦੇ ਨਾਲ ਜਿਹੜਾ ਉਹ ਤੁਸੀਂ ਸਲਾਹ ਲਓ। ਕਈ ਵਾਰੀ ਆਪਾਂ ਬੰਦੇ ਨਾ ਡਾਲਰ ਬਚਾਉਣ ਦੀ ਖਾਤਰ ਇੱਧਰੋਂ ਉੱਧਰੋਂ ਆਪਾਂ ਸਲਾਹ ਲੈਂਦੇ, ਕਦੀ ਮੇਰੇ ਵਰਗੇ ਤੋਂ ਪੁੱਛ ਲੈਂਦੇ ਆ, ਕਦੀ ਕਿਸੇ ਵਰਗੇ ਤੋਂ। ਸੋ ਬੈਟਰ ਆ ਵੀ ਜਗਵੀਰ ਟਿਰਕੀਆਣਾ ਵਰਗਿਆਂ ਤੋਂ ਜਿਹੜਾ ਪੁੱਛੋ, ਤੁਸੀਂ ਅਟਰਨੀ ਤੋਂ ਪੁੱਛੋ, ਤਾਂ ਜੋ ਤੁਹਾਨੂੰ ਅਸਲ ਦੇ ਵਿੱਚ ਜਿਹੜੀ ਉਹ ਤੁਹਾਨੂੰ ਸਹੀ ਸਲਾਹ ਜਿਹੜੀ ਉਹ ਮਿਲ ਸਕੇ, ਕਿਉਂਕਿ ਹਾਰਡਸ਼ਿਪ ਕਈਆਂ ਦੇ ਉੱਤੇ ਜਿਹੜੀ ਉਹ ਆਉਂਦੀ ਆ। ਸੋ ਬੈਟਰ ਆ ਵੀ ਤੁਸੀਂ ਉਸ ਦਾ ਸਹੀ ਸੋਲਿਊਸ਼ਨ ਆ, ਸਹੀ ਰਾਹ ਦੇ ਉੱਤੇ ਜਿਹੜਾ ਉਹ ਤੁਸੀਂ ਪਿਆ ਜਾਵੇ। ਆਪਣੇ ਬਹੁਤ ਸਾਰੀ ਜਿਹੜੀ ਕਮਿਊਨਿਟੀ ਯੂ ਵੀਜ਼ੇ ਦੇ ਲਈ ਉਹਨਾਂ ਨੇ ਅਪਲਾਈ ਕੀਤਾ, ਆਪਾਂ ਨੂੰ ਪਤਾ ਹੀ ਆ ਵੀ ਕਿੰਨੀਆਂ ਕਾਲਸ ਵੀ ਆਪਾਂ ਉਸ ਦੇ ਬਾਰੇ ਆਉਂਦੀਆਂ ਆ। ਸੋ ਹੋਰ ਇਸ ਦੇ ਵਿੱਚ ਕੀ ਜਾਣਕਾਰੀ ਤੁਸੀਂ ਇਸ ਦੇ ਵਿੱਚ ਐਡ ਕਰਨਾ ਚਾਹੁੰਦੇ ਆ ਵੀ ਜੇ ਕਿਸੇ ਨੂੰ ਯੂ ਵੀਜ਼ਾ ਮਿਲਦਾ ਹੈ, ਕੀ ਉਹਨਾਂ ਦੇ ਅੱਗੇ ਪਰਿਵਾਰ ਨੂੰ ਵੀ ਬਾਅਦ ਦੇ ਵਿੱਚ ਇੱਥੇ ਆਉਣ ਦਾ ਜਿਹੜਾ ਉਹ ਬਣ ਸਕਦਾ, ਸਬੱਬ ਬਣ ਸਕਦਾ ਹੈ? ਜੀ, ਪਹਿਲਾਂ ਤਾਂ ਇਹ ਹੈ ਕਿ ਜਿਹੜਾ ਤੁਹਾਡਾ ਜਿਹੜਾ ਯੂ ਵੀਜ਼ਾ ਐਪਲੀਕੈਂਟ ਹੈ, ਜੇ ਤਾਂ ਉਹ ਐਡਲਟ ਆ, ਤੁਹਾਡੇ ਸਪਾਊਸ ਅਤੇ ਤੁਹਾਡੇ ਜਿਹੜੇ ਬੱਚੇ ਲੈਸ ਦੈਨ 21 ਈਅਰਸ ਓਲਡ, ਉਹ ਤੁਹਾਡੇ ਨਾਲ ਯੂ ਵੀਜ਼ਾ ਲੈ ਸਕਦੇ ਨੇ, ਆਟੋਮੈਟਿਕਲੀ ਲੈ ਸਕਦੇ ਨੇ। ਠੀਕ ਹੈ। ਜੇ ਜਿਹੜਾ ਐਪਲੀਕੈਂਟ ਹੈਗਾ ਉਹ ਮਾਈਨਰ ਹੈਗਾ, 18 ਸਾਲ ਤੋਂ ਥੱਲੇ ਆ ਯੂ ਵੀਜ਼ੇ ਵਾਲਾ, ਉਹ ਆਪਣੇ ਪੇਰੈਂਟਸ ਨੂੰ ਵੀ ਕਰ ਸਕਦਾ, ਅਤੇ ਨਾਲੋਂ ਨਾਲ ਆਪਣੇ ਸਿਬਲਿੰਗਸ ਜਿਹੜੇ ਹੈਗੇ ਮਾਈਨਰ, ਉਹਨਾਂ ਨੂੰ ਵੀ ਕਰ ਸਕਦਾ ਹੈਗਾ। ਮਾਈਨਰ ਹੋਣੇ ਚਾਹੀਦੇ ਸਿਬਲਿੰਗਸ, ਹਾਂਜੀ। ਠੀਕ। ਐਡਲਟ ਵਾਲਾ ਆਪਣੇ ਸਿਬਲਿੰਗ ਨੂੰ ਨਹੀਂ ਕਰ ਸਕਦਾ, ਮਾਈਨਰ ਆਪਣੇ ਸਿਬਲਿੰਗ ਨੂੰ ਕਰ ਸਕਦਾ, ਇਹ ਮੋਟਾ ਫਰਕ। ਠੀਕ ਹੈ। ਅਤੇ ਕੀ ਪ੍ਰੋਸੈਸ ਹੈਗਾ ਪੂਰਾ ਜਿਹੜਾ ਇਹ ਯੂ ਵੀਜ਼ੇ ਦੀ ਜਿਹੜੀ ਪਟੀਸ਼ਨ ਆ ਉਸ ਨੂੰ ਕਰਨ ਦੇ ਲਈ? 918B ਸਰਟੀਫਿਕੇਸ਼ਨ ਇੱਕ ਲੈਣੀ ਹੁੰਦੀ ਹੈ, ਸਪਲੀਮੈਂਟ B ਸਰਟੀਫਿਕੇਸ਼ਨ ਕਹਿੰਦੇ ਨੇ ਇਹਨੂੰ। ਫਾਰਮ ਜਿਹੜਾ ਇਹਦਾ ਭਰਨਾ ਹੁੰਦਾ ਉਹ ਹੈਗਾ 918 ਜੀ। ਅਤੇ ਸਪਲੀਮੈਂਟ B ਪਹਿਲਾਂ ਤੁਸੀਂ ਭਰਾਉਂਦੇ ਹੋ ਜਾ ਕੇ ਲਾਅ ਇਨਫੋਰਸਮੈਂਟ ਤੋਂ, ਡਿਪਾਰਟਮੈਂਟ ਆਫ ਲੇਬਰ ਤੋਂ, ਜਿਹੜੀ ਵੀ ਏਜੰਸੀ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ। ਸਭ ਤੋਂ ਪਹਿਲਾ ਸਟੈਪ ਹੈ ਕਿ ਤੁਸੀਂ ਉਹ ਸਰਟੀਫਿਕੇਸ਼ਨ ਲੈਂਦੇ ਹੋ, ਮਹੀਨੇ 2 ਮਹੀਨੇ ਲੱਗਦੇ ਨੇ, ਤੁਹਾਨੂੰ ਸਰਟੀਫਿਕੇਸ਼ਨ ਮਿਲ ਜਾਂਦੀ ਹੈ। ਉਹ 'ਚ ਲਿਖਿਆ ਹੁੰਦਾ ਉਹਨਾਂ ਨੇ ਕਿ ਬੰਦੇ ਨੇ ਕੋਆਪਰੇਟ ਕੀਤਾ ਕਿ ਨਹੀਂ ਕੀਤਾ। ਜਦੋਂ ਤੁਹਾਡੇ ਕੋਲ ਇਹ ਸਰਟੀਫਿਕੇਸ਼ਨ ਆ ਜਾਂਦੀ ਹੈ ਅਤੇ ਫਿਰ ਤੁਸੀਂ ਯੂ ਵੀਜ਼ੇ ਦੀ ਪਟੀਸ਼ਨ ਇਮੀਗ੍ਰੇਸ਼ਨ ਨੂੰ ਫਾਈਲ ਕਰਦੇ ਹੋ, ਨਾਲ ਆਪਣੀ ਸਟੇਟਮੈਂਟ ਜਾਂ ਐਫੀਡੇਵਿਟ ਲਗਾ ਕੇ ਕਿ ਕੀ ਤੁਸੀਂ ਕੋਆਪਰੇਸ਼ਨ ਕੀਤੀ ਹੈ। ਜੀ। ਇਹ ਸਰਟੀਫਾਈ ਕੌਣ ਕਰਦਾ, ਕਿਹਦੇ ਕੋਲ ਅਥਾਰਟੀਜ਼ ਹੈ? ਇਹ ਐਕਚੁਅਲੀ ਮੁੱਖ ਤੌਰ 'ਤੇ ਤਾਂ ਪੁਲਿਸ ਸਰਟੀਫਾਈ ਕਰਦੀ ਹੈ, ਪਰ ਇਹ ਦੱਸਦੀ ਹੈ ਕਿ ਇਸ ਤੋਂ ਇਲਾਵਾ ਹੋਰ ਬੜੀਆਂ ਸਾਰੀਆਂ ਆਪਸ਼ਨਾਂ ਹੈ। ਕਿਉਂਕਿ ਜੇ ਹੁਣ ਤੁਸੀਂ ਪਹਿਲਾਂ ਪੁਲਿਸ ਦੀ ਕੰਪਲੇਂਟ ਨਹੀਂ ਕੀਤੀ ਸੀ, ਸਭ ਤੋਂ ਕਾਮਨ ਇਨਕੁਆਇਰੀ ਹੁੰਦੀ ਹੈ ਕਿ ਜੇ ਪੁਲਿਸ ਨੂੰ ਕਈ ਵਾਰੀ ਨਹੀਂ ਕੀਤਾ, ਡੋਮੈਸਟਿਕ ਵਾਇਲੈਂਸ ਦੇ ਜਿਹੜੇ ਕੇਸਿਸ ਹੈ, ਕਈ ਵਾਰੀ ਬੰਦਾ ਦੱਬ ਕੇ ਰਹਿੰਦਾ ਹੈ ਕਿ ਨਹੀਂ ਦੱਸਦਾ, ਅਤੇ ਉਸ ਤੋਂ ਬਾਅਦ ਜਦੋਂ ਚੀਜ਼ ਸਾਹਮਣੇ ਆਉਂਦੀ ਹੈ, ਹੁਣ ਤੁਸੀਂ ਆਲਰੇਡੀ ਘਰੋਂ ਬਾਹਰ ਰਹਿ ਰਹੇ ਹੋ, ਤੁਸੀਂ ਮਤਲਬ ਹੁਣ ਪੁਲਿਸ ਕਾਲ ਨਹੀਂ ਕਰ ਸਕਦੇ, ਰਾਈਟ। ਤੁਹਾਡੇ ਕੋਲ ਹੁਣ ਕੀ ਫਿਰ ਆਪਸ਼ਨ ਹੁੰਦੀ ਹੈ ਕਿ ਤੁਸੀਂ ਫੈਮਿਲੀ ਕੋਰਟ 'ਚ ਜਾ ਸਕਦੇ ਹੋ, ਉੱਥੇ ਤੁਸੀਂ ਰਿਸਟ੍ਰੇਨਿੰਗ ਆਰਡਰ ਵਗੈਰਾ ਫਾਈਲ ਕਰ ਸਕਦੇ ਹੋ, ਅਤੇ ਜਿਹੜਾ ਫੈਮਿਲੀ ਕੋਰਟ ਦਾ ਜੱਜ ਹੈਗਾ ਜਾਂ ਡਿਸਟ੍ਰਿਕਟ ਅਟਰਨੀ ਹੈਗਾ ਈਵਨ, ਤੁਸੀਂ ਉੱਥੋਂ ਯੂ ਵੀਜ਼ੇ ਦੀ ਸਰਟੀਫਿਕੇਸ਼ਨ ਲੈ ਸਕਦੇ ਹੋ। ਕਹਿਣ ਦਾ ਮਤਲਬ ਹੈ ਕਿ ਜੇ ਕੋਈ ਐਕਟਿਵ ਕ੍ਰਾਈਮ ਹੈਗਾ, ਤੁਸੀਂ ਪੁਲਿਸ ਨੂੰ ਕਾਲ ਕਰੋ, ਉਹ ਸਭ ਤੋਂ ਜ਼ਿਆਦਾ ਬੈਸਟ ਹੈਗੀ। ਜੇ ਉਹ ਕ੍ਰਾਈਮ ਪਿੱਛੇ ਲੰਘ ਗਿਆ, ਤੁਸੀਂ ਉਦੋਂ ਕਾਲ ਨਹੀਂ ਕੀਤੀ ਸੀਗੀ, ਅਤੇ ਜਿਹੜੇ ਇਹ ਇਨਵੈਸਟੀਗੇਟਿਵ ਏਜੰਸੀਜ਼ ਹੈਗੀਆਂ, ਜੇ ਤੁਸੀਂ ਫੈਮਿਲੀ ਕੋਰਟ 'ਚੋਂ ਜੇ ਤੁਹਾਡੇ ਨਾਲ ਕੋਈ ਪ੍ਰੋਸੀਕਿਊਟਰ ਤੁਹਾਡੀ ਹੈਲਪ ਕਰ ਰਿਹਾ ਤੁਹਾਡਾ ਕੇਸ ਅੱਗੇ ਫਾਰਵਰਡ ਕਰਨ ਲਈ, ਤੁਸੀਂ ਉਹਨਾਂ ਕੋਲ ਵੀ ਸਾਈਨ ਕਰਾ ਸਕਦੇ ਹੋ। ਅਤੇ ਇਸ ਤੋਂ ਇਲਾਵਾ ਹੋਰ ਜੇ ਤੁਹਾਡੇ ਨਾਲ ਕੋਈ ਇੰਪਲੋਇਮੈਂਟ ਦਾ ਕ੍ਰਾਈਮ ਹੋਇਆ, ਤੁਸੀਂ ਡਿਪਾਰਟਮੈਂਟ ਆਫ ਲੇਬਰ ਨੂੰ ਇਨਵੋਲਵ ਕੀਤਾ ਹੋਇਆ, ਉੱਥੇ ਕੰਪਲੇਂਟ ਕੀਤੀ ਹੈ, ਡਿਪਾਰਟਮੈਂਟ ਆਫ ਲੇਬਰ, ਹੋਰ ਜਿਹੜੀਆਂ ਵੀ ਕਿ ਜੇ ਕੋਈ ਇਨਵਾਇਰਮੈਂਟ ਦਾ ਕ੍ਰਾਈਮ ਹੈ, ਕੁਛ ਵੀ ਹੈ, ਤੁਸੀਂ ਜਿਹੜੀ ਏਜੰਸੀ ਰੈਲੇਵੈਂਟ ਏਜੰਸੀ ਹੈਗੀ ਆ, ਉਹਨੂੰ ਤੁਸੀਂ ਉਹਨਾਂ ਕੋਲ ਹੈਲਪ ਲੈ ਸਕਦੇ ਹੋ ਸਰਟੀਫਿਕੇਸ਼ਨ ਦੀ। ਜੀ। ਜਦੋਂ ਆਪਾਂ ਕ੍ਰਾਈਮ ਦੀ ਗੱਲ ਕਰਦੇ ਹਾਂ ਜਗਵੀਰ ਜੀ, ਜ਼ਿਆਦਾਤਰ ਲੋਕਾਂ ਨੂੰ ਹੁੰਦਾ ਵੀ ਕੁੱਟਮਾਰ ਹੋਈ ਹੋਵੇ ਜਾਂ ਘਸੁੰਨ ਮੁੱਕੀ ਹੋਈ ਹੁੰਦੀ ਹੈ, ਜਿੱਦਾਂ ਤੁਸੀਂ ਕਿਹਾ ਵੀ ਇੰਪਲੋਇਮੈਂਟ ਵਾਲਾ ਕ੍ਰਾਈਮ। ਸੋ ਉਹਨੂੰ ਥੋੜ੍ਹਾ ਜਿਹਾ ਡਿਫਾਈਨ ਕਰੋ ਵੀ ਉਹ ਯੂ ਵੀਜ਼ੇ ਦੇ ਅੰਡਰ ਕਿੱਦਾਂ ਹੁੰਦਾ ਹੈ? ਸਭ ਤੋਂ ਜ਼ਿਆਦਾ ਦੇਖੋ, ਇੱਕ ਤਾਂ ਸਾਡਾ ਹੋ ਗਿਆ ਕਿ ਆਹੀ ਸੈਕਸ਼ੁਅਲ ਹਰਾਸਮੈਂਟ ਜਾਂ ਕੁੱਟਮਾਰ ਜਾਂ ਵਾਇਲੈਂਸ ਹੋ ਗਿਆ, ਜ਼ਿਆਦਾ ਆਵਰਸ ਕੰਮ ਕਰਾਏ, ਪੈਸੇ ਨਹੀਂ ਦਿੱਤੇ, ਇਹ ਸਾਰੇ ਯੂ ਵੀਜ਼ੇ ਦੇ ਅੰਡਰ ਆ ਸਕਦੇ ਨੇ। ਯੂ ਵੀਜ਼ੇ ਦੇ ਵੀ, ਟੀ ਵੀਜ਼ੇ ਦੇ ਅੰਡਰ ਵੀ ਆਉਣ ਦੀ ਪੋਸੀਬਿਲਿਟੀ ਹੋ ਸਕਦੀ ਹੈ। ਓਕੇ। ਡਿਪੈਂਡ ਔਨ ਫੈਕਟਸ, ਹੈ ਨਾ, ਫੈਕਟਸ ਕੀ ਆ। ਅਤੇ ਇਸ ਤੋਂ ਇਲਾਵਾ ਹਾਂਜੀ, ਅਤੇ ਜਿਹੜਾ ਹੀ ਡਿਸਕ੍ਰਿਮੀਨੇਸ਼ਨ ਹੋ ਗਿਆ ਸਾਡਾ ਇਮੀਗ੍ਰੇਸ਼ਨ ਦੇ ਬੇਸਿਸ 'ਤੇ ਅਤੇ ਰੇਸ ਦੇ ਬੇਸਿਸ 'ਤੇ। ਜੇ ਕੋਈ ਇੱਦਾਂ ਦੀ ਸਿਚੁਏਸ਼ਨ 'ਚ ਫਸਿਆ ਹੋਇਆ ਕਿ ਉਹਨੂੰ ਬੜਾ ਜ਼ਿਆਦਾ ਅਬਿਊਜ਼ ਕੀਤਾ ਗਿਆ, ਅਤੇ ਉਹ ਡਿਪਾਰਟਮੈਂਟ ਆਫ ਲੇਬਰ ਨੂੰ ਇਨਵੋਲਵ ਕਰਕੇ ਵੀ ਯੂ ਵੀਜ਼ਾ ਫਾਈਲ ਕਰ ਸਕਦਾ। ਜੀ। ਜਦੋਂ ਕਹਿੰਦੇ ਵੀ ਤੁਸੀਂ ਮਦਦ ਕੀਤੀ ਆ ਏਜੰਸੀਆਂ ਦੀ ਜਾਂ ਪੁਲਿਸ ਅਧਿਕਾਰੀਆਂ ਦੀ, ਜਾਂ ਮਤਲਬ ਏਜੰਸੀਆਂ ਨੂੰ ਮਦਦ ਕੀਤੀ ਹੈ ਕ੍ਰਾਈਮ ਦੇ ਖਿਲਾਫ, ਉਹ ਕੀ ਉਹਦੇ ਵਿੱਚ ਚੀਜ਼ਾਂ ਆਉਂਦੀਆਂ ਤੁਹਾਡੇ ਵੱਲੋਂ? ਕੀ ਹੋਣਾ ਚਾਹੀਦਾ ਹੈ ਵੀ ਉਹ ਮੇਕ ਸ਼ੋਰ ਉਹ ਕਰਦੇ ਆ ਵੀ ਫਿਰ ਸਰਟੀਫਾਈ ਕਰਦੇ ਆ ਵੀ ਹਾਂ ਭਾਈ ਇਹਨੇ ਐਕਚੁਅਲ 'ਚ ਮਦਦ ਕੀਤੀ ਆ? ਅਸੀਂ ਜੀ ਪਹਿਲਾਂ ਕੇਸਿਸ ਦੇਖਦੇ ਸੀਗੇ ਕਿ ਤੁਹਾਡੇ ਨਾਲ ਕ੍ਰਾਈਮ ਹੋਇਆ ਹੀ ਹੈ, ਤੁਸੀਂ ਪੁਲਿਸ ਕੋਲ ਜਾਂਦੇ ਸੀਗੇ, ਤੁਹਾਨੂੰ ਯੂ ਵੀਜ਼ਾ ਸਰਟੀਫਿਕੇਸ਼ਨ ਦੇ ਦਿੰਦੇ ਸੀਗੇ ਰਾਈਟ ਵੇ। ਠੀਕ ਹੈ। ਕਿ ਇੰਨਾ ਹੋਇਆ ਹੈ, ਬੰਦੇ ਨੇ ਕੋਆਪਰੇਟ ਕੀਤਾ ਹੈ, ਕੰਪਲੇਂਟ ਲਿਖਾਈ ਹੈ। ਫਿਰ ਬਾਅਦ 'ਚ ਕੀ ਹੋਇਆ ਕਿ ਕਾਫੀ ਸਾਰੇ ਲੋਕਾਂ ਨੇ ਕੰਪਲੇਂਟ ਲਿਖਾਤੀ, ਯੂ ਵੀਜ਼ਾ ਫਾਈਲ ਕਰਤਾ, ਪਰ ਬਾਅਦ 'ਚ ਅੱਗੇ ਜਾ ਕੇ ਜਦੋਂ ਕੋਰਟ ਦੇ ਵਿੱਚ ਵਿਟਨੈਸ ਬਣਦੀ, ਉਹਨਾਂ ਨੇ ਸਹੀ ਤਰ੍ਹਾਂ ਕੋਆਪਰੇਟ ਨਹੀਂ ਕੀਤਾ ਡਿਸਟ੍ਰਿਕਟ ਅਟਰਨੀ ਨਾਲ। ਓਕੇ।
ਹੁਣ ਆਪਾਂ ਕੀ ਦੇਖ ਰਹੇ ਹਾਂ ਕਿ ਇੱਕ ਟ੍ਰੈਂਡ ਚੇਂਜ ਹੋ ਰਿਹਾ ਕਿ ਕਾਫੀ ਸਾਰੇ ਜਿਹੜੀ ਏਜੰਸੀਜ਼ ਹੈਗੀਆਂ ਉਹ ਕਹਿੰਦੀਆਂ ਕਿ ਜਦ ਤੱਕ ਕੇਸ ਫਾਈਨਲਾਈਜ਼ ਨਹੀਂ ਹੁੰਦਾ ਤਦ ਤੱਕ ਆਪਾਂ ਤੁਹਾਨੂੰ ਸਰਟੀਫਿਕੇਸ਼ਨ ਨਹੀਂ ਦਵਾਂਗੇ ਸਰਟਨ ਕੇਸਿਸ ਦੇ ਵਿੱਚ। ਠੀਕ ਹੈ। ਹੁਣ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਪੂਰਾ ਉਹਨਾਂ ਨਾਲ ਫੁੱਲ ਕੋਆਪਰੇਟ ਕਰਨਾ ਹੈ, ਜਿੱਥੇ ਉਹ ਤੁਹਾਨੂੰ ਕਹਿੰਦੇ ਨੇ ਸਰਕਾਰੀ ਅਟਰਨੀ ਜੋ ਤੁਹਾਨੂੰ ਮੰਗਦਾ ਤੁਸੀਂ ਉਹਨੂੰ ਪੂਰਾ ਦੇਣਾ ਹੈ। ਹੂੰ। ਜਿੱਦਾਂ ਜਿੱਦਾਂ ਉਹਨਾਂ ਨੇ ਕੇਸ ਬਣਾਉਣਾ, ਆ ਕੇ ਜੇ ਗਵਾਹੀ ਦੇਣ ਨੂੰ ਕਹਿੰਦੇ ਤੁਹਾਨੂੰ ਜਾ ਕੇ ਗਵਾਹੀ ਦੇਣੀ ਪਊਗੀ, ਜੇ ਤੁਹਾਨੂੰ ਰਿਟਨ ਸਟੇਟਮੈਂਟ ਦੇਣ ਨੂੰ ਕਹਿੰਦੇ ਤੁਹਾਨੂੰ ਰਿਟਨ ਦੇਣੀ ਪੈਣੀ ਹੈ। ਜੀ। ਮਿਨੀਮਮ ਐਟਲੀਸਟ ਤੁਹਾਨੂੰ ਇੱਕ ਕੰਪਲੇਂਟ ਕਰਨੀ ਪੈਣੀ ਹੈ, ਫਿਰ ਉਸ ਤੋਂ ਬਾਅਦ ਅੱਗੇ ਜੋ ਵੀ ਉਹ ਚਾਹੁੰਦੇ ਆ ਉਹ ਕਰਨਾ ਪੈਣਾ। ਜੀ ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਆਲਰੇਡੀ ਦੱਸ ਹੀ ਦਿੱਤਾ ਵੀ ਜਿਹੜੀਆਂ ਕਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼ ਜਿਹੜੀਆਂ ਹੈਗੀਆਂ, ਜੇ ਤੁਸੀਂ ਇੱਕ ਵਾਰੀ ਫਿਰ ਦੱਸ ਦਿਓ ਵੀ ਯੂਵੀਜ਼ ਦੇ ਅੰਡਰ ਕਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼ ਉਹ ਇਸ ਅੰਬਰੇਲਾ ਦੇ ਅੰਡਰ ਹੁੰਦੀਆਂ। ਜੀ, ਇਹਦੇ ਵਿੱਚ ਜੀ ਰੇਪ, ਸੈਕਸ਼ੂਅਲ ਅਸੌਲਟ ਹੋ ਗਿਆ, ਜਿਹੜਾ ਅਨਲੌਫੁਲ ਕ੍ਰਿਮੀਨਲ ਰਿਸਟ੍ਰੇਂਟ, ਕਿਸੇ ਨੂੰ ਫੜ ਕੇ ਰੱਖਿਆ ਬਾਹਰ ਨਹੀਂ ਜਾਣ ਦਿੱਤਾ, ਫਾਲਸ ਇੰਪ੍ਰਿਜ਼ਨਮੈਂਟ ਕਿ ਕਿਸੇ ਦੀ ਮੂਵਮੈਂਟ ਰੋਕਣੀ ਕਿਸੇ ਵੀ ਪਾਸੇ, ਮਤਲਬ ਕਿ ਤੂੰ ਇੱਧਰ ਨਹੀਂ ਜਾ ਸਕਦਾ, ਇੱਧਰ ਅੰਦਰ ਨਹੀਂ ਜਾ ਸਕਦਾ, ਆਪਣੇ ਘਰ ਨਹੀਂ ਆ ਸਕਦਾ, ਆਪਣੇ ਬਿਜ਼ਨਸ 'ਚ ਨਹੀਂ ਜਾ ਸਕਦਾ। ਬਲੈਕਮੇਲ, ਕਿਸੇ ਕੋ ਸਲੇਵਰੀ ਕਰਾਈ, ਪੈਸੇ ਨਹੀਂ ਦਿੱਤੇ, ਅਤੇ ਡੋਮੈਸਟਿਕ ਵਾਇਲੈਂਸ, ਕਿਡਨੈਪਿੰਗ, ਅਬਡਕਸ਼ਨ, ਪ੍ਰੋਸਟੀਟਿਊਸ਼ਨ, ਫੋਰਸ ਪ੍ਰੋਸਟੀਟਿਊਸ਼ਨ, ਇਹ ਸਾਰੇ ਕ੍ਰਾਈਮ ਇਹਦੇ ਵਿੱਚ ਆਉਂਦੇ ਆ। ਜੀ। ਅਤੇ ਤੁਸੀਂ ਇੱਕ ਹੋਰ ਇਹਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਵਾਵਾ ਦੀ, ਸੋ ਜੇ ਤੁਸੀਂ ਉਸ ਦੇ ਬਾਰੇ ਦੱਸਣਾ ਹੈ ਜਾਂ ਆਪਾਂ ਕਿਸੇ ਹੋਰ ਦਿਨ ਇਸ ਨੂੰ ਨੈਕਸਟ ਟਾਈਮ ਆਪਾਂ ਡਿਸਕਸ ਕਰੀਏ। ਜੀ, ਥੋੜ੍ਹਾ ਜਿਹਾ ਲੰਬਾ ਹੋ ਜਾਣਾ ਟੌਪਿਕ, ਆਪਾਂ ਵਾਵਾ ਦਾ ਨੈਕਸਟ ਟਾਈਮ ਡਿਸਕਸ ਕਰ ਸਕਦੇ ਹਾਂ। ਚਲੋ ਠੀਕ ਹੈ। ਸੋ ਅੱਜ ਦੇ ਜਿਹੜੇ ਟੌਪਿਕ ਦੇ ਵਿੱਚ ਇਹ ਜਿਹੜੀ ਕੰਡੀਸ਼ਨਲ ਕਿਸੇ ਨੂੰ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ ਜੇ ਉਹਨਾਂ ਦੇ ਨਾਲ ਕਿਸੇ ਤਰੀਕੇ ਦਾ ਕੋਈ ਕ੍ਰਿਮੀਨਲ ਐਕਟੀਵਿਟੀ ਹੋਈ ਆ, ਉਹਨਾਂ ਨੂੰ ਦੱਬ ਕੇ ਰੱਖਿਆ ਗਿਆ ਆ ਜਾਂ ਉਹਨਾਂ ਨੂੰ ਫੋਰਸਫੁਲੀ ਲੇਬਰ ਜਿਹੜੀ ਆ ਉਹ ਕਰਾਈ ਗਈ ਆ, ਸੋ ਉਸ ਦੀ ਜਿਹੜੀਆਂ ਆਪਾਂ ਕੈਟੇਗਰੀਜ਼ ਜਿਹੜੀਆਂ ਡਿਸਕਸ ਕੀਤੀਆਂ ਵੀ ਉਹਨਾਂ ਦੇ ਕੋਲ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਕੀ ਕੀ ਜਿਹੜੀਆਂ ਸੁਵਿਧਾਵਾਂ ਨੇ, ਕੀ ਕੀ ਜਿਹੜੀਆਂ ਆ ਉਹ ਤੁਸੀਂ ਫਾਈਲ ਕਰ ਸਕਦੇ, ਜਿਹਦੇ ਵਿੱਚ ਇਹਨਾਂ ਨੇ ਯੂ ਵੀਜ਼ਾ, ਟੀ ਵੀਜ਼ਾ ਅਤੇ ਵਾਵਾ ਦੀ ਗੱਲ ਕੀਤੀ ਆ। ਅੱਜ ਆਪਾਂ ਯੂ ਅਤੇ ਟੀ ਵੀਜ਼ੇ ਦੇ ਬਾਰੇ ਜਿਹੜਾ ਡਿਸਕਸ਼ਨ ਆ ਉਹ ਕੀਤੀ ਆ, ਅਤੇ ਵਾਵਾ ਦੇ ਬਾਰੇ ਜਿਹੜੀ ਆਪਾਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਜਿਹੜੀ ਆਪਾਂ ਡਿਸਕਸ਼ਨ ਆ ਉਸ ਨੂੰ ਉਹ ਕਰਾਂਗੇ। ਅਤੇ ਜ਼ਰੂਰ ਆਪੋ ਆਪਣੇ ਤੁਸੀਂ ਦੋਸਤਾਂ ਮਿੱਤਰਾਂ ਨੂੰ ਜਿਹੜੇ ਜਿਹੜੇ ਇਸ ਦੇ ਅੰਡਰ ਆ ਸਕਦੇ ਨੇ, ਉਸ ਕੈਟੇਗਰੀ ਦੇ ਵਿੱਚ ਇਹ ਹੋ ਸਕਦੇ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਆ, ਉਹਨਾਂ ਨੂੰ ਜ਼ਰੂਰ ਕਰੋ। ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਅੱਜ ਦਾ ਜਿਹੜਾ ਇਹ 22 ਅਗਸਤ ਵਾਲਾ ਜਿਹੜਾ ਪ੍ਰੋਗਰਾਮ ਆ ਫਿਰ ਤੁਸੀਂ ਜਾ ਕੇ ਦੁਬਾਰਾ ਸੁਣ ਸਕਦੇ ਹੋ, ਜਿਸ ਦੇ ਵਿੱਚ ਯੂ ਵੀਜ਼ਾ ਅਤੇ ਟੀ ਵੀਜ਼ਾ ਬਾਰੇ ਜਿਹੜੀ ਜਾਣਕਾਰੀ ਆ, ਤਾਂ ਜੋ ਜੇ ਕਿਸੇ ਨੂੰ ਲੱਗਦਾ ਆ ਵੀ ਉਹ ਇਸ ਦੇ ਅੰਡਰ ਆਉਂਦੇ ਨੇ ਤਾਂ ਉਹ ਤੁਸੀਂ ਜ਼ਰੂਰ ਸੰਪਰਕ ਕਰੋ ਜਿਹੜੇ ਅਟਾਰਨੀ ਜਗਵੀਰ ਟਿਰਕੀਆਣਾ ਉਹਨਾਂ ਨੂੰ, ਅਤੇ ਤੁਸੀਂ ਜਿਹੜਾ ਜ਼ਰੂਰ ਆਪਣਾ ਕੇਸ ਜਿਹੜਾ ਉਸ ਨੂੰ ਮਜ਼ਬੂਤ ਕਰ ਸਕਦੇ ਹੋ। ਇਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ ਫ਼ੋਨ ਨੰਬਰ ਆ 4159090503 4159090503 ਦੇ ਉੱਤੇ ਜਿਹੜਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਫੇਸਬੁੱਕ, YouTube ਦੇ ਉੱਤੇ ਜਾ ਕੇ ਜਿਹੜਾ ਤੁਸੀਂ ਜ਼ਰੂਰ ਪੰਜਾਬੀ ਰੇਡੀਓ USA ਦੇ ਪੇਜ ਨੂੰ ਅਤੇ ਚੈਨਲ ਨੂੰ ਜਿਹੜਾ ਲਾਈਕ ਕਰੋ, YouTube ਦੇ ਨੂੰ ਸਬਸਕ੍ਰਾਈਬ ਕਰੋ, ਅਤੇ ਇੱਦਾਂ ਦੀ ਇੰਪੋਰਟੈਂਟ ਜਾਣਕਾਰੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਆ ਉਹ ਆਪਾਂ ਡਿਸਕਸ ਜਿਹੜੀ ਆ ਉਹ ਕਰਦੇ ਰਹਾਂਗੇ। ਅਤੇ ਉੱਦਾਂ ਵੈਸੇ ਆਪਾਂ ਬਿਫੋਰ ਆਪਾਂ ਆਪਣੇ ਸਰੋਤਿਆਂ ਦੀਆਂ ਕਾਲਾਂ ਲੈਣੀਆਂ ਸ਼ੁਰੂ ਕਰੀਏ, ਇਮੀਗ੍ਰੇਸ਼ਨ ਦਾ ਓਵਰਆਲ ਕੀ ਮਾਹੌਲ ਜਿਹੜਾ ਇਸ ਟਾਈਮ ਅੱਜ ਦੇ ਦਿਨ ਦੇ ਵਿੱਚ ਜਿਹੜਾ ਉਹ ਚੱਲ ਰਿਹਾ, ਕੀ ਸਥਿਤੀ ਜਿਹੜੀ ਨਜ਼ਰ ਆ ਰਹੀ ਹੈ? ਕਾਫੀ ਕੁਛ ਬੰਦ ਜਿਹੜਾ ਅਜੇ ਤੱਕ ਪਿਆ ਐਕਚੁਅਲੀ ਜਿਹੜੇ ਆਪਾਂ ਕੇਸ ਫਾਈਲ ਕਰ ਰਹੇ ਹਾਂ H1B ਜਾਂ ਹੋਰ ਸਾਰੇ, ਆਪਾਂ ਇਹ ਦੇਖ ਰਹੇ ਹਾਂ ਕਿ ਕੇਸ ਸਾਰੇ ਅਪਰੂਵ ਹੋ ਰਹੇ ਨੇ। ਹੁਣ ਮੈਨੂੰ ਨਹੀਂ ਪਤਾ ਕਿਉਂ ਹੋ ਰਹੇ ਨੇ, ਕਈ ਜਿੱਦਾਂ ਸੀਗੇ ਕਿ ਕੁਐਸਚਨ ਹੋਣੇ ਚਾਹੀਦੇ ਸੀ, ਨਹੀਂ ਹੋ ਰਹੇ। ਆਈ ਥਿੰਕ ਇੱਕ ਰੀਜ਼ਨ ਇਹ ਵੀ ਹੈ ਕਿ ਇਮੀਗ੍ਰੇਸ਼ਨ ਕੋ ਫੰਡਿੰਗ ਦੀ ਬੜੀ ਸ਼ਾਰਟੇਜ ਹੈ ਹੁਣ, ਉਹ ਥੋੜ੍ਹੇ ਜਿਹੇ ਲੀਨੀਅੰਟ ਹੋ ਗਏ ਆ ਕਿ ਉਹਨਾਂ ਨੂੰ ਪਤਾ ਕਿ ਹੁਣ ਪੈਸੇ ਵੀ ਚਾਹੀਦੇ ਆ, ਕੇਸ ਅਪਰੂਵ ਹੋ ਰਹੇ ਨੇ, ਬੜੀ ਛੇਤੀ ਅਪਰੂਵ ਹੋ ਰਹੇ ਨੇ। ਨਾਲੇ ਐਨੀਵੇਜ਼ ਉਹਨਾਂ ਦੇ ਕੋਲ ਇਨਵੈਸਟੀਗੇਸ਼ਨ ਦੇ ਲਈ ਜ਼ਿਆਦਾ ਫਿਰ ਡਾਲਰ ਵੀ ਨਹੀਂ ਹੈਗੇ। ਅਤੇ ਬਾਕੀ ਹੁਣ ਉਹਨਾਂ ਦਾ ਜਿਹੜਾ ਤਣਾਅ ਉਹਨਾਂ 'ਤੇ ਬਣਿਆ ਹੋਇਆ ਕਿ ਫਰਲੋ ਉਹਨਾਂ ਦੇ ਹੋਊਗੇ ਕਿ ਨਹੀਂ ਹੋਊਗੇ, ਥੋੜ੍ਹੇ ਦਿਨਾਂ 'ਚ ਪਤਾ ਲੱਗ ਜਾਣਾ। ਹਾਂਜੀ, ਬਾਰਡਰ ਵਾਲੀ ਸਿਚੁਏਸ਼ਨ ਸਾਡੀ ਉੱਦਾਂ ਦੀ ਉੱਦਾਂ ਹੀ ਅਨਪ੍ਰੈਡਿਕਟੇਬਲ ਆ। ਕਈ ਕੰਟਰੀ ਜਿਹੜੇ ਜਿੱਦਾਂ ਅਬੂ ਧਾਬੀ, ਚਾਈਨਾ, ਇੱਥੇ ਦੇਖਿਆ ਕਿ ਕੌਂਸੂਲੇਟ ਖੁੱਲ੍ਹ ਗਏ ਨੇ, ਕਈ ਸਾਡੇ ਕਲਾਇੰਟਸ ਨੇ ਵੀਜ਼ੇ ਵੀ ਲਏ ਨੇ, ਇੰਟਰਵਿਊ ਕੀਤੀਆਂ। ਇੰਡੀਆ ਤੋਂ ਖਬਰ ਆ ਰਹੀ ਹੈ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਹੁਣ ਛੇਤੀ ਖੋਲ੍ਹ ਦਿੱਤੇ ਜਾਣਗੇ। ਪਰ ਇਹ ਦੱਸ ਦਈਏ ਕਿ ਇਹ ਨਹੀਂ ਕਿ ਸਾਰੇ ਵੀਜ਼ੇ ਤੁਹਾਨੂੰ ਮਿਲ ਜਾਣੇ। ਜਿਹੜੇ ਪਹਿਲੀ ਉਹਨਾਂ ਦੀ ਪਹਿਲ ਜਿਹੜੇ ਕਿ US ਸਿਟੀਜ਼ਨ ਨੇ ਆਪਣੇ ਸਪਾਊਸ ਨੂੰ, ਮਾਈਨਰ ਬੱਚਿਆਂ ਨੂੰ ਸਪੋਂਸਰ ਕੀਤਾ ਸੀਗਾ, ਉਹਨਾਂ ਦੇ ਕੇਸਿਸ ਹੀ ਪਹਿਲਾਂ ਉਹ ਡਿਸਾਈਡ ਕਰੂਗੇ ਜੀ। ਅਤੇ ਜਾਂ ਫਿਰ ਕੋਈ ਐਮਰਜੈਂਸੀ ਮੈਡੀਕਲ ਪਰਸਨਲ ਜਿਹੜੇ ਕਿ ਕੋਵਿਡ ਦੇ ਜਾਂ ਫਾਰਮ ਵਰਕਰ ਜਿਹੜੇ ਹੈ, ਇਹਨਾਂ ਨੇ ਸਾਨੂੰ ਜਿਹੜੇ ਦੱਸਿਆ, ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਪਹਿਲ ਦਿੱਤੀ ਜਾਊਗੀ। ਪਰ ਅਜੇ ਵੀ ਹਾਲ ਦੀ ਘੜੀ ਅਜੇ ਭਾਰਤ ਵਿੱਚ ਕੌਂਸੂਲੇਟ ਖੁੱਲ੍ਹਿਆ ਨਹੀਂ ਆ, ਅਤੇ ਜਦੋਂ ਖੁੱਲ੍ਹਣਗੇ ਤਾਂ ਉਦੋਂ ਇਹੀ ਅਨੁਮਾਨ ਇਹੀ ਆ ਵੀ ਜਿਹੜੇ US ਸਿਟੀਜ਼ਨ ਨਾਲ ਡਾਇਰੈਕਟਲੀ ਰਿਲੇਟਡ ਕੇਸਿਸ ਆ ਉਹਨਾਂ ਨੂੰ ਜਿਹੜੀ ਉਹ ਪਹਿਲ ਜਿਹੜੀ ਉਹ ਦਿੱਤੀ ਜਾਊਗੀ। ਉੱਦਾਂ ਵੈਸੇ ਦੇਖਿਆ ਗਿਆ ਵੀ ਵਿਜ਼ਟਰ ਵੀਜ਼ੇ ਵਾਲੇ ਵੀ ਇੱਥੇ ਹੁਣ ਆਉਣੇ ਸ਼ੁਰੂ ਹੋ ਗਏ ਨੇ ਫਲਾਈਟਾਂ ਦੇ ਜ਼ਰੀਏ। ਜਿਹਨਾਂ ਕੋਲ ਵੈਲਿਡ ਵੀਜ਼ਾ ਹੈ ਉਹਨਾਂ ਨੂੰ ਰੋਕ ਟੋਕ ਨਹੀਂ ਹੈਗੀ, ਉਹ ਆ ਸਕਦੇ ਨੇ। ਹੁਣ ਜਿੱਦਾਂ ਮੰਨ ਲਓ ਕਿਸੇ ਦਾ ਕੇਸ ਵਗੈਰਾ ਅਪਰੂਵਲ ਹੋਇਆ ਸੀ, ਉਹਨਾਂ ਨੂੰ ਵੀਜ਼ਾ ਜਿਹੜਾ ਉਹ ਮਿਲ ਗਿਆ ਸੀਗਾ, ਸੋ ਹੁਣ ਜੇ ਉਹਨਾਂ ਦਾ ਵੀਜ਼ਾ ਅਜੇ ਵੀ
ਐਕਸਪਾਇਰ ਨਹੀਂ ਹੋਇਆ ਤੇ ਉਹ ਫਲਾਈ ਕਰ ਸਕਦੇ ਨੇ ਕਰ ਫਿਰ। ਸਕਦੇ ਨੇ। ਕਰ ਸਕਦੇ ਨੇ। ਤੇ ਇੱਥੋਂ ਇੱਕ ਇਹ ਵੀ ਸਵਾਲ ਸੀਗਾ ਵੀ ਜਿਹੜਾ ਅਮਰੀਕਨ ਸਿਟੀਜ਼ਨ ਆ ਜੇ ਉਹ OCI ਵਾਲਾ ਇਧਰੋਂ ਜਾਣ ਦੇ ਰਹੇ ਨੇ ਉੱਥੇ ਇੰਡੀਆ ਵੱਲ ਨੂੰ ਜਾਂ ਉਸ ਤੇ ਜਾ ਬਾਰੇ ਸਕਦੇ ਨੇ। ਜਾ ਸਕਦੇ ਨੇ ਉਹ ਜਾ ਸਕਦੇ ਨੇ। ਠੀਕ ਹੈ ਜੀ। ਸੋ ਆਪਾਂ ਇੱਥੇ ਇੱਕ ਹੁਣ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਸਰੋਤਿਓ ਤੁਹਾਡੇ ਜਿਹੜੇ ਆਪਾਂ ਉਹ ਸਵਾਲ ਲਵਾਂਗੇ। ਤੇ ਸਵਾਲ ਕਰਨ ਦੇ ਲਈ ਸਟੂਡੀਓ ਦੇ ਵਿੱਚ ਨੰਬਰ ਹੈਗਾ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਅਮਰੀਕਾ ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਗਿਣਤੀ ਜ਼ਰੂਰ ਕਰਵਾਓ। ਤੁਸੀਂ ਇਹ ਮਰਦਮਸ਼ੁਮਾਰੀ ਆਨਲਾਈਨ my2020census.gov ਦੇ ਉੱਤੇ ਜਾ ਕੇ ਭਰ ਸਕਦੇ ਹੋ ਜਾਂ 8443302020 844 330 2020 ਦੇ ਉੱਤੇ ਕਾਲ ਕਰਕੇ ਵੀ ਮਰਦਮਸ਼ੁਮਾਰੀ ਭਰ ਸਕਦੇ ਹੋ ਜਾਂ ਡਾਕ ਵਿੱਚ ਆਏ ਫਾਰਮ ਨੂੰ ਭਰ ਕੇ ਵਾਪਸ ਘੱਲ ਸਕਦੇ ਹੋ। ਕੁਝ ਹੀ ਮਿੰਟਾਂ ਦੇ ਵਿੱਚ ਇਹ ਮਰਦਮਸ਼ੁਮਾਰੀ ਦੇ ਸਵਾਲ ਭਰੇ ਜਾ ਸਕਦੇ ਹਨ। ਇਸ ਮਰਦਮਸ਼ੁਮਾਰੀ ਵਿੱਚ ਮਹਿਜ 9 ਸਵਾਲ ਹਨ, ਜਿਨ੍ਹਾਂ ਦੇ ਜਵਾਬ ਗੁਪਤ ਰਹਿਣਗੇ। ਇਹਨਾਂ ਸਵਾਲਾਂ ਦੇ ਜਵਾਬਾਂ ਦੇ ਬਦਲੇ ਤੁਹਾਡੇ ਇਲਾਕੇ ਦੇ ਵਿੱਚ ਵਧੀਆ ਸਕੂਲ, ਵਧੀਆ ਫੂਡ ਅਸਿਸਟੈਂਸ ਪ੍ਰੋਗਰਾਮ ਤੇ ਐਮਰਜੈਂਸੀ ਸੁਵਿਧਾਵਾਂ ਤੇ ਹੋਰ ਬਹੁਤ ਕੁਝ ਮਿਲੇਗਾ। ਸਾਰੇ ਜਾਣਿਆਂ ਦਾ ਗਿਣੇ ਜਾਣਾ ਬਹੁਤ ਜ਼ਰੂਰੀ ਹੈ ਅਤੇ ਇਸ ਮਰਦਮਸ਼ੁਮਾਰੀ ਦੇ ਵਿੱਚ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਦਾ ਕੋਈ ਸਵਾਲ ਨਹੀਂ ਹੈ। ਆਪਣੀ ਕਮਿਊਨਿਟੀ ਦੀ ਭਲਾਈ ਵਾਸਤੇ ਆਉਂਦੇ 10 ਸਾਲਾਂ ਦੇ ਭਵਿੱਖ ਲਈ ਮਰਦਮਸ਼ੁਮਾਰੀ ਦੇ ਵਿੱਚ ਜ਼ਰੂਰ ਹਿੱਸਾ ਲਓ। my2020census.gov ਦੇ ਉੱਤੇ ਭਰ ਸਕਦੇ ਹੋ। ਭਾਗਵਾਨੇ, ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਹੋ ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾਂਗੀ ਹੱਥ ਯਾਰ ਦੇ ਖੜੇ ਹੋ ਦੇਖ ਲਵੀਂ ਤੱਕਦੀ ਦੇ ਹੱਸੇ ਬਣ ਜਾਣਾ ਹੀ। ਸਤਿ ਸ੍ਰੀ ਅਕਾਲ, ਮੈਂ ਰਣਜੀਤ ਬਾਵਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਸੁਣਦੇ ਰਹੋ ਨਵੇਂ ਗਾਣੇ, ਨਵੀਆਂ ਧੁਨਾਂ। ਚੜ੍ਹਦੀ ਕਲਾ ਚ ਰਹੋ। ਲਵ ਯੂ ਆਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਚੱਲ ਰਿਹਾ। ਅੱਜ ਦਾ ਇਮੀਗ੍ਰੇਸ਼ਨ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਆਪਾਂ ਹਾਜ਼ਰ ਹੋਏ ਹਾਂ। ਮੇਰੇ ਨਾਲ ਜੁੜੇ ਹੋਏ ਨੇ ਟੇਕਿਆਣਾ ਲਾ ਫਰਮ ਤੋਂ ਜਗਵੀਰ ਜੇ ਟੇਕਿਆਣਾ ਜੀ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਹੁਣ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਲਵਾਂਗੇ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ। ਅਤੇ ਆਓ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅੱਜ ਦੇ ਜਿਹੜੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਸੁਖਚੈਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਟਾਕਿਆਣਾ ਸਾਹਿਬ ਅਤੇ ਰਾਜਕਰਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸਿਟੀਜ਼ਨ ਬਣਿਆ ਸੀਗਾ 2009 ਦੇ ਵਿੱਚ, ਤੇ ਮੈਂ ਆਪਣੇ ਮੈਰਿਡ ਲੜਕੇ ਵਾਸਤੇ ਅਪਲਾਈ ਕਰਿਆ ਸੀਗਾ ਜੀ। ਤੇ ਉਹਦੀ ਜਿਹੜੀ ਅਪਰੂਵਲ ਸੀਗੀ NBC ਦੇ ਵਿੱਚ ਜਾ ਕੇ ਮਈ 2010 ਦੇ ਵਿੱਚ ਪਹੁੰਚ ਗਈ ਸੀ ਜੀ। ਅੱਛਾ, ਮੇਰੀ ਲੜਕੀ ਮੇਰੀ ਪੋਤੀ ਇੱਥੇ ਸਟੂਡੈਂਟ ਵੀਜ਼ਾ ਲੈ ਕੇ ਆਈ ਸੀ 16 ਦੇ ਵਿੱਚ, ਦਸੰਬਰ 16 ਦੇ ਵਿੱਚ। ਹਾਂਜੀ। ਤੇ ਹੁਣ ਜਿਹੜੀ ਸਾਡੀ ਮੇਰੇ ਖਿਆਲ ਪਟੀਸ਼ਨ ਵੀ ਨੇੜੇ ਹੀ ਹੋਊਗੀ 2009 ਦੇ ਵਿੱਚ ਜੀ। ਜਿਹੜੀ ਮੇਰੀ ਲੜਕੀ ਇੱਥੇ, ਮੇਰੀ ਪੋਤੀ ਇੱਥੇ ਪਹੁੰਚੀ ਹੋਈ ਹੈ, ਉਹ ਸਟੂਡੈਂਟ ਵੀਜ਼ੇ ਤੇ ਪੜ੍ਹਦੀ ਆ ਉਹ ਵੀ, ਕੀ ਉਹਨੂੰ ਇੰਟਰਵਿਊ ਵਾਸਤੇ ਉੱਥੇ ਵਾਪਸ ਇੰਡੀਆ ਜਾਣਾ ਪਊਗਾ ਕਿ ਉਹਦਾ ਵੀਜ਼ਾ ਇੱਥੇ ਅਪਰੂਵ ਹੋ ਜਾਊਗਾ? ਜੀ, ਧਿਆਨ ਨਾਲ ਸੁਣਨਾ। ਦੋ ਤਰੀਕੇ ਆ। ਇੱਕ ਹੈਗਾ ਬਾਹਰੋਂ ਦੀ ਵੀਜ਼ਾ ਲੈ ਕੇ ਆਉਣਾ, ਇੱਕ ਹੈਗਾ ਇੱਥੇ ਜਿਹੜੇ ਬੰਦੇ ਹੁੰਦੇ ਨੇ ਇੱਥੇ ਐਡਜਸਟਮੈਂਟ ਆਫ ਸਟੇਟਸ ਕਰਨਾ US ਦੇ ਵਿੱਚ। ਜਿਹੜੇ ਬਾਹਰ ਵੀਜ਼ਾ ਲੈ ਕੇ ਆਉਂਦੇ ਨੇ ਉਹਨਾਂ ਦੀ ਤਰੀਕ ਚੱਲ ਰਹੀ ਹੈ ਜੂਨ 2008। ਜਿਹੜੇ ਇੱਥੇ ਫਾਈਲ ਕਰ ਸਕਦੇ ਨੇ ਉਹਨਾਂ ਦੀ ਤਰੀਕ ਚੱਲ ਰਹੀ ਹੈ ਜੂਨ 2009, ਮਤਲਬ 1 ਸਾਲ ਪਹਿਲਾਂ ਕਰ ਸਕਦੇ ਨੇ। ਪਰ ਇਹ ਵਾਲਾ ਵੀਜ਼ਾ ਫਾਈਲ ਕਰਨ ਲਈ ਤੁਹਾਡੀ ਪੋਤੀ ਨੂੰ ਇੱਥੇ ਫਾਈਲ ਕਰਨ ਲਈ ਜਿਹੜਾ ਪ੍ਰਿੰਸੀਪਲ ਬੈਨੀਫਿਸ਼ਰੀ ਆ, ਜਿਹੜੇ ਉਹਦੇ ਘਰ ਦੇ ਆ, ਉਹਨਾਂ ਨੂੰ US ਦੇ ਵਿੱਚ ਹੋਣਾ ਜ਼ਰੂਰੀ ਹੈ। ਇਹ ਜਿਹੜੀ ਡੇਟ ਮੈਂ ਜੂਨ 2009 ਦੱਸੀ ਹੈ, ਤੁਹਾਡੀ ਵਾਲੀ ਜਿਹੜੀ ਵੀ ਤੁਹਾਡੀ ਡੇਟ ਹੈ ਉਹ ਕਰੰਟ ਹੋਣੀ ਜ਼ਰੂਰੀ ਹੈ। ਅਤੇ ਫਿਰ ਤੁਸੀਂ ਇੱਥੇ ਹੀ ਫਾਈਲ ਕਰ ਸਕਦੇ ਹੋ, ਬਾਹਰ ਜਾਣ ਦੀ ਲੋੜ ਨਹੀਂ ਹੈਗੀ। ਜੇ ਜਿਹੜੇ ਉਹਨਾਂ ਦੇ ਪੇਰੈਂਟਸ ਆ, ਜੇ ਉਹ ਇੱਥੇ ਨਹੀਂ ਆ ਸਕਦੇ ਹੈਗੇ, ਜੇ ਉਹਨਾਂ ਨੇ ਉੱਥੇ ਬਾਹਰ ਓਵਰਸੀਜ਼ ਕਰਨਾ ਹੈਗਾ, ਅਤੇ ਫਿਰ ਉਹਨਾਂ ਨੂੰ ਵੇਟ ਕਰਨੀ ਪੈਣੀ 2008 ਵਾਲੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਜਾਣਾ ਪੈਣਾ। ਅਤੇ ਫਿਰ ਉਹਨੂੰ ਇਹੀ ਰੈਕਮੈਂਡੇਸ਼ਨ ਹੈ ਕਿ ਉਹ ਨਾਲ ਜਾ ਕੇ ਉੱਥੇ ਕਰਾ ਕੇ ਆਵੇ। ਠੀਕ ਹੈ ਜੀ, ਥੈਂਕ ਯੂ ਜੀ। ਅਤੇ ਇਹ ਜਿੱਦਾਂ ਤੁਸੀਂ ਕਿਹਾ ਵੀ ਜੇ ਇੱਥੋਂ ਕਰਨਾ ਹੈ ਐਡਜਸਟਮੈਂਟ ਆਫ ਸਟੇਟਸ, ਪ੍ਰਿੰਸੀਪਲ ਬੈਨੀਫਿਸ਼ਰੀ ਦਾ ਹੋਣਾ ਲਾਜ਼ਮੀ ਹੈ ਇੱਥੇ, ਰਾਈਟ ਜੀ। ਅਤੇ ਨਾਲ 90 ਡੇ ਨਾਲ 90 ਡੇ ਉਹ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਮੂਸ਼ਾ ਜੀ। ਸਤਿ ਸ਼੍ਰੀ ਅਕਾਲ ਜੀ। ਦਵਿੰਦਰ ਜੀ, ਸਤਿ ਸ਼੍ਰੀ ਅਕਾਲ। ਦਵਿੰਦਰ ਕੌਰ। ਹਾਂਜੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੇਰਾ ਕੁਐਸਚਨ ਸੀਗਾ, ਮੇਰਾ ਬੇਟਾ ਸੀਗਾ ਤੇ ਉਹਦੀ ਸਪਾਂਸਰ ਕੀਤੀ ਹੋਈ ਸੀ ਅਸੀਂ, ਤੇ ਉਹਦੀ 2009 ਚ ਕੀਤੀ ਸੀ, ਉਹਦਾ ਲੈਟਰ ਆ ਗਿਆ ਸੀ। ਓਕੇ। ਲੈਟਰ ਆਉਣ ਤੋਂ ਬਾਅਦ ਉਹਦੀ ਡੈਥ ਹੋ ਗਈ ਜੀ। ਤੇ ਅਸੀਂ ਉਹ ਚਾਹੁੰਦੇ ਵੀ ਉਹਦੇ ਬੱਚੇ ਮਤਲਬ ਆ ਸਕਦੇ ਆ ਕਿ ਨਹੀਂ, ਕਿਸ ਤਰ੍ਹਾਂ ਕਰ ਸਕਦੇ ਆ? ਜਦੋਂ ਮੇਨ ਬੈਨੀਫਿਸ਼ਰੀ ਜਿਹੜਾ ਕਿ ਇੰਡੀਆ ਦੇ ਵਿੱਚ ਜਿਹੜਾ ਮੇਨ ਬੈਨੀਫਿਸ਼ਰੀ ਉਹਦੀ ਡੈਥ ਹੋ ਜਾਵੇ, ਉਹਦਾ ਕੇਸ ਅਪਰੂਵ ਹੋਣਾ ਬੜਾ ਮੁਸ਼ਕਿਲ ਹੈਗਾ ਹਿਊਮੈਨਿਟੇਰੀਅਨ ਰੀਇੰਸਟੇਟਮੈਂਟ ਦੇ ਥੱਲੇ। ਹਾਂਜੀ। ਇਹ ਮੁਸ਼ਕਿਲ ਟਰਾਈ ਕਰ ਸਕਦੇ ਹੋ ਤੁਸੀਂ, ਪਰ ਇੰਨਾ ਈਜ਼ੀ ਨਹੀਂ ਹੈਗਾ, ਚਾਂਸ ਘੱਟ ਨੇ। ਕੀ ਅਡੋਪਸ਼ਨ ਇਹਨਾਂ ਦੇ ਲਈ ਫਿਰ ਬੈਟਰ ਆਪਸ਼ਨ ਰਹੂਗੀ? ਅਡੋਪਸ਼ਨ ਜੇ ਬੱਚੇ 16 ਸਾਲ ਤੋਂ ਥੱਲੇ ਨੇ, ਅਡੋਪਸ਼ਨ ਔਰਫਨ ਪਟੀਸ਼ਨ ਦੇ ਅੰਡਰ ਆ ਸਕਦੇ ਨੇ। ਜੀ। ਹਾਂ, ਜੋ ਪੋਤੀ ਮੇਰੀ 14 ਸਾਲ ਦੀ ਹੈ।
ਜੀ ਪਰ ਸੋ ਫਿਰ ਉਹ ਨਾ ਫਿਰ ਮਦਰ ਦਾ ਚੱਕਰ ਪੈ ਜਾਂਦਾ ਨਾ, ਜਿਹੜੇ ਉੱਥੇ ਉਹਨਾਂ ਦੇ ਮਦਰ ਨੇ, ਫਿਰ ਮਦਰ ਨੂੰ ਤਾਂ ਆ ਨਹੀਂ ਸਕਦੇ ਕਿਸੇ ਵੀ ਤਰੀਕੇ ਨਾਲ, ਫਿਰ ਬੱਚੇ ਇੱਥੇ ਆ ਜਾਣੇ ਤੇ ਹਸਬੈਂਡ ਆਲਰੇਡੀ ਨਹੀਂ ਹੈਗਾ, ਤੇ ਉਹ ਫਿਰ ਦਿੱਕਤ ਆ ਜਾਣੀ ਹੈ ਕਾਫੀ। ਸੋ ਜੇ ਤੁਸੀਂ ਕਹੋ ਵੀ ਉਹ ਉਹਨਾਂ ਦੇ ਤੁਹਾਡੇ ਕੇਸ ਦੇ ਮੁਤਾਬਕ ਉਹਨਾਂ ਦਾ ਟਰਾਈ ਕਰ ਸਕਦੇ ਹੋ, ਜੇ ਉਹ ਕਰ ਦੇਣ ਤਾਂ ਕਰ ਦੇਣ, ਪਰ ਚਾਂਸਸ ਘੱਟ ਨੇ, ਝੂਠ ਜੀ। ਬੋਲਣ ਦੀ ਵਾਲੀ ਲੋੜ ਨਹੀਂ ਜੀ। ਹਾਂ ਇੱਕ ਆਪਾਂ ਹਿਊਮੈਨਿਟੇਰੀਅਨ ਨੀ ਸਟੇਟਮੈਂਟ ਦਾ ਕੀਤਾ ਸੀਗਾ ਜੀ 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 ਇਨ ਵੈਰੀ ਸ਼ਾਰਟ, ਕਿ ਜੇ ਇੱਥੇ ਪਟੀਸ਼ਨਰ ਦੀ ਡੈਥ ਹੁੰਦੀ ਆ, ਉਹ ਵੇਲੇ ਦੀ ਹਿਊਮੈਨਿਟੇਰੀਅਨ ਰੀ ਸਟੇਟਮੈਂਟ ਅਪਰੂਵ ਹੋਣ ਦੇ ਚਾਂਸਸ ਬੜੇ ਜ਼ਿਆਦਾ ਹੁੰਦੇ ਨੇ। ਜ਼ਿਆਦਾ ਨੇ। ਜੇ ਉੱਥੇ ਬੈਨੀਫਿਸ਼ਰੀ ਦੀ ਡੈਥ ਹੁੰਦੀ ਆ, ਫਿਰ ਤੁਹਾਡਾ ਐਟ ਦਾ ਬੈਸਟ 50-50 ਹੈ, ਤੁਸੀਂ ਟਰਾਈ ਕਰ ਸਕਦੇ ਹੋ, ਪਰ ਕੋਈ ਗਾਰੰਟੀ ਨਹੀਂ ਕਿ Guarantee ਅਪਰੂਵ ਨਹੀਂ। ਕਰੂਗੇ। ਹਾਂ ਜੇ ਉਹ ਇੱਥੇ ਇਨ ਅਮਰੀਕਾ ਹੈ ਤਾਂ ਉਹ ਚਾਂਸਸ ਜਿਹੜੇ ਉਹ ਵੱਧ ਜਾਂਦੇ ਨੇ ਫਿਰ ਜੀ। ਅਗਲੇ ਕਾਲਰ ਨੇ ਰਜਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਸਿਟੀਜ਼ਨ ਬਾਰੇ ਪੁੱਛਣਾ, ਜਿੱਦਾਂ ਮੇਰਾ ਲਾਸਟ ਈਅਰ ਸੀਗੀ ਤੇ ਮੇਰੇ ਕੁਐਸਚਨ ਤਾਂ ਹਿਸਟਰੀ ਦੇ ਪਾਸ ਹੋ ਗਏ ਸੀ ਐਪਲੀਕੇਸ਼ਨ ਚੋਂ, ਜਿੱਦਾਂ ਮੈਂ ਹੋਈ ਨਹੀਂ ਸੀ 2 ਵਾਰੀ, ਜੀ ਫਿਰ ਉਹਨੇ ਅਪੀਲ ਦੀ ਉਹ ਲੈਟਰ ਪਾਈ, ਅਪੀਲ ਵੀ ਨਹੀਂ ਕੀਤੀ। ਹੁਣ ਜੇ ਮੈਂ ਦੁਬਾਰਾ ਕਰਾਂ ਤੇ ਕੋਈ ਪ੍ਰੋਬਲਮ ਤਾਂ ਨਾ ਹੋਊਗੀ? ਨਹੀਂ, ਜਿੰਨੀ ਵਾਰੀ ਮਰਜ਼ੀ ਕਰੋ ਤੁਸੀਂ, ਕੋਈ ਪ੍ਰੋਬਲਮ ਨਹੀਂ ਹੈ। ਹਾਂਜੀ ਮੈਂ ਅਪੀਲ ਨਹੀਂ ਕੀਤੀ, ਇਹਦਾ ਤਾਂ ਨਹੀਂ ਕੋਈ ਚੱਕਰ? ਨਹੀਂ, ਅਪੀਲ ਦੀ ਲੋੜ ਨਹੀਂ। ਉਹ ਜਿਹੜਾ ਫਾਰਮ ਆਉਂਦਾ ਨਾ ਅਪੀਲ ਦਾ, ਉਹ ਸਾਰਿਆਂ ਨੂੰ ਆਉਂਦਾ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਹਰੇਕ ਜਗ੍ਹਾ ਅਪੀਲ ਸਹੀ ਹੁੰਦੀ ਹੈ। ਤੁਸੀਂ ਦੁਬਾਰਾ ਤੁਹਾਨੂੰ ਰੀਫਾਈਲ ਕਰੋ ਤੁਸੀਂ ਆਪਣੇ ਹਿਸਾਬ ਨਾਲ, ਜਦੋਂ ਤੁਹਾਡੀ ਤਿਆਰੀ ਹੋ ਜਾਂਦੀ ਹੈ। ਹਾਂਜੀ ਤੇ ਉਹਨੇ ਫਿਰ ਹੁਣ ਮੈਂ ਜਿੱਦਾਂ ਕਰ ਸਕਦੀ, ਮੈਨੂੰ ਕੋਈ ਐ ਨਹੀਂ ਹੈ ਨਾ, ਇਦਾਂ ਨਹੀਂ ਕਹੋਗੇ ਵੀ ਕਾਟੋ ਨਹੀਂ ਕੀਤੀ? ਨਹੀਂ, ਬਸ ਤੁਸੀਂ ਦੱਸਣਾ ਉਹਨਾਂ ਨੂੰ ਕਿ ਮੈਂ ਕੀਤੀ ਸੀ, ਕੋਈ ਪ੍ਰੋਬਲਮ ਨਹੀਂ। ਠੀਕ ਹੈ, ਓਕੇ ਓਕੇ, ਥੈਂਕ ਯੂ ਭਾਜੀ। ਉਹਨਾਂ ਨੂੰ ਤਾਂ ਮੌਜਾਂ $1000 ਹਰ ਵਾਰੀ ਉਹਨਾਂ ਨੂੰ ਐਪਲੀਕੇਸ਼ਨ ਹਾਂਜੀ, ਹੁਣ ਜਿਹੜੀ ਤਾਂ ਮਿਲਦੀ 725 ਤੋਂ ਲੈ ਕੇ 1200 ਦੇ ਨੇੜੇ ਕਰਨ ਲੱਗੇ ਸਿਟੀਜ਼ਨਸ਼ਿਪ ਦੀ ਫੀਸ। ਆ ਥੋੜੇ ਹੀ ਰਹਿ ਗਿਆ, ਮਤਲਬ ਅਕਤੂਬਰ ਤੋਂ ਹਾਂਜੀ। ਜਾਂ ਮਹੀਨਾ ਰਹਿ ਗਿਆ ਸਿਰਫ। ਹਾਂਜੀ। ਸੋ ਜਿਹੜੇ ਐਲੀਜੀਬਲ ਆ ਭਾਈ, ਪਹਿਲਾਂ ਅਪਲਾਈ ਕਰ ਲਓ, ਉਹਦੇ ਵਿੱਚ ਵੀ ਤੁਸੀਂ ਕੁਛ $400-500 ਤਾਂ ਬਚਾਓਗੇ ਘੱਟੋ ਘੱਟ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਪਣੇ ਕੇਸ ਅਪਲਾਈ ਕੀਤਾ ਸੀ 93 ਚ, ਜਿੱਦਾਂ ਉਹ ਡਿਨਾਈ ਹੋ ਗਿਆ, ਤੇ ਹੁਣ ਮੈਂ ਆਪਣੀ ਵੇਵਰ ਫਾਈਲ ਕੀਤੀ, ਉਹ ਵਾਈਫ ਬੱਚੇ ਸਿਟੀਜ਼ਨ ਹੈ ਜੀ ਇੱਥੇ ਦੇ, ਜੀ। ਤੇ 212 ਜਿਹੜੀ ਉਹ ਪ੍ਰੂਫ ਹੋ ਕੇ ਆ ਗਈ ਹੈ ਜਿੱਦਾਂ, ਤੇ 615 ਦੀ ਤਾਂ ਕਿੰਨਾ ਟਾਈਮ ਲੱਗੂ, ਕਿੰਨਾ ਕਰਨ ਦਾ, ਜਿੱਦਾਂ ਜੀ ਇੰਡੀਆ ਜਾਣਾ ਪਊਗਾ ਜਿੱਦਾਂ? ਤੁਸੀਂ 601 ਨਹੀਂ 601A ਵੇਵਰ ਫਾਈਲ ਕਰਨਾ ਸੀਗਾ, ਤੇ ਤੁਸੀਂ ਆਏ ਕਿੱਦਾਂ ਸੀਗੇ? ਹਾਂਜੀ ਆ ਬਾਰਡਰ ਕ੍ਰਾਸ ਕੀਤਾ ਸੀਗਾ ਜੀ ਵਿਦਆਊਟ ਇਨਸਪੈਕਸ਼ਨ। ਹਾਂਜੀ, 601 ਨਹੀਂ, ਤੁਸੀਂ 601A ਵੇਵਰ ਫਾਈਲ ਕਰਨਾ। ਹਾਂਜੀ ਇਹੀ ਕੀਤੀ ਹੈ ਜੀ। ਹਾਂਜੀ ਇਹੀ, ਪਰ ਉਹਦਾ ਹਜੇ ਕੋਈ ਆਇਆ ਨਹੀਂ ਜਿੱਦਾਂ ਲੈਟਰ, ਹਜੇ ਅਪਲਾਈ ਕੀਤੀ ਹੋਈ, ਜਿੱਦਾਂ ਮਹੀਨਾ ਕੁ ਹੋਇਆ। ਚਲੋ ਮੈਂ ਤੁਹਾਨੂੰ ਦੱਸ ਦਿੰਦਾ ਹੁਣੇ ਟਾਈਮ, ਕਿ ਅੱਜ ਦੀ ਡੇਟ 'ਚ ਕਿੰਨਾ ਟਾਈਮ ਲੱਗ ਰਿਹਾ। ਸੁਣਦੇ ਰਹੋ ਜੀ। ਜੀ ਬਾਅਦ ਚ ਦੱਸ ਦਿੰਦੇ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਸਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਕਿ ਜਿੱਦਾਂ ਹੁਣ ਫਲਾਈਟਾਂ ਜਿਹੜੀਆਂ ਇੰਡੀਆ ਤੋਂ ਆ ਰਹੀਆਂ ਆ, ਉੱਥੇ ਜੇ ਕਿਸੇ ਦਾ ਵਿਜ਼ਿਟਰ ਵੀਜ਼ਾ ਲੱਗਾ ਆ ਇੰਡੀਆ, ਉਹ ਆ ਸਕਦੇ ਆ? ਆ ਸਕਦੇ ਆ ਸਕਦੇ, ਠੀਕ ਹੈ, ਥੈਂਕ ਯੂ ਜੀ। ਓਕੇ ਜੀ। ਓਕੇ ਜੀ। ਜਿਹੜਾ ਟਾਈਮ ਸੀਗਾ ਅਪਰੋਕਸੀਮੇਟਲੀ 15 ਮਹੀਨੇ ਲੈ ਰਹੇ ਨੇ 601A ਵੇਵਰ ਦੇ, ਨੇਬਰਾਸਕਾ ਸਰਵਿਸ ਸੈਂਟਰ ਵਾਲੇ। ਤੇ ਫਿਰ ਜਿਹੜਾ ਦੂਜਾ ਇਹਨਾਂ ਦਾ ਨੈਸ਼ਨਲ ਪੋਟੋਮੈਕ ਸਰਵਿਸ ਸੈਂਟਰ ਹੈਗਾ, ਉਹਨਾਂ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਹੈਗਾ 20 ਮਹੀਨੇ, ਤਕਰੀਬਨ 2 ਸਾਲ ਤੱਕ ਲੱਗ ਸਕਦਾ ਹੈ ਜੀ। ਅਜੇ ਮਹੀਨਾ ਕੀ ਹੋਇਆ ਉਹਨਾਂ ਨੂੰ, ਸੋ ਥੋੜਾ ਇੰਨਾ ਇੰਤਜ਼ਾਰ ਕੀਤਾ, ਥੋੜਾ ਜਿਹਾ ਹੋਰ ਜੀ। ਹੁਣ ਤੇ ਇਹਨਾਂ ਨੂੰ ਇਹ ਜਿਹੜੇ ਸੀਗੇ, ਇਹਨਾਂ ਨੂੰ ਇੰਡੀਆ ਜਾਣਾ ਪਊਗਾ ਬੰਦੇ ਨੂੰ। ਅੱਛਾ ਜੀ। ਤੇ ਇੰਡੀਆ ਜਾਣਾ ਪਊਗਾ। ਦੂਸਰੀ ਗੱਲ ਮੈਂ ਇਹ ਦੱਸਦਾ ਕਿ ਜਦੋਂ ਇਹ ਇੰਟਰਵਿਊ ਕਰਦੇ ਨੇ ਉੱਥੇ ਜਾ ਕੇ, ਠੀਕ ਹੈ, ਉੱਥੇ ਜਾ ਕੇ ਜੇ ਕਈ ਵਾਰੀ ਨਾ ਕਿ ਅਸਾਈਲਮ ਦੇ ਵਿੱਚ ਮਿਸ ਸਟੇਟਮੈਂਟ ਹੁੰਦੀ ਹੈ, ਕਿ ਅਸਾਈਲਮ ਇਸ ਕਰਕੇ ਡਿਨਾਈ ਹੋ ਜਾਂਦਾ ਕਿ ਕੋਈ ਸਟੇਟਮੈਂਟ ਗਲਤ ਹੋ ਗਈ, ਤੇ ਉਹਨੂੰ ਇਹ ਮਿਸ ਰੈਪਰੈਜ਼ੈਂਟੇਸ਼ਨ ਫਾਈਲ ਚ ਕਾਊਂਟ ਕਰਦੇ ਨੇ, ਤੇ ਉੱਥੇ ਜਾ ਕੇ ਉਹਨਾਂ ਨੂੰ ਇੱਕ ਤੀਜਾ ਵੇਵਰ 601 ਵੇਵਰ ਫਿਰ ਦੁਬਾਰਾ ਫਾਈਲ ਕਰਨਾ ਪੈ ਸਕਦਾ ਇੰਡੀਆ ਜਾ ਕੇ। ਓਕੇ, ਤੇ ਉਹਦੇ ਲਈ ਫਿਰ ਹੋਰ ਵੇਟ ਹੋ ਸਕਦੀ ਹੈ? ਉਹਦੇ ਲਈ 8 ਮਹੀਨੇ ਦੀ ਵੇਟ ਫਿਰ ਉੱਥੇ ਜਾ ਕੇ ਹੋ ਸਕਦੀ ਹੈ। ਜੀ। ਸੋ ਦੇਖੋ ਜੀ, ਧਿਆਨ ਦੇ ਨਾਲ ਤੇ ਸਲਾਹ ਲੈ ਲਿਓ ਜੇ ਤੁਸੀਂ ਲੈਣੀ ਹੋਈ, ਆਪਣੇ ਜਿਹੜੇ ਵੀ ਵਕੀਲ ਦੇ ਥਰੂ ਤੁਸੀਂ ਅਪਲਾਈ ਕੀਤਾ ਹੋਇਆ ਆ। ਤੇ ਜੇ ਤੁਸੀਂ ਡਾਇਰੈਕਟਲੀ ਜਗਵੀਰ ਟੇੜਕੀਆਣਾ ਉਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਇਹਨਾਂ ਦੇ ਆਫਿਸ 'ਚ ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। 4159090503 415 909 0503। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਖਜੀਤ ਸਿੰਘ। ਹਾਂਜੀ ਸੁਖਜੀਤ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਭਾਜੀ, ਰਾਜਕਰਨਵੀਰ ਸਿੰਘ ਜੀ ਐਂਡ ਅਟਾਰਨੀ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਸਰ ਜੀ ਮੇਰੇ 2 ਕੁਐਸਚਨ ਨੇ ਤੁਹਾਡੇ ਨਾਲ। ਇੱਕ ਤੇ ਫਸਟ, ਮੈਂ ਵਾਈਫ ਦਾ ਕੀਤਾ ਸੀ ਆਪਣੇ USA, ਉੱਥੋਂ ਤੇ ਹੋ ਗਿਆ ਅਪਰੂਵਡ, NVC ਤੇ ਮੇਰਾ ਕੇਸ ਪਿਆ ਉੱਥੇ, ਤੇ ਫੀਸ ਪੇਡ ਆਲਰੇਡੀ ਹੋ ਗਈ ਹੈ, ਬਟ ਉਹਨਾਂ ਨੇ ਜੋ ਤੁਹਾਨੂੰ ਪਤਾ ਹੀ ਉਹ ਮੰਗਦੇ ਪੇਪਰ ਵਰਕ ਜੋ ਆਪਣਾ ਹੈ ਨਾ, ਉਹ ਆਪਾਂ ਹੁਣ ਫਿਲ ਕੀਤੇ ਨੇ। ਤੇ ਨੰਬਰ 2 ਤੇ ਉਹ ਸਰ ਜੀ ਕਿੰਨਾ ਕੁ ਟਾਈਮ ਮਤਲਬ ਕਿ ਤੁਹਾਨੂੰ ਲੱਗਦਾ ਹੈ ਕਿ ਲੱਗੇਗਾ ਫਿਲਹਾਲ? ਹੋਰ ਦੂਜਾ ਸਵਾਲ ਵੀ ਨਾਲ ਹੀ ਪੁੱਛ ਲਓ ਜੀ। ਹਾਂਜੀ, ਦੂਸਰਾ ਸੈਕੰਡ ਕੁਐਸਚਨ ਸਰ ਜੀ, ਮੇਰੀ ਜਿਹੜੀ ਸਿਟੀਜ਼ਨਸ਼ਿਪ ਉਹ ਦਸੰਬਰ ਦੇ, ਯਾਨੀ ਕਿ ਮੇਰੇ 5 ਈਅਰ ਪੂਰੇ ਹੋ ਜਾਣੇ ਨੇ। ਠੀਕ ਹੈ ਜੀ।
ਤੇ ਉਹਦੇ ਲਈ ਮੇਰਾ ਕੁਐਸਚਨ ਇਹ ਵੇ ਕਿ ਮੇਰੇ ਕੋਲ ਇੰਡੀਅਨ ਪਾਸਪੋਰਟ ਨਹੀਂ ਹੈ, ਬਟ ਮੈਂ ਅਪਲਾਈ ਕੀਤਾ ਹੈ ਇੰਡੀਅਨ ਐਮਬੈਸੀ ਇੱਥੇ ਨਿਊਯਾਰਕ ਜੀ ਤੇ ਉਹ ਅੰਡਰ ਪ੍ਰੋਸੈਸਿੰਗ ਚੱਲ ਰਿਹਾ, ਕਿਉਂਕਿ ਐਜ਼ ਲੋਸਟ ਦਿਖਾਇਆ ਸੀ ਉਹਨਾਂ ਨੂੰ ਜੀ ਕਿ ਮੈਂ ਬਾਰਡਰ ਤੋਂ ਹੀ ਆਪਾਂ ਕੀਤਾ ਇੱਕ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਨਾ ਇਸ ਵੇਲੇ? ਹਾਂਜੀ ਹਾਂਜੀ, ਠੀਕ ਰਾਈਟ ਹੈ। ਨੋ ਗ੍ਰੀਨ ਕਾਰਡ। ਪਹਿਲਾਂ ਤਾਂ ਇਹ ਹੈ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਹੈ ਉਹਨਾਂ ਨੂੰ ਕੋਈ ਪਹਿਲ ਨਹੀਂ ਹੈਗੀ, ਉਹਨਾਂ ਨੂੰ ਵੇਟ ਹੀ ਅੱਛਾ। ਕਰਨੀ ਪਊਗੀ। ਮੇਰੇ ਅੰਦਾਜ਼ੇ ਦੇ ਹਿਸਾਬ ਨਾਲ ਉਹਨਾਂ ਨੂੰ ਘੱਟੋ ਘੱਟ 1 ਸਾਲ ਲੱਗੂਗਾ, ਕਿਉਂਕਿ ਦਸੰਬਰ 31 ਤੱਕ ਇਹਨਾਂ ਨੇ ਕੋਈ ਪ੍ਰੋਸੈਸਿੰਗ ਨਹੀਂ ਕਰਨੀ, ਜਨਵਰੀ 'ਚ ਖੁੱਲੂਗੇ ਤੇ ਇੱਕਦਮ ਕਾਫੀ ਰਸ਼ ਪਊਗਾ ਤੇ ਹਾਂਜੀ। ਤੁਹਾਨੂੰ ਸਾਲ ਕੁ ਆਰਾਮ ਨਾਲ ਲੱਗ ਸਕਦਾ ਹੈਗਾ। ਠੀਕ ਹੈ ਜੀ। ਤੇ ਦੂਸਰਾ Okay. ਕੀ ਸੀਗਾ ਜੇ ਸਵਾਲ? ਸਿਟੀਜ਼ਨਸ਼ਿਪ ਦੇ ਲਈ ਕਹਿੰਦੇ ਇੰਡੀਅਨ ਪਾਸਪੋਰਟ ਇਹਨਾਂ ਨੇ ਅਪਲਾਈ ਕੀਤਾ ਹੋਇਆ ਮੁੜ ਕੇ ਉਹਦੇ ਲਈ ਉਹਦੇ ਜ਼ਰੂਰਤ ਹੈ? ਬਾਰੇ ਨਹੀਂ ਮੈਨੂੰ ਪਤਾ। ਇੰਡੀਆ ਪਾਸਪੋਰਟ ਦੀ ਨਹੀਂ ਜ਼ਰੂਰਤ ਹੈਗੀ। ਜੇ ਸਿਟੀਜ਼ਨਸ਼ਿਪ ਲਈ ਕਰਨਾ ਤੇ 90 ਦਿਨ ਪਹਿਲਾਂ ਸੈਂਡ ਕਰ ਸਕਦੇ ਆ ਆਪਣੀ ਸਿਟੀਜ਼ਨਸ਼ਿਪ ਐਪਲੀਕੇਸ਼ਨ? ਦੀ ਜੀ ਹਾਂਜੀ ਜੀ 90 ਦਿਨ ਪਹਿਲਾਂ। ਅੱਛਾ ਹਾਂਜੀ, ਪਾਸਪੋਰਟ ਦੀ ਨਹੀਂ ਜ਼ਰੂਰਤ ਜੀ ਤੁਸੀਂ ਕਿਹਾ? ਹਾਂਜੀ ਤੁਸੀਂ ਹਾਂਜੀ ਅਪਲਾਈ ਕਰ ਸਕਦੇ ਹੋ ਬਿਨਾਂ ਪਾਸਪੋਰਟ ਦੇ। ਓਕੇ ਓਕੇ ਜੀ, ਥੈਂਕ ਯੂ ਠੀਕ ਹੈ ਜੀ। ਸੋ ਮਚ Okay ਸਰ ਜੀ। ਹਾਂਜੀ ਉਹ ਬਾਅਦ ਦੇ ਵਿੱਚ ਇਹ ਆ ਵੀ ਤੁਹਾਨੂੰ ਜ਼ਰੂਰਤ ਇਸ ਲਈ ਪੈਣੀ ਆ ਵੀ ਤੁਹਾਨੂੰ ਰਿਨੰਸੀਏਟ ਕਰਨਾ ਪੈਣਾ ਹੈ। ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਤੁਹਾਨੂੰ ਵਾਪਸ ਜਿਹੜੀ ਉਹ ਦੇਣੀ ਪੈਣੀ ਆ। ਉਹ ਫਿਰ ਤੁਹਾਨੂੰ ਇੰਡੀਅਨ ਐਮਬੈਸੀ ਦੇ ਲਈ ਉਹ ਵੱਖਰਾ ਜਿਹੜਾ ਜੀ। ਇੱਕ ਉਹ ਵੱਖਰਾ ਫਾਰਮ ਹੋਊਗਾ, ਵੱਖਰਾ ਪ੍ਰੋਸੈਸ ਜਿਹੜਾ ਹੈਗਾ। ਤੁਸੀਂ ਜਿੰਨੇ ਨੇ ਵੀ ਸਿਟੀਜ਼ਨ ਬਣੇ ਉਹਨਾਂ ਨੇ ਕਦੀ ਉੱਥੇ ਤੁਹਾਨੂੰ ਇੰਡੀਅਨ ਪਾਸਪੋਰਟ ਨਹੀਂ ਮੰਗਦੇ। ਜਿਹੜੇ ਤੁਹਾਡੇ ਪੁਰਾਣੇ ਜੀ। ਗ੍ਰੀਨ ਕਾਰਡ ਹੁੰਦੇ ਜਾਂ ਵਰਕ ਪਰਮਿਟ ਆ ਉਹ ਕਹਿੰਦੇ ਆ ਵੀ ਜਿਹੜੇ ਐਕਸਪਾਇਰਡ ਵੀ ਆ ਤੇ ਚਾਹੇ ਜੋ ਵੀ ਆ ਉਹ ਉਹਨਾਂ ਨੂੰ ਜਿਹੜਾ ਤੁਸੀਂ ਵਾਪਸ ਕਰ ਦਿਓ। ਅਗਲੇ ਕਾਲਰ ਨੇ ਸੁਖਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਸੁਖਵਿੰਦਰ ਕੌਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਦੋਵਾਂ ਅਕਾਲ। ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਅੱਛਾ ਮੇਰਾ ਕੁਐਸਚਨ ਇਹ ਸੀਗਾ ਜੀ ਵੀ ਅਸੀਂ ਸਿਟੀਜ਼ਨ ਨਹੀਂ ਹੈ, ਗ੍ਰੀਨ ਕਾਰਡ ਤੇ 2 ਸਾਲ ਹੋ ਗਏ ਸਾਨੂੰ ਆਇਆਂ ਨੂੰ, ਤੇ ਅਸੀਂ ਅਨਪਲਾਈਮੈਂਟ ਅਪਲਾਈ ਕੀਤੀ ਸੀਗੀ ਤੇ ਉਹ ਸਾਨੂੰ ਮਿਲ ਰਹੀ ਹੈ, ਤੇ ਕੋਈ ਸਿਟੀਜ਼ਨ ਹੋਣ ਤੇ ਨਹੀਂ ਕੋਈ ਮਤਲਬ ਨਹੀਂ ਜੀ ਨਹੀਂ ਪ੍ਰਭਾਵ ਪਊਗਾ? ਉਹਦਾ ਕੋਈ ਅਸਰ ਨਹੀਂ ਅੱਛਾ ਜੀ। ਥੈਂਕ ਯੂ ਜੀ। ਇਹ ਮੇਕ ਸ਼ੋਰ ਕਰੋ ਵੀ, ਕਿਉਂਕਿ ਅੱਜ ਕੱਲ੍ਹ ਨਾ ਅਸੀਂ ਇਹ ਵੀ ਸੁਣਿਆ ਆ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਤੁਹਾਡੀ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਕਈ ਵਾਰੀ ਬੰਦਿਆਂ ਨੂੰ ਲਾਲਚ ਦੇ ਕੇ ਨਾ ਅਨਇੰਪਲੋਇਮੈਂਟ ਤੁਹਾਡੀ ਫਾਈਲ ਕਰਾਈ ਜਾਂਦੇ, ਤੁਸੀਂ ਐਕਚੁਅਲ 'ਚ ਇੰਪਲੋਇਡ ਨਹੀਂ ਹੁੰਦੇ। ਉਹਦਾ ਅਸਰ ਪੈਣਾ ਆ ਜੇ ਜੇ ਤੁਸੀਂ ਗਲਤ ਫਰਾਡ ਅਨਇੰਪਲੋਇਮੈਂਟ ਲਈ ਆ, ਉਹਦਾ ਤੁਹਾਡਾ ਬੈਡ ਜਿਹੜਾ ਮੋਰਲ ਕਰੈਕਟਰ ਆਊਗਾ ਤੇ ਉਹਦੇ ਕਰਕੇ ਤੁਹਾਨੂੰ ਡਿਨਾਈ ਹੋ ਸਕਦੀ ਆ। ਜੇ ਤੁਸੀਂ ਫਰਾਡ ਨਹੀਂ ਕੀਤਾ, ਲੀਗਲੀ ਆ ਸਾਰਾ ਕੁਝ ਠੀਕ ਆ, ਤੁਸੀਂ ਕੰਮ ਕਰਦੇ ਸੀ, ਅਨਇੰਪਲੋਇਮੈਂਟ ਤੁਸੀਂ ਉਹਦੇ ਕਰਦੇ ਸੀਗੇ ਤੇ ਉਹ ਜੇ ਤੁਹਾਨੂੰ ਮਿਲ ਰਹੀ ਹੈ ਫਿਰ ਉਹਦਾ ਕੋਈ ਚੱਕਰ ਨਹੀਂ। ਇਹ ਜਿਹੜਾ ਜ਼ਰੂਰ ਧਿਆਨ ਰੱਖਣ, ਕਿਉਂਕਿ ਜਗਵੀਰ ਜੀ ਇੱਕ ਸਾਡੇ ਰਾਈਟ ਨਾਓ ਨਾ ਆਪਣੀ ਕਮਿਊਨਿਟੀ ਦੇ ਵਿੱਚ ਇਹ ਬਹੁਤ ਚਰਚਾ ਜਿਹੜੀ ਚੱਲ ਰਹੀ ਆ, ਖਾਸ ਕਰਕੇ ਸੈਂਟਰਲ ਵੈਲੀ ਦੇ ਇਲਾਕੇ ਦੇ ਵਿੱਚ ਕਈ ਜਾਣੇ ਜਿਹੜੇ ਆ ਉਹ ਅਨਇੰਪਲੋਇਮੈਂਟ ਫਾਈਲ ਕਰ ਰਹੇ ਆ। ਲੋਕਾਂ ਨੂੰ ਇਹ ਕਹਿ ਕੇ ਵੀ ਤੁਹਾਨੂੰ 15-20 ਹਜ਼ਾਰ ਜਿਹੜਾ ਡਾਲਰ ਤੁਹਾਨੂੰ ਅਨਇੰਪਲੋਇਮੈਂਟ ਦਾ ਜਿਹੜਾ ਮਿਲ ਜਾਣਾ ਆ, ਖੁਦ ਆਪ ਉਹਦੇ ਵਿੱਚੋਂ ਜਿਹੜੇ ਕੁਛ ਜਿਹੜੇ ਡਾਲਰ ਉਹਨਾਂ ਤੋਂ ਪਹਿਲਾਂ ਲੈ ਲੈਂਦੇ ਆ ਤੇ ਕਈਆਂ ਨੇ ਕੰਮ ਵੀ ਜਿਹੜਾ ਉਹ ਨਹੀਂ ਕਰ ਰਹੇ ਹੁੰਦੇ, ਪਤਾ ਨਹੀਂ ਸੈਲਫ ਇੰਪਲੋਇਡ ਸ਼ੋ ਕਰਕੇ ਜਾਂ ਕਿੱਦਾਂ ਕਰਕੇ ਕੁਛ ਨਾ ਕੁਛ ਕਰਕੇ ਜਿਹੜਾ ਹੋ ਰਿਹਾ ਆ। ਤੇ ਜੇ ਉਹ ਗ੍ਰੀਨ ਕਾਰਡ ਹੋਲਡਰ ਨੇ ਤੇ ਬਾਅਦ ਦੇ ਵਿੱਚ ਇਹ ਅਨਇੰਪਲੋਇਮੈਂਟ ਤੁਹਾਡੀ ਉਹ ਫੜੀ ਜਾਂਦੀ ਹੈ, ਫਰਾਡ ਫੜਿਆ ਜਾਂਦਾ। ਇੱਕ ਤਾਂ ਤੁਸੀਂ ਫੈਡਰਲ ਮਨੀ ਕਿਉਂਕਿ $600 ਜਿਹੜਾ ਐਕਸਟਰਾ ਮਿਲਿਆ ਆ ਉਹਦਾ ਤੁਹਾਡੇ ਤੇ ਆ ਤੇ ਉਹ ਫੈਲਨੀ ਚਾਰजेस ਆ। ਇਹ ਨਾ ਹੋਵੇ ਵੀ ਸਿਟੀਜ਼ਨਸ਼ਿਪ ਦਾ ਦੂਰ ਬਾਜ ਗ੍ਰੀਨ ਕਾਰਡ ਵੀ ਰਿਵੋਕ ਕਰਾ ਕੇ ਬਹਿ ਜਾਓ। ਇਹ ਬਹੁਤ ਧਿਆਨ ਰੱਖਣ ਯੋਗ ਆ। ਜਿੰਨੇ ਵੀ ਲੋਕ ਸੁਣ ਰਹੇ ਆ, ਇਮੀਗ੍ਰੇਸ਼ਨ ਦੇ ਨਾਲ ਇਸ ਦਾ ਸੰਬੰਧ ਜਿਹੜਾ ਉਹ ਹੋ ਸਕਦਾ ਹੈ ਬਾਅਦ ਦੇ ਵਿੱਚ। ਜੀ ਬਿਲਕੁਲ ਜੀ। ਸੋ ਇਹ ਜ਼ਰੂਰ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਜਿਹੜੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਕਿਸੇ ਦੀਆਂ ਗੱਲਾਂ 'ਚ ਆ ਕੇ ਇਦਾਂ ਦਾ ਕੰਮ ਜਿਹੜਾ ਪੁੱਠਾ ਕੰਮ ਨਾ ਜਿਹੜਾ ਉਹ ਕਰ ਬੈਠਿਓ, ਬਾਅਦ 'ਚ ਰਗੜ ਹੋ ਜਾਓਗੇ। ਗਗਨਦੀਪ ਜੀ, ਸਤਿ ਸ਼੍ਰੀ ਅਕਾਲ। ਗਗਨਦੀਪ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀ, ਮੈਂ 3 ਸਾਲ ਪਹਿਲਾਂ ਇੱਥੇ ਮੇਰੀ ਵਾਈਫ ਨੇ ਮੈਨੂੰ ਸਪਾਂਸਰ ਕੀਤਾ ਸੀ। ਮੈਂ ਇੰਡੀਆ ਤੋਂ ਆਇਆ ਸੀ 10 ਈਅਰ ਗ੍ਰੀਨ ਕਾਰਡ ਉੱਤੇ ਜੀ। ਤੇ ਉਹ ਜਦੋਂ ਉਹਨਾਂ ਨੇ ਮੈਨੂੰ ਸਪਾਂਸਰ ਕੀਤਾ ਸੀ ਉਦੋਂ ਗ੍ਰੀਨ ਕਾਰਡ ਸੀ, ਬਟ ਮੇਰੇ ਆਉਣ ਤੋਂ ਬਾਅਦ ਉਹ ਸਿਟੀਜ਼ਨ ਬਣੇ ਨੇ। ਕੀ ਹੁਣ ਮੈਂ 3 ਸਾਲ ਬਾਅਦ ਆਪਣੇ ਸਿਟੀਜ਼ਨ ਲਈ ਅਪਲਾਈ ਕਰ ਸਕਦਾ ਜਾਂ ਮੈਨੂੰ 5 ਸਾਲ ਲਈ ਵੇਟ ਕਰਨੀ ਪਏਗੀ? ਜੇ ਤੁਸੀਂ US ਸਿਟੀਜ਼ਨ ਨਾਲ ਮੈਰਿਡ ਹੈਗੇ ਹੋ 3 ਸਾਲ ਲਈ ਤੇ ਤੁਸੀਂ ਕਰ ਸਕਦੇ ਹੋ। ਪਰ ਸਰ ਜਦੋਂ ਮੈਂ ਇੱਥੇ ਐਂਟਰ ਹੋਇਆ ਸੀ ਉਦੋਂ ਉਹ ਗ੍ਰੀਨ ਉਹਨਾਂ ਨੂੰ ਸਿਟੀਜ਼ਨ ਬਣਿਆ ਨੂੰ ਕਿੰਨਾ ਚਿਰ ਹੋਇਆ? ਉਹਨਾਂ ਨੂੰ 2 ਸਾਲ ਹੋਇਆ ਜੀ। 1 ਸਾਲ ਹੋਰ ਵੇਟ ਕਰਨੀ ਪੈਣੀ। 1 ਸਾਲ ਹੋਰ ਵੇਟ ਕਰਨੀ ਪੈਣੀ। ਫਿਰ ਉਹਨਾਂ ਦੇ 3 ਸਾਲ ਹੋਣੇ ਚਾਹੀਦੇ ਆ ਗ੍ਰੀਨ ਜਿਹੜੇ ਸਿਟੀਜ਼ਨਸ਼ਿਪ ਜੀ। ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ। ਠੀਕ ਹੈ ਸਰ। ਓਕੇ ਜੀ। ਅਗਲੇ ਕਾਲਰ ਨੇ ਰਵਿੰਦਰ ਕੌਰ ਜੀ। ਰਵਿੰਦਰ ਕੌਰ ਜੀ। ਹੈਲੋ। ਹਾਂਜੀ ਹਾਂਜੀ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸੀਂ ਸਿਟੀਜ਼ਨਸ਼ਿਪ ਅਪਲਾਈ ਕਰਨੀ ਆ। ਮੇਰਾ ਕੁਐਸਚਨ ਇਹ ਆ ਵੀ ਅਸੀਂ ਕੈਨੇਡਾ ਚਲੇ ਗਏ ਸੀ 5 ਮਹੀਨੇ ਲਈ। ਓਕੇ। ਉਸ ਤੋਂ ਬਾਅਦ ਅਸੀਂ ਇੱਕ ਦਿਨ ਆਏ ਜੀ ਤੇ ਸਾਨੂੰ ਕੋਈ ਐਮਰਜੈਂਸੀ ਪੈ ਗਈ, ਅਸੀਂ ਦੂਜੇ ਦਿਨ ਵਾਪਸ ਚਲੇ ਗਏ ਜੀ। ਉਹਦੇ ਵਿੱਚ ਸਾਡੇ ਸਿਟੀਜ਼ਨ ਉਹ
ਗਿਣਿਆ ਜਾਊਗਾ ਕਿ ਕੱਟਿਆ ਜਾਊਗਾ? ਨਹੀਂ, ਜੇ ਤੁਸੀਂ ਆ ਗਏ ਸੀਗੇ ਤੁਹਾਡੀ ਉਹ 6 ਮਹੀਨੇ ਵਾਲੀ ਕੱਟ ਹੋ ਜਾਂਦੀ ਹੈ ਤੇ ਤੁਹਾਡਾ ਗਿਣਿਆ ਜਾਊਗਾ, ਤੁਸੀਂ ਕਰ ਸਕਦੇ ਹੋ। ਅੱਛਾ ਜੀ। ਦੂਜਾ ਕੁਐਸਚਨ ਇਹ ਆ ਵੀ ਅਸੀਂ ਕੰਮ ਨਹੀਂ ਕਰਦੇ ਜੀ ਤੇ ਅਸੀਂ ਟੈਕਸ ਫਾਈਲ ਨਹੀਂ ਕਰਦੇ, ਅਸੀਂ ਸਿਟੀਜ਼ਨ ਅਪਲਾਈ ਕਰਨੀ ਆ ਜੀ। ਤੇ ਟੈਕਸ ਬਾਰੇ ਸਾਨੂੰ ਕੋਈ ਕੁਐਸਚਨ ਜਾਂ ਕੋਈ ਦਿੱਕਤ ਨਹੀਂ ਆਊ? ਜੇ ਤੁਸੀਂ ਟੈਕਸ ਤੁਹਾਡਾ ਬਣਦਾ ਨਹੀਂ ਸੀਗਾ ਫਾਈਲ ਕਰ, ਤੁਹਾਨੂੰ ਰੀਜ਼ਨ ਦੇਣਾ ਪੈਣਾ ਕਿ ਕਿਉਂ ਨਹੀਂ ਫਾਈਲ ਕੀਤਾ। ਪਰ ਜੇ ਤੁਹਾਡਾ ਟੈਕਸ ਬਣਦਾ ਸੀਗਾ ਤੁਸੀਂ ਦਿੱਤਾ ਨਹੀਂ ਹੈ ਤੇ ਫਿਰ ਤੁਸੀਂ ਪਹਿਲਾਂ ਅਕਾਊਂਟੈਂਟ ਨਾਲ ਆਪਣੇ ਗੱਲ ਕਰਕੇ ਉਹ ਸਾਰਾ ਕਲੀਅਰ ਕਰਾਓ। ਜੇ ਤੁਹਾਡਾ ਕਲੀਅਰ ਹੋ ਜਾਂਦਾ ਕੋਈ ਦਿੱਕਤ ਨਹੀਂ। ਨਹੀਂ, ਅਸੀਂ ਕੰਮ ਨਹੀਂ ਕਰਦੇ। ਫਿਰ ਨਹੀਂ ਤੁਹਾਨੂੰ ਕੋਈ ਪ੍ਰੋਬਲਮ, ਤੁਸੀਂ ਫਾਈਲ ਕਰ ਸਕਦੇ ਹੋ। ਤੁਸੀਂ ਫਾਈਲ ਕਰ ਸਕਦੇ ਹੋ। ਹਾਂਜੀ, ਇੱਕ ਇਹ ਹੈ ਅਸੀਂ ਫੀਸ ਵੇਵਰ ਦੀ ਐਪਲੀਕੇਸ਼ਨ ਭਰ ਸਕਦੇ ਹਾਂ, ਉਹਦੇ ਵਿੱਚ ਸਿਟੀਜ਼ਨ ਦਾ ਸਾਨੂੰ ਕੋਈ ਫਰਕ ਪਊ? ਨਹੀਂ ਨਹੀਂ, ਉਹ ਤਾਂ ਉਸੇ ਲਈ ਉਹਨਾਂ ਨੇ ਵੇਵਰ ਵਾਲਾ ਤਾਂ ਉਸੇ ਲਈ ਫਾਰਮ ਜਿਹੜਾ ਉਹਨਾਂ ਨੇ ਉਹ ਬਣਾਇਆ ਹੋਇਆ ਹੈਗਾ ਜੀ। ਤੇ ਇੱਕ ਜੀ ਜਿਹੜਾ ਉਹ ਫਿਰ ਤੁਸੀਂ ਜਿਹੜਾ ਕਲੀਅਰ ਕਰ ਦਿਓ ਵੀ ਕਲੌਕ ਜਿਹੜੀ ਸਿਟੀਜ਼ਨਸ਼ਿਪ ਦੀ ਕਦੋਂ ਜਿਹੜੀ ਉਹ ਰੁਕ ਜਾਂਦੀ ਹੈ ਜੇ 6 ਮਹੀਨੇ ਤੋਂ ਵੱਧ ਤੁਸੀਂ ਬਾਹਰ ਰਹਿੰਦੇ ਆ? ਸਿਟੀਜ਼ਨਸ਼ਿਪ ਲਈ 2 ਕਲੌਕਸ ਹੁੰਦੀਆਂ। ਪਹਿਲੀ ਤਾਂ ਹੈਗੀ ਕੰਟੀਨਿਊਅਸ ਰੈਜ਼ੀਡੈਂਸ, ਮਤਲਬ ਕਿ ਤੁਸੀਂ 5 ਸਾਲ ਗ੍ਰੀਨ ਕਾਰਡ ਹੋਲਡਰ ਹੋਣੇ ਚਾਹੀਦੇ ਹੋ, ਉੱਥੇ ਰਹਿੰਦੇ ਹੋਣੇ ਚਾਹੀਦੇ ਹੋ। 5 ਸਾਲ ਲਈ ਤੁਸੀਂ ਇੱਥੇ ਦੇ ਪਰਮਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਹੋ ਜੀ। ਇਹ ਜਿਹੜੀ 5 ਸਾਲ ਵਾਲੀ ਕਲੌਕ ਹੈ ਇਹ ਉਦੋਂ ਟੁੱਟਦੀ ਹੈ ਜਦੋਂ ਤੁਸੀਂ 6 ਮਹੀਨੇ ਤੋਂ ਵੱਧ ਟ੍ਰਿਪ ਬਾਹਰ ਲੈਂਦੇ ਹੋ ਓਵਰਸੀਜ਼। ਠੀਕ ਹੈ। ਇਹਦੇ ਵਿੱਚ ਇੱਕ ਐਕਸੈਪਸ਼ਨ ਇਹ ਆ ਜਾਂਦੀ ਹੈ ਕਿ ਜੇ ਤੁਸੀਂ ਇਹ ਸ਼ੋਅ ਕਰ ਦਿਓ ਕਿ ਮੇਰੇ ਹੱਥੋਂ ਬਾਹਰ ਸੀਗਾ ਮੈਡੀਕਲ ਕਰਕੇ ਜਾਂ ਹੁਣ ਕੋਵਿਡ ਕਰਕੇ, ਫਿਰ ਕੇਸ ਬਾਏ ਕੇਸ ਬੇਸਿਸ ਇਮੀਗ੍ਰੇਸ਼ਨ ਉਹਨੂੰ ਮਾਫੀ ਦੇ ਸਕਦੀ ਹੈ। ਪਰ ਜੇ ਤੁਸੀਂ ਨਾਰਮਲੀ ਚੱਲ ਗਏ 6 ਮਹੀਨੇ ਤੋਂ ਵੱਧ ਤੇ ਤੁਹਾਡੀ ਜਦੋਂ ਤੁਸੀਂ ਵਾਪਸ ਆਉਂਦੇ ਤੁਹਾਡੀ ਦੁਬਾਰਾ ਰੀਸੈਟ ਹੋ ਜਾਂਦੀ ਹੈ, ਤੁਹਾਨੂੰ ਦੁਬਾਰਾ ਫਿਰ 5 ਸਾਲ ਇੱਥੇ ਉਹ ਨਵੇਂ ਸਿਰੋਂ ਸ਼ੁਰੂ ਹੋ ਜਾਂਦੀ ਆ। ਦੂਸਰੀ ਜੀ ਹਾਂਜੀ, ਦੂਸਰੀ ਇਹਨਾਂ ਦੀ ਕਲੌਕ ਹੈਗੀ ਹੈ 2.5 ਸਾਲ ਦੀ ਕਲੌਕ। ਉਹ ਇਹ ਹੈ ਕਿ ਜਿਹੜੇ 5 ਸਾਲਾਂ 'ਚੋਂ ਜਦੋਂ ਵੀ ਤੁਸੀਂ ਫਾਈਲ ਕਰਦੇ ਹੋ ਉਸ ਤੋਂ ਪਿੱਛੇ 5 ਸਾਲ ਇਹਨਾਂ ਨੇ ਦੇਖਣਾ। ਠੀਕ ਉਹ ਹੈ। ਤੋਂ ਪਿੱਛੇ 5 ਸਾਲ ਤੁਸੀਂ 2.5 ਸਾਲ ਘੱਟੋ ਘੱਟ ਇੱਥੇ ਫਿਜ਼ੀਕਲੀ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ 30 ਮਹੀਨੇ ਜੀ। 30 ਮਹੀਨੇ। ਸੋ ਜਿਹੜੇ ਕਹਿੰਦੇ ਵੀ 6 ਮਹੀਨੇ ਇੱਥੇ 6 ਮਹੀਨੇ ਉੱਥੇ, ਜੇ ਉਹ 5 ਸਾਲ ਇਦਾਂ ਰਹੇ ਵੀ ਉਹਨਾਂ ਦਾ ਸਰ ਸਕਦਾ ਹੈ? ਸਰ ਸਕਦਾ ਹੈ, ਪਰ ਆਪਾਂ ਫਾਈਲ ਕਰਨ ਤੋਂ ਪਿੱਛੇ ਦੇਖਣਾ ਹੈ, ਡਿਪੈਂਡ ਕਰਦਾ ਕਿ ਸਰਦਾ ਕਿ ਨਹੀਂ ਕਰਦਾ। ਕਿੱਦਾਂ ਕਿ ਨਹੀਂ ਸਰਦਾ। ਪਰ ਟਰਾਈ ਕਰੋ ਵੀ ਭਾਈ ਜੇ ਤੁਸੀਂ ਇੱਥੇ ਨੇ ਗ੍ਰੀਨ ਕਾਰਡ ਆ ਵੀ ਟਰਾਈ ਕਰੋ ਵੀ ਜ਼ਿਆਦਾ ਇੱਥੇ ਰਹੋ, ਕਿਉਂਕਿ ਜਿੰਨਾ ਘੱਟ ਤੁਸੀਂ ਬਾਹਰ ਰਹੇ ਹੋਵੋਗੇ ਉਨੇ ਘੱਟ ਸਵਾਲ ਹੋਣਗੇ। ਇਹ ਕਿਉਂਕਿ ਤੁਹਾਨੂੰ ਫਿਰ ਉਹਨਾਂ ਨੇ ਸ਼ੋਅ ਕਰਨਾ, ਅੱਛਾ ਜੀ ਪਹਿਲੀ ਦੀ ਕੀ ਕਰਨ ਗਏ ਸੀ, ਦੂਜੀ ਦੀ ਕੀ ਕਰਨ ਗਏ ਸੀ, ਫਿਰ ਇਦਾਂ ਦੇ ਸਵਾਲ ਉਹਨਾਂ ਦੇ ਜ਼ਿਆਦਾ ਹੋ ਜਾਂਦੇ ਨੇ। ਵੀਜ਼ੇ ਵਾਲਿਆਂ ਨੂੰ ਆਉਣ ਨਹੀਂ ਦਿੰਦੇ, ਗ੍ਰੀਨ ਕਾਰਡ ਵਾਲਿਆਂ ਨੂੰ ਜਾਣ ਨਹੀਂ ਦਿੰਦੇ। ਮਿੱਠੀ ਜੇਲ੍ਹ ਤਾਈਓ ਕਹਿੰਦੇ ਜੀ। ਬਲਬੀਰ ਕੌਰ ਜੀ, ਸਤਿ ਸ਼੍ਰੀ ਅਕਾਲ। ਬਲਬੀਰ ਕੌਰ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਵੀ ਮੈਂ ਕੋਈ 에ਅਰਲਾਈਨ ਇੰਡੀਆ ਜਾਂਦੀ ਕਿ ਨਹੀਂ? ਮੇਰਾ ਪਾਸਪੋਰਟ ਹੋਣ ਵਾਲਾ ਵਾ, ਮੈਂ ਗ੍ਰੀਨ ਕਾਰਡ ਆ ਤੇ ਮੈਂ ਅੱਗੇ ਵੀ ਇੰਡੀਆ ਤੋਂ ਬਣਾਇਆ ਸੀ ਤੇ ਹੁਣ ਫੇਰ ਮੈਂ ਨਹੀਂ, ਤੁਸੀਂ ਇੱਥੋਂ ਵੀ ਬਣਾ ਸਕਦੇ, ਤੁਹਾਨੂੰ ਉੱਥੇ ਜਾ ਕੇ ਬਣਾਉਣ ਦੀ ਜ਼ਰੂਰਤ ਨਹੀਂ ਹੈ। ਇੱਥੇ ਡਾਲਰ ਬੜੇ ਲੱਗਦੇ ਆ ਪਰ ਮੈਂ ਕੰਮ ਨਹੀਂ ਕਰਦੀ ਉੱਥੇ। ਟਿਕਟ ਨਾਲੋਂ ਤਾਂ ਸਸਤਾ ਹੀ ਲੱਗਣਾ। ਟਿਕਟ ਨੂੰ ਤਾਂ ਸਸਤਾ ਲੱਗਣਾ, ਟਿਕਟ ਉਹਨਾਂ ਨੇ ਕਿਹੜਾ ਉੱਦਾਂ ਬਿਠਾ ਕੇ ਲੈ ਜਾਣਾ ਹੈੜਾ। ਤਾਂ ਹੀ ਮੈਂ ਪੁੱਛਦੀ ਹਾਂ ਵੀ ਜੇ ਕੋਈ ਚੱਲਦੀ 에ਅਰਲਾਈਨ ਤੇ ਚੱਲਦੀਆਂ 에ਅਰਲਾਈਨਾਂ ਚੱਲਦੀਆਂ ਆ, ਪਰ ਆ ਤੁਹਾਡੇ ਲੌਜਿਕ ਨਹੀਂ ਸਮਝ ਆਇਆ। ਨਹੀਂ, ਉਹ ਸਿਟੀਜ਼ਨ ਨੂੰ ਫ੍ਰੀ ਵਾਲੀ ਹੈਗੀ ਆ, ਗ੍ਰੀਨ ਕਾਰਡ ਹੋਲਡਰ ਨੂੰ ਫ੍ਰੀ ਚ ਨਹੀਂ ਭੇਜਦੇ। ਸਿਟੀਜ਼ਨ ਦੀ ਇਵੈਕੂਏਸ਼ਨ ਨਹੀਂ, ਉਹ ਵੀ ਫ੍ਰੀ ਨਹੀਂ ਹੈ ਜੀ। ਇੰਡੀਆ ਵਾਲੇ ਜਿਹੜੇ ਲੈ ਕੇ ਜਾ ਰਹੇ ਉਹ ਫ੍ਰੀ ਕੁਛ ਨਹੀਂ ਆ। ਇੱਥੋਂ ਤੱਕ ਕਿ ਅਮਰੀਕਾ ਵਾਲਿਆਂ ਨੇ ਵੀ ਜਦੋਂ ਵਾਪਸ ਫਲਾਈਟਾਂ ਲਿਆਂਦੀਆਂ ਸੀ ਉਹਨਾਂ ਨੇ ਵੀ ਅਮਰੀਕਨ ਸਿਟੀਜ਼ਨਾਂ ਨੂੰ ਕਿਹਾ ਸੀਗਾ ਵੀ ਤੁਹਾਡੇ ਤੋਂ ਅਸੀਂ ਬਾਅਦ ਚ ਡਾਲਰ ਜਿਹੜੇ ਉਹ ਲੈ ਲੈਣੇ ਆ। ਫ੍ਰੀ ਇਸ ਟਾਈਮ ਕੁਛ ਨਹੀਂ ਆ। ਫ੍ਰੀ ਡੀਪੋਰਟੇਸ਼ਨ ਵਾਲਿਆਂ ਦੀ ਆ। ਹਾਂ, ਫ੍ਰੀ। ਉਹ ਸਾਡੇ ਤੇ ਉਹ ਟੈਕਸ ਪੇਅਰ ਦੇ ਉੱਤੇ ਭਾਰ ਪੈਂਦਾ ਹੈ। ਉਹ ਚੀਜ਼ ਉਹ ਵੱਖਰੀ ਚੀਜ਼ ਹੈਗੀ ਆ। ਉੱਦਾਂ ਇੱਥੇ ਵੀ ਤੁਸੀਂ ਅਪਲਾਈ ਜੇ ਕਰਨਾ ਚਾਹੋ ਤਾਂ ਉਹ ਕਰ ਸਕਦੇ ਆ। ਟਿਕਟ ਨਾਲੋਂ ਤਾਂ ਮੈਨੂੰ ਪ੍ਰੈਟੀ ਸ਼ੋਰ ਵੀ ਘੱਟ ਖਰਚਾ ਹੁੰਦਾ ਆ ਜੇ ਤੁਸੀਂ ਸਿਟੀਜ਼ਨ ਦੇ ਲਈ ਕਰਨਾ ਹੈਗਾ। ਬਾਕੀ ਫਲਾਈਟਾਂ ਜਾ ਰਹੀਆਂ ਆਨਲਾਈਨ, ਜਿਹੜਾ ਉਹ ਤੁਸੀਂ ਚੈੱਕ ਕਰ ਸਕਦੇ ਹੋ। ਅਗਲੇ ਜਿਹੜੇ ਕਾਲਰ ਨੇ ਪਰਮਜੀਤ ਸਿੰਘ ਜੀ, 513 ਏਰੀਆ ਕੋਡ। ਸਤਿ ਸ਼੍ਰੀ ਅਕਾਲ ਪਰਮਜੀਤ। ਜੀ ਉਹਨਾਂ ਤੋਂ ਅੱਗੇ ਵਧਦੇ, ਉਹਨਾਂ ਦਾ ਨਾਮ ਵੀ ਪਰਮਜੀਤ ਹੀ ਆ ਜੀ। 516 ਏਰੀਆ ਕੋਡ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਨਾ ਵਾਵਾ ਦੇ ਥਰੂ ਨਵੰਬਰ ਚ ਕੀਤਾ ਸੀਗਾ ਜੀ I-485 ਅਪਲਾਈ। ਤਾਂ ਮੈਂ ਕਿਤੇ ਵਰਮੌਂਟ ਸੈਂਟਰ ਦੇ ਵਿੱਚ ਉਹਨਾਂ ਨੇ ਫਾਈਲ ਕੀਤੀ NBC ਨੂੰ ਜਨਵਰੀ ਚ ਫਾਰਵਰਡ ਕਰਤੀ ਸੀ, ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਆਈ। ਤੁਸੀਂ ਭਾਜੀ US ਦੇ ਵਿੱਚ ਹੋ ਨਾ? ਹਾਂਜੀ। ਤੁਹਾਨੂੰ NVC ਵਾਲਾ ਪ੍ਰੋਸੈਸ ਤਾਂ ਨਹੀਂ ਫੋਲੋ ਤੁਹਾਨੂੰ ਕਰਨਾ ਹੁੰਦਾ ਕਦੀ ਵੀ? NVC ਤਾਂ ਉਦੋਂ ਹੁੰਦਾ ਜਦੋਂ ਬੰਦਾ ਓਵਰਸੀਜ਼ ਹੁੰਦਾ। ਨਹੀਂ, NBC ਜੀ। ਅੱਛਾ, ਠੀਕ ਹੈ। ਕੁਐਸਚਨ ਕੀ ਹੈ ਮੇਰਾ ਜੀ? ਵਾਵਾ ਦੇ ਥਰੂ ਮੈਂ ਅਪਲਾਈ ਕੀਤਾ ਸੀ ਗ੍ਰੀਨ ਕਾਰਡ ਨਵੰਬਰ ਦੇ ਵਿੱਚ, ਵਰਮੌਂਟ ਦੇ ਵਿੱਚ ਉਹਨਾਂ ਨੇ ਫਾਈਲ ਉਹਨਾਂ ਨੂੰ NBC ਨੂੰ ਭੇਜੀ ਹੋਈ ਹੈ। ਹਾਂਜੀ। ਮੇਰੇ ਫਿੰਗਰਪ੍ਰਿੰਟ ਹੋ ਗਏ ਸੀ ਜਨਵਰੀ ਦੇ ਵਿੱਚ। ਹਾਂਜੀ। ਉਸ ਤੋਂ ਬਾਅਦ ਤੁਸੀਂ ਦੱਸ ਸਕਦੇ ਖਾਤਾ ਕਿਹੜੀ ਡੇਟ ਚੱਲ ਰਹੀ ਜਿਹਨਾਂ ਗ੍ਰੀਨ ਕਾਰਡ ਦਿੱਤੀ? ਮੈਂ ਦੱਸ ਦਿੰਦਾ, ਸੁਣਦੇ ਰਹੋ ਜੀ, ਤੇ ਆਉਂਦੇ ਸਵਾਲਾਂ ਦੇ ਵਿੱਚ ਜਿਹੜਾ ਉਹ ਦੱਸ ਦੇਣਗੇ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਮੋਹਨਜੀਤ ਜੀ। ਸਤਿ ਸ਼੍ਰੀ ਅਕਾਲ। ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ। ਦੋਨਾਂ ਵੀਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ,
ਹਾਂਜੀ ਵੀਰੇ, ਮੇਰਾ ਕੁਐਸਚਨ ਇਹ ਹੈ ਕਿ ਮੇਰੇ ਬੇਟੇ ਦੀ ਮੈਰਿਜ ਸੀ ਅਗਸਤ ਵਿੱਚ, ਤੇ ਜਿਹੜੀ ਲੜਕੀ ਆ ਉਹ ਕੈਨੇਡਾ ਤੋਂ ਪੀਆਰ ਕਾਰਡ ਤੇ ਆ ਜੀ ਤੇ ਉਹਦੇ ਪੇਰੈਂਟਸ ਨੇ ਵੀਜ਼ਾ ਲੈ ਕੇ ਇੱਥੇ ਵਿਆਹ ਤੇ ਆਉਣਾ ਸੀ। ਉਹਦੇ ਪੇਰੈਂਟਸ ਕੋਲ ਵੀਜ਼ਾ ਵੀ ਕੈਨੇਡਾ ਦਾ ਸੀਗਾ, ਪਰ ਅਮਰੀਕਾ ਦਾ ਵੀਜ਼ਾ ਹੈ ਨਹੀਂ ਸੀਗਾ, ਤੇ ਇਸ ਕਰਕੇ ਅਸੀਂ ਵਿਆਹ ਫਿਰ ਪੋਸਟਪੋਨ ਕਰਤੀ ਮੈਰਿਜ। ਤੇ ਪਰ ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹਦੇ ਡੈਡ ਕੋਲ ਕੈਨੇਡਾ ਦਾ ਵੀਜ਼ਾ ਤਾਂ ਹੈਗਾ ਪਰ ਅਮਰੀਕਾ ਦਾ ਹੈ ਨਹੀਂ ਜੀ। ਇਹ ਕਦੋਂ ਖੁੱਲਣਗੇ ਤੇ ਮੈਂ ਦੁਬਾਰਾ ਮੈਰਿਜ ਦੀ ਡੇਟ ਰੱਖਣੀ, ਤੇ ਅਸੀਂ ਕਦੋਂ ਦੀ ਰੱਖੀਏ ਕਿ ਕਦੋਂ ਤੱਕ ਓਪਨ ਹੋਣਗੇ? ਜਿਹੜਾ ਕੈਨੇਡਾ ਦਾ ਜਿਹੜਾ ਕੌਂਸਲੇਟ ਹੈ, ਉੱਥੋਂ ਸੁਣਿਆ ਕਿ ਕੈਨੇਡਾ ਦੇ ਕੌਂਸਲੇਟ ਦੇ ਵਿੱਚ ਤੁਹਾਨੂੰ ਜ਼ਿਆਦਾ ਜਲਦੀ ਆਪਸ਼ਨ ਮਿਲ ਸਕਦੀ ਹੈ ਟੂਰਿਸਟ ਵੀਜ਼ਾ ਲੈਣ ਦੀ ਕੰਪੇਅਰ ਟੂ ਇੰਡੀਆ ਵਾਲਾ ਜਿਹੜਾ ਕੌਂਸਲੇਟ ਹੈ। ਅਤੇ ਤੁਸੀਂ ਕੈਨੇਡਾ ਵਾਲੇ ਜਿਹੜੇ ਕੌਂਸਲੇਟ ਹੈਗਾ ਯੂਐਸ ਕੌਂਸਲੇਟ ਜਿਹੜਾ ਕੈਨੇਡਾ ਦੇ ਵਿੱਚ ਹੈਗਾ ਉਹਨਾਂ ਨਾਲ ਸੰਪਰਕ ਕਰੋ, ਅਤੇ ਕੈਨੇਡਾ ਜਾ ਕੇ ਫਿਰ ਉਹ ਜਦੋਂ ਉੱਥੇ ਜਾਂਦੇ ਨੇ ਉੱਥੇ ਜਾ ਕੇ ਵੀਜ਼ਾ ਲਗਵਾਉਣਾ, ਛੇਤੀ ਮਿਲੂਗਾ ਤੁਹਾਡਾ। ਅੱਛਾ, ਇੰਡੀਆ ਤੋਂ ਨਾ ਵੇਟ ਕਰਨਾ? ਇੰਡੀਆ ਤਾਂ ਨਹੀਂ ਖੋਲ੍ਹਣਾ ਅਗਲੇ ਸਾਲ ਤੱਕ, ਅਗਲੇ ਦਸੰਬਰ ਤੱਕ ਕਹਿ ਰਹੇ ਆ, ਪਰ ਚਾਂਸਸ ਘੱਟ ਨੇ। ਉੱਥੇ ਵੀ ਕੋਵਿਡ ਦੇ ਕੇਸਿਸ ਵੱਧ ਬਹੁਤ ਰਹੇ ਨੇ ਲਗਾਤਾਰ, ਕਿਉਂਕਿ ਨਾ ਹੁਣ ਆਪਾਂ ਦੇਖ ਰਹੇ ਹਾਂ ਕਿ ਜਿੱਦਾਂ H1B ਜਿਹੜੇ ਆਉਂਦੇ ਨੇ ਸਾਰੇ, ਉਹ ਸਾਰੇ ਵੇਟ ਕਰ ਰਹੇ ਨੇ, ਪਹਿਲੀ ਪਹਿਲ ਉਹਨਾਂ ਨੂੰ ਆ। ਫਿਰ ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਵਗੈਰਾ ਅੱਗੇ ਇਨਟੇਕ ਆਉਣਾ, ਉਹ ਜਿਹੜੇ ਰਿਟਰਨਿੰਗ ਰੈਜ਼ੀਡੈਂਟ ਨੇ, ਗ੍ਰੀਨ ਕਾਰਡ ਹੋਲਡਰ ਜਿਹਨਾਂ ਦੇ ਐਕਸਪਾਇਰ ਹੋਏ, ਉਹ ਫਿਰ ਸਿਟੀਜ਼ਨਸ਼ਿਪ, ਇਹਨਾਂ ਦੇ ਸਪਾਊਸ ਜਿਹੜੇ ਆਲਰੇਡੀ ਪਟੀਸ਼ਨਾਂ ਸੀਗੀਆਂ, ਪੁਰਾਣੇ ਕੇਸ ਜਿਹੜੇ ਕੈਂਸਲਡ ਹੀਅਰਿੰਗ ਜਿਹੜੀਆਂ ਹੁਣ ਇਹਨਾਂ ਨੇ ਰੀਓਪਨ ਕਰਨੀਆਂ, ਤੇ ਟੂਰਿਸਟ ਵੀਜ਼ਾ ਦਾ ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਦਾ ਮੌਕਾ ਮਿਲਣਾ। ਸਾਲ 2 ਸਾਲ ਤਾਂ ਔਖਾ ਹੀ ਹੈ। ਸਾਲ ਦੇ ਵਿੱਚ ਤਾਂ ਇੱਥੇ ਜਿਹੜਾ ਦੂਜਿਆਂ ਨੂੰ ਆਖਿਆ ਜਾ ਰਿਹਾ ਹੁਣ ਤਰੀਕ ਧੱਲੀਆਂ ਹੀ ਦੱਸ ਸਕਦੇ ਵਿਆਹ ਦੀ ਕਿਹੜੀ ਤੁਸੀਂ ਰੱਖੋਗੇ, ਪਰ ਹੁਣ ਤੁਸੀਂ ਦੇਖੋ ਵੀ ਕੋਈ ਹੋਰ ਹੀ ਲਵਸੀਲਾ ਜਿਹੜਾ ਤੁਹਾਨੂੰ ਇਹਦੇ ਵਿੱਚ ਕਰਨਾ ਪੈਣਾ, ਇੰਤਜ਼ਾਰ ਥੋੜਾ ਹੋਰ ਆ ਜੀ। ਮੈਂ ਉਹ ਦੂਸਰਾ ਵਾਵਾ ਵਾਲਾ ਜਿਹੜਾ ਦੱਸ ਦਵਾਂ ਜੀ, ਉਹਨਾਂ ਦੇ ਜਿਹੜੇ ਸਰਵਿਸ ਸੈਂਟਰ ਹੈਗੇ ਨੇ, ਜਿਹੜੇ NBC ਵਾਲੇ 22 ਮਹੀਨੇ ਤੱਕ ਉਹਨਾਂ ਨੂੰ ਲੱਗ ਸਕਦਾ। ਠੀਕ ਹੈ, 2 ਸਾਲ ਤੱਕ ਦਾ ਜਿਹੜਾ ਸਮਾਂ ਹੈ ਲੱਗ ਸਕਦਾ ਜੀ। ਅਗਲੇ ਕਾਲਰ ਨੇ ਅਮਨ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਾਈ। ਸਤਿ ਸ਼੍ਰੀ ਅਕਾਲ ਜੀ। ਬਾਈ ਮੇਰਾ ਕੁਐਸਚਨ ਕੋਈ ਨਹੀਂ ਹੈਗਾ, ਬਟ ਮੇਰੀ ਇੱਕ ਨਿੱਕੀ ਜਿਹੀ ਬੇਨਤੀ ਸੀਗੀ ਜੀ। ਭਾਵੇਂ ਦੀ ਨੈਕਸਟ 2 ਵੀਕਾਂ ਲਈ ਜਾਂ ਨੈਕਸਟ 1 ਮੰਥ ਲਈ ਤੁਸੀਂ, ਮੈਂ ਚਾਹੁੰਦਾ ਇੱਕ ਸਪੈਸ਼ਲ ਪ੍ਰੋਗਰਾਮ ਕਰੋ। ਅਸਾਈਲਮ ਵਾਲਾ ਬੰਦਾ ਜਦੋਂ ਇੱਥੇ ਸਿਟੀਜ਼ਨ ਨਾਲ ਵਿਆਹ ਕਰਵਾਉਂਦਾ, ਉਹਦੀ ਇੰਟਰਵਿਊ ਦੇ ਵਿੱਚ ਉਹਨੂੰ ਕੀ ਕੀ ਡਾਕੂਮੈਂਟ ਚਾਹੀਦੇ ਆ, ਉਹਦੀ ਅੱਗੇ ਬਾਈਬਲ ਲਈ ਕੀ ਚਾਹੀਦਾ, ਕਿੰਨਾ ਟਾਈਮ ਲੱਗ ਜਾਂਦਾ, ਇੰਡੀਆ ਜਾਂਦਾ ਬੰਦਾ ਕੰਟਰੀ ਆਊਟ ਕਰਦਾ ਉੱਥੇ ਉਹਨੂੰ ਕਿੰਨਾ ਟਾਈਮ ਲੱਗ ਜੂਗਾ, ਇਹਦੇ ਤੇ ਇੱਕ ਪ੍ਰੋਗਰਾਮ ਕਰੋ। ਠੀਕ ਹੈ ਅਮਨ, ਕੋਈ ਗੱਲ ਨਹੀਂ, ਅਸੀਂ ਇਮੀਗ੍ਰੇਸ਼ਨ ਦੇ ਜਿੰਨੇ ਵੀ ਮੁੱਦੇ ਹੈਗੇ ਆ, ਡੋਂਟ ਵਰੀ, ਇਹ ਆਪਣੇ ਨਾਲ ਹੀ ਨੇ ਅਟਰਨੀ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰੇ ਦੇ ਸਾਰੇ ਹੀ ਜਿਹੜੇ ਟੌਪਿਕ ਆ ਉਹ ਆਪਾਂ ਜ਼ਰੂਰ ਕਰਾਂਗੇ। ਇਹਦੇ ਵਿੱਚ ਸਾਡੇ ਵੀ ਜਿਹੜੇ ਕਈ ਵਾਰੀ ਆਪਾਂ ਕਰਦੇ ਆ, ਮੈਨੂੰ ਕਿਸੇ ਨੇ ਜਿੱਦਾਂ ਹੁਣ ਕਿਸੇ ਨੇ ਥਰਸਡੇ ਨੂੰ ਕਹਿਤਾ ਕਿ ਇੱਥੇ ਟੌਪਿਕ ਕਰ ਦਿਓ, ਸਾਨੂੰ ਤੁਸੀਂ ਕੋਈ ਨਹੀਂ ਰਿਕੁਐਸਟ ਭੇਜ ਦਿਆ ਕਰੋ ਆਪਣੀ, ਜਿਹੜੇ ਮੇਨ ਟੌਪਿਕ ਆ ਸਾਰਿਆਂ ਦੇ ਕਾਮਨ ਆ, ਤੇ ਆਪਾਂ ਵੀ ਲਵ ਟੂ ਡੂ ਇਟ। ਹਾਂਜੀ, ਜਿਹੜੇ ਵੀ ਜ਼ਿਆਦਾ ਫਿਰ ਇਕੱਠੇ ਕਮੈਂਟ ਆ ਜਾਣਗੇ ਉਸ ਦੇ ਉੱਤੇ ਜਿਹੜਾ ਆਪਾਂ ਤਿਆਰੀ ਕਰਕੇ ਉਹ ਕਰ ਦੇਣਗੇ। ਅਟਰਨੀ ਜਗਵੀਰ ਟੇਕਿਆਣਾ ਜੀ, ਤੇ ਤੁਸੀਂ ਇਹਨਾਂ ਦੇ ਨਾਲ ਉੱਦਾਂ ਡਾਇਰੈਕਟ ਸੰਪਰਕ ਕਰਨਾ ਚਾਹੁੰਦੇ ਹੋ, ਆਪਣੇ ਕੇਸ ਬਾਰੇ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਹੋ, ਇਹਨਾਂ ਦੀਆਂ ਤੁਸੀਂ ਸੇਵਾਵਾਂ ਲੈਣਾ ਚਾਹੁੰਦੇ ਹੋ, ਤੇ ਤੁਸੀਂ ਅਟਰਨੀ ਜਗਵੀਰ ਟੇਕਿਆਣਾ ਦੇ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨਾਲ ਸੰਪਰਕ ਕਰੋ। ਨੰਬਰ 415 909 0503 415 909 0503। ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਬਲਬੀਰ ਜੀ, ਸਤਿ ਸ਼੍ਰੀ ਅਕਾਲ। ਬਲਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਕੁਐਸਚਨ ਹੈਗਾ ਜੀ, ਮੈਂ ਆਪਣੇ ਬੇਟੇ ਦਾ ਕੀਤਾ ਅਪਲਾਈ, ਤੇ ਉਹਦਾ ਸਭ ਕੁਝ ਹੋ ਗਿਆ ਇੱਥੋਂ, ਤੇ ਬੰਬੇ ਚ ਲੱਗਿਆ ਕੇਸ ਉਹਦਾ, ਤੇ ਇੰਟਰਵਿਊ ਹੁਣ ਆਣੀ ਸੀ ਨਾ ਜੀ, ਤੇ ਵਿੱਚ ਹੀ ਲੋਕਡਾਊਨ ਹੋ ਗਿਆ, ਤੇ ਮੈਂ ਇੱਥੇ ਗ੍ਰੀਨ ਕਾਰਡ ਹੋਲਡਰ ਆ, ਲੇਕਿਨ ਮੇਰੀ ਵੀ ਸਿਟੀਜ਼ਨ ਦੀ ਇੰਟਰਵਿਊ ਆਈ ਹੋਈ ਸੀ ਜੀ, ਉਹ ਵੀ ਹੁਣ ਕੈਂਸਲ ਹੋ ਗਈ ਹੈ, ਤੇ ਹੁਣ ਅੱਜ ਕੱਲ੍ਹ 'ਚ ਆ ਜਾਣੀ ਆ। ਅਗਰ ਮੈਂ ਸਿਟੀਜ਼ਨ ਹੁੰਦਾ ਤੇ ਮੇਰੇ ਬੇਟੇ ਦਾ ਕੋਈ ਕੇਸ ਤੇ ਕੋਈ ਹੋ ਸਕਦਾ ਕੋਈ ਫਾਸਟ ਉਹਦਾ? ਤੁਹਾਡਾ ਅਨਮੈਰਿਡ ਹੈ ਨਾ ਬੱਚਾ? ਹਾਂਜੀ ਅਨਮੈਰਿਡ ਆ। ਹਾਂਜੀ, ਤੇ ਉਹਦਾ ਹੁਣ ਤੁਹਾਡਾ ਸਿਟੀਜ਼ਨ ਦਾ ਫਾਸਟ ਤਾਂ ਨਹੀਂ ਹੋਣਾ। ਨਹੀਂ, ਜੇ ਤੁਸੀਂ ਕਹਿੰਦੇ ਸੀ ਵੀ ਉਹਦੀ ਇੰਟਰਵਿਊ ਆਉਣ ਵਾਲੀ ਸੀ, ਫਿਰ ਤਾਂ ਆਈ ਥਿੰਕ ਬਰਾਬਰ ਜਿਹਾ ਹੀ ਰਹਿਣਾ। ਹਾਂ, ਇਹ ਹੁਣ ਮੈਨੂੰ ਪਤਾ ਨਹੀਂ ਕਿਉਂ ਇਦਾਂ ਹੈਗਾ, ਪਰ ਜਿਹੜੇ ਸਿਟੀਜ਼ਨ ਦੇ ਉਹ ਹੈਗੇ ਉਹਨਾਂ ਦੀ ਡੇਟ 14 ਚੱਲ ਰਹੀ ਹੈ, ਜਿਹੜੇ ਗ੍ਰੀਨ ਕਾਰਡ ਹੋਲਡਰ ਹੈ ਉਹਨਾਂ ਦੀ 15 ਚੱਲ ਰਹੀ ਹੈ। ਸੋ ਗ੍ਰੀਨ ਕਾਰਡ ਵਾਲਿਆਂ ਨੂੰ ਜ਼ਿਆਦਾ ਫਾਇਦਾ ਆ ਜੀ। ਇਦਾਂ ਹੈਗਾ ਆ, ਤੇ ਅਜੇ ਨਾਲੇ ਉੱਥੇ ਐਮਬੈਸੀਜ਼ ਬੰਦ ਨੇ, ਆਪਾਂ ਫੇਰ ਦੱਸਦੇ ਜਾਈਏ। ਸੋ ਕਿਹਾ ਨਹੀਂ ਜਾ ਸਕਦਾ ਵੀ ਜੇ ਵਾਰੀ ਵੀ ਆਉਂਦੀ ਆ ਤਾਂ ਫਿਰ ਕਦੋਂ ਆਉਣੀ ਆ। ਇੱਕ ਜਿਹੜੇ ਸਵਾਲ ਹੈਗੇ ਨੇ ਵੀ ਇੱਥੇ ਦੇ ਇਮੀਗ੍ਰੇਸ਼ਨ ਕੋਰਟ ਓਪਨ ਨੇ, ਕਈ ਜਿਹੜੇ ਪੁੱਛ ਰਹੇ ਨੇ ਵੀ ਕੀ ਨਿਊਯਾਰਕ ਵਾਲੇ ਕੋਰਟ ਓਪਨ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਨੇ। ਅਸਾਈਲਮ ਦੀਆਂ ਇੰਟਰਵਿਊ ਜਿਹੜੀਆਂ ਅਸਾਈਲਮ ਆਫਿਸ ਦੇ ਥੱਲੇ ਉਹ ਓਪਨ ਹੋ ਗਈਆਂ, ਉਹ ਕਾਫੀ ਸਾਰੀਆਂ ਆਪਾਂ ਕਰ ਚੁੱਕੇ ਹਾਂ ਪਿਛਲੇ ਹਫਤੇ ਵੀ। ਜਿਹੜੇ ਸੈਨ ਫ੍ਰਾਂਸਿਸਕੋ ਦੇ ਕੋਰਟ ਜਿੰਨੇ, ਇਹਨਾਂ ਦੀ ਇੱਕ ਵੈਬਸਾਈਟ ਹੈਗੀ ਆ EOIR ਵੈਬਸਾਈਟ, ਤੁਸੀਂ ਚੈੱਕ ਕਰੋ, ਠੀਕ ਹੈ, ਗੂਗਲ ਕਰੋ EOIR ਆਪਰੇਸ਼ਨਲ ਸਟੇਟਸ।
ਇਹ ਹਰੇਕ 2 ਵੀਕ ਪਹਿਲਾਂ ਦੱਸਦੇ ਨੇ ਕਿ ਕੋਰਟ ਕਦੋਂ ਤੱਕ ਪੋਸਟਪੋਨ ਹੋ ਰਹੀ ਹੈ। 2 ਵੀਕ ਦੇ ਹਿਸਾਬ ਨਾਲ ਪੋਸਟਪੋਨ ਕਰ ਰਹੇ ਨੇ ਜਿਹੜੇ। ਕਈ ਕੋਰਟਸ ਖੁੱਲ੍ਹੀਆਂ ਸ਼ੁਰੂ ਹੋ ਗਈਆਂ, ਕਈ ਕੋਰਟ ਸਿਰਫ ਜਿਹੜੀਆਂ ਡਿਟੇਨਡ ਹੀਅਰਿੰਗ ਜਿਹੜੇ ਕਿ ਬੰਦੇ ਜੇਲ੍ਹਾਂ 'ਚ ਉਹਨਾਂ ਦੇ ਵਾਸਤੇ ਖੁੱਲ੍ਹੀਆਂ ਹੋਈਆਂ, ਕਈ ਕੋਰਟਸ ਜਿਹੜੀਆਂ ਹੈਗੀਆਂ ਉਹ ਸਾਰਿਆਂ ਵਾਸਤੇ ਖੁੱਲ੍ਹੀਆਂ ਹੋਈਆਂ। ਪਰ ਕੋਰਟ ਬਾਏ ਕੋਰਟ ਬੇਸਿਸ ਹੈਗਾ ਇਹ ਵਾਲੀ। ਇੰਟਰਨੈਟ 'ਤੇ ਜਾ ਕੇ EOIR ਦੀ ਵੈਬਸਾਈਟ 'ਤੇ ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਨਹੀਂ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈ ਜੀ, ਮੈਂ ਆਇਆ 2014 ਦੇ ਵਿੱਚ ਇੱਥੇ ਜੀ, ਬਾਰਡਰ ਕ੍ਰੋਸ ਕਰਕੇ। 2016 ਦੇ ਵਿੱਚ ਮੇਰਾ ਵਿਆਹ ਹੋ ਗਿਆ ਜੀ। ਹੁਣ ਮੇਰੇ 2 ਬੱਚੇ ਆ, ਮੇਰੀ ਵਾਈਫ ਆ ਉਹ ਰਹਿੰਦੇ ਆ ਹੂਸਟਨ। ਮੇਰਾ ਜਿਹੜਾ ਆਪਣਾ ਕੇਸ ਆ ਉਹ ਨਿਊਯਾਰਕ ਦੇ ਵਿੱਚ ਆ। ਅੱਛਾ ਜੀ। ਹੁਣ ਜਿੱਦਾਂ ਮੈਂ ਮੈਰਿਜ ਵਾਲਾ ਅਪਲਾਈ ਹਲੇ ਨਹੀਂ ਕੀਤਾ, ਜੇ ਉਹਨੂੰ ਕਰ ਦਾਂਗਾ ਤਾਂ ਸਾਨੂੰ ਉਹ ਐਡਰੈਸ ਚੈੱਕ ਕਰਨਾ ਪਊਗਾ? ਤੁਸੀਂ ਸਿਟੀਜ਼ਨ ਨਾਲ ਵਿਆਹ ਕਰਾਉਣਾ? ਨਹੀਂ ਜੀ, ਹਲੇ ਗ੍ਰੀਨ ਕਾਰਡ ਹੈ। ਅੱਛਾ ਜੀ। ਗ੍ਰੀਨ ਕਾਰਡ ਨਾਲ ਤਾਂ ਤੁਸੀਂ 130 ਫਾਈਲ ਕਰ ਸਕਦੇ ਹੋ। ਮੇਨ ਤੁਹਾਨੂੰ ਕੋਈ ਖਾਸ ਬੈਨੀਫਿਟ ਉਹਦਾ ਨਹੀਂ ਹੋਣਾ, ਪਰ ਹਾਂਜੀ ਤੁਸੀਂ ਤੁਹਾਡੀ ਇੰਡੀਵਿਜੂਅਲ ਹੀਅਰਿੰਗ ਕਦੋਂ? ਉਹ ਹੀਅਰਿੰਗ ਮੇਰੀ ਸੀਗੀ ਫਾਈਨਲ ਜੀ, ਪਹਿਲਾਂ 2018 ਦੇ ਵਿੱਚ ਸੀ। ਉਦੋਂ ਮੇਰਾ ਹਾਂਜੀ ਜੱਜ ਐਕਸਪਾਇਰ ਹੋ ਗਏ, ਫਿਰ ਗਾਂਹ ਚਲੀ ਗਈ। ਹੁਣ ਕੋਵਿਡ-19 ਦੇ ਕਿਹੜੇ ਸਾਲ 'ਚ ਆ ਹੁਣ? ਹੁਣ 2 ਇੱਥੇ ਸੀਗੀ ਜੁਲਾਈ ਦੇ ਵਿੱਚ ਜੀ, ਹੁਣ ਗਾਂਹ ਚਲੀ ਗਿਆ ਜੀ, ਉਹਦਾ ਡੇਟ ਮਿਲੀ ਨਹੀਂ। ਚਲੋ ਤੁਸੀਂ ਕੀ ਕਰੋਗੇ, 130 ਪਹਿਲਾਂ ਅਪਲਾਈ ਕਰੋ ਇੱਥੇ, ਠੀਕ ਹੈ? ਅਤੇ ਫਿਰ ਆਪਣੇ ਵਕੀਲ ਨਾਲ ਗੱਲ ਕਰੋ, ਦੇਖੋ ਕਿ ਜਿਹੜੀ ਪ੍ਰੋਸੀਡਿੰਗਸ ਹੈਗੀਆਂ ਉਹ ਟਰਮੀਨੇਟ ਕਰਾਉਣੀਆਂ ਕਿ ਨਹੀਂ ਕਰਾਉਣੀਆਂ। ਅਤੇ ਫਿਰ ਮੇਰਾ ਕੁਐਸਚਨ ਉਹਦੇ 130 ਅਪਲਾਈ ਕਰਨ ਦੇ ਲਈ ਆਪਾਂ ਨੂੰ ਐਡਰੈਸ ਇੱਕ ਤਾਂ ਨਹੀਂ ਕਰਨਾ ਪਊਗਾ ਦੋਨਾਂ ਨੂੰ ਜੀ? ਤੁਹਾਨੂੰ ਐਡਰੈਸ ਹਮੇਸ਼ਾ ਆਪਣਾ ਨਾ ਅਸਲੀ ਰੱਖਣਾ ਪੈਂਦਾ। ਜਿਹੜਾ ਹੁਣ ਕੋਰਟ ਦਾ ਜਿੱਥੇ ਜੁਰਿਸਡਿਕਸ਼ਨ ਬਣਦਾ ਤੁਹਾਡਾ ਉਹ ਵਾਲਾ ਐਡਰੈਸ ਹੈ। ਜੇ ਤੁਸੀਂ ਨਿਊਯਾਰਕ ਰਹਿੰਦੇ ਨਿਊਯਾਰਕ ਆ, ਜੇ ਤੁਸੀਂ LA ਮੂਵ ਹੋ ਗਏ LA ਹੋਊਗਾ। ਜੇ ਹਿਊਸਟਨ ਆ ਤਾਂ ਫਿਰ ਹਿਊਸਟਨ। ਹਾਂਜੀ। ਨਹੀਂ, ਜਿਹੜੇ ਮੇਰੀ ਵਾਈਫ ਆ ਹੂਸਟਨ ਰਹਿੰਦੇ ਆ ਜੀ, ਮੇਰਾ ਐਡਰੈਸ ਉੱਥੋਂ ਨਿਊਯਾਰਕ ਦਾ ਹੀ ਆ, ਕਿਉਂਕਿ ਮੈਂ ਟਰੱਕ ਚਲਾਉਣਾ ਉੱਥੇ ਵੀ। ਤੁਸੀਂ ਹਿਊਸਟਨ ਰਹਿੰਦੇ ਹੋ? ਨਹੀਂ, ਮੈਂ ਉੱਦਾਂ ਨਿਊਯਾਰਕ ਰਹਿਣਾ, ਹੂਸਟਨ ਵੀ ਆ ਜਾਂਦਾ ਜੀ। ਹਾਂ, ਤੁਹਾਡਾ ਨਾ ਜਿਹੜਾ ਵਿਆਹ ਦਾ ਕੇਸ ਹੈ ਉਹਨੂੰ ਸ਼ੋਅ ਕਰਨ ਲਈ ਜਿਹੜਾ ਵੇਵਰ ਹੁੰਦਾ ਹਾਰਡਸ਼ਿਪ ਵਗੈਰਾ ਦਾ, ਇਹਦੇ ਵਿੱਚ ਤੁਹਾਡਾ ਜਿਹੜਾ ਕੇਸ ਹੈ ਸਾਰਾ ਇਹੀ ਹੈ ਕਿ ਤੁਸੀਂ ਇਕੱਠੇ ਰਹਿੰਦੇ ਹੋ, ਇੱਕ ਦੂਜੇ ਤੋਂ ਅਲੱਗ ਨਹੀਂ ਹੋ ਸਕਦੇ। ਜੇ ਤੁਸੀਂ ਹੁਣ ਕੇਸ ਹੀ ਇਦਾਂ ਦਾ ਲਾਉਂਦੇ ਹੋ ਕਿ ਮੈਂ ਇੱਥੇ ਰਹਿਣਾ ਉੱਥੇ ਰਹਿਣਾ, ਉਹ ਕਹਿੰਦੇ ਕਿ ਫਿਰ ਤੁਹਾਡਾ ਵੇਵਰ ਅਪਰੂਵ ਨਹੀਂ। ਤੂੰ ਵਿਆਹ ਉਹਨਾਂ ਨੇ ਵਿਆਹ ਦੇ ਉੱਤੇ ਸਵਾਲ ਚੱਕ ਲੈਣਾ। ਜੀ ਜੀ। ਸੋ ਇਹ ਬੈਟਰ ਆ ਵੀ ਭਾਈ ਜਿਨ੍ਹਾਂ ਨੇ ਵਿਆਹ ਦੇ ਬੇਸ 'ਤੇ ਕਰਨਾ ਵਿਆਹ ਹੀ ਦਿਖਾਓ ਆਪਣੇ ਆਪ ਨੂੰ, ਇੱਦਾਂ ਨਹੀਂ ਗੱਲ ਬਣਨੀ। ਐਡਰੈਸ ਵਾਲਾ ਹੁਣ ਆਪਾਂ ਨਾ ਕਈਆਂ ਤੋਂ ਸੁਣਦੇ ਹਾਂ, ਮੈਂ ਗੱਲ ਕਲੀਅਰ ਕਰ ਦੇਣਾ ਕਿ ਕਾਫੀ ਲੋਕੀ ਨਾ ਕਿ ਮੈਂ ਉੱਥੇ ਕੇਸ ਮੂਵ ਕਰਾ ਲੈਣਾ, ਐਡਰੈਸ ਦੇਣਾ ਫਰਜੀ। ਚਲੋ ਮੰਨ ਲਓ ਤੁਸੀਂ ਪੁੱਲ ਅਪ ਕਰ ਲਿਆ, ਕੋਰਟ ਇੰਨਾ ਧਿਆਨ ਨਹੀਂ ਦਿੰਦਾ, ਪਰ ਜਿੱਦਾਂ ਹੁਣ ਵਿਆਹ ਵਾਲੇ ਕੇਸ ਹੈ, ਜੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਤੁਸੀਂ ਝੂਠ ਬੋਲਿਆ, ਉਹ ਤੁਹਾਡੀ ਕ੍ਰੈਡੀਬਿਲਿਟੀ 'ਤੇ ਜਾਂਦਾ। ਜੇ ਤੁਹਾਡੀ ਕ੍ਰੈਡੀਬਿਲਿਟੀ ਕੁਐਸਚਨ ਹੋ ਗਈ, ਤੁਹਾਡਾ ਅਸਾਈਲਮ ਵੀ ਡਿਨਾਈ ਹੋਊਗਾ, ਤੁਹਾਡਾ ਵੇਵਰ ਵੀ ਨਹੀਂ ਅਪਰੂਵ ਹੋਣਾ। ਸੋ ਤੇ ਇਹ ਥੋੜ੍ਹਾ ਜਿਹਾ ਦੇਖ ਕੇ ਐਡਰੈਸ ਨੂੰ ਥੋੜ੍ਹਾ ਧਿਆਨ ਨਾਲ ਸੀਰੀਅਸਲੀ ਲੈ ਕੇ ਕਰਨਾ ਇਹਨੂੰ, ਇੰਨਾ ਲਾਈਟਲੀ ਆਉਣ ਵਾਲਾ ਟੌਪਿਕ ਨਹੀਂ ਹੈਗਾ। ਕਿਉਂਕਿ ਉਹਨਾਂ ਨੂੰ ਤਾਂ ਮੌਕਾ ਚਾਹੀਦਾ ਬੰਦਿਆਂ ਨੂੰ ਡਿਪੋਰਟ ਕਰਨ ਦੇ ਲਈ। ਉਹਨਾਂ ਜਿਹੜਾ ਤਾਂ ਹੁਣ ਸਿੰਗਲ ਬੰਦਾ ਉਹਦਾ ਕਈ ਵਾਰੀ ਨਾ ਉਹ ਕਹਿੰਦੇ ਕਿ ਮੈਂ ਤਾਂ ਪਾਤਾ ਸੀਗਾ ਆਪਣੇ ਫਰੈਂਡ ਦਾ, ਕਈ ਵਾਰੀ ਉਹਨਾਂ ਦਾ ਚੱਲ ਜਾਂਦਾ। ਪਰ ਵੈਸੇ ਜਿਹੜੀ ਲੀਗਲ ਰਿਕੁਆਇਰਮੈਂਟ ਆ, ਜਦੋਂ ਵੀ ਜਿੰਨੀ ਵਾਰੀ ਵੀ ਤੁਸੀਂ ਕੋਰਟ ਜਾਂਦੇ ਹੋ, ਜੱਜ ਹਮੇਸ਼ਾ ਬਾਰ-ਬਾਰ ਉਹੀ ਕਹਿੰਦਾ ਹੈ। ਕਈ ਵਾਰੀ ਐਜ਼ ਅ ਲਾਇਰ ਵੀ ਮੈਂ ਕਿਹਾ ਯਾਰ ਹਰ ਵਾਰੀ ਤੁਸੀਂ ਉਹੀ ਕਿ ਐਡਰੈਸ ਦਾ ਦੱਸਦਾ, ਇਹਨੂੰ ਕਹਿ ਦੀ ਅਪਡੇਟ ਕਰਨਾ ਹੈ ਨਾ, ਪਰ ਉਹ ਕਾਫੀ ਇੰਪੋਰਟੈਂਟ ਮੰਨਦੇ ਆ ਇਸ ਚੀਜ਼ ਨੂੰ ਵੀ ਤੁਸੀਂ। ਹਾਂ, ਵੀ ਉਹ ਦੇਖ ਰਹੇ ਆ ਵੀ ਤੁਸੀਂ ਹੈਗੇ ਆ ਵਿਸ਼ਵਾਸ ਪਾਤਰ ਬੰਦੇ ਹੈਗੇ ਵੀ ਆ ਕਿ ਨਹੀਂ, ਤੁਸੀਂ ਧਿਆਨ ਰੱਖਦੇ ਹੋ ਚੀਜ਼ਾਂ ਦਾ ਕਿ ਨਹੀਂ। ਊਸ਼ਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੈਲੋ। ਹਾਂਜੀ ਊਸ਼ਾ ਜੀ। ਮੈਂ ਊਸ਼ਾ ਜੀ ਬੋਲ ਰਹੀ ਹਾਂ। ਮੇਰੇ ਨਾ ਬ੍ਰਦਰ ਗਏ ਹੋਏ ਆ ਇੰਡੀਆ ਜੀ। ਉਹਨਾਂ ਨੂੰ 5 ਸਾਲ ਤਾਂ ਹੋ ਗਏ ਸੀਗੇ ਇੱਥੇ ਆਇਆ ਨੂੰ। ਹੁਣ ਲਾਕਡਾਊਨ ਕਰਕੇ ਨਾ ਵੀ ਉਹ ਉੱਥੇ ਫਸੇ ਪਏ ਆ, ਤਾਂ ਉਹ ਕਿਸ ਤਰ੍ਹਾਂ ਕਰਨ ਵੀ ਉਹ ਉਦਾਂ ਹੁਣ ਜੇ ਟਿਕਟ ਲੈ ਕੇ ਆਉਣਾ ਜਾਣ ਤਾਂ ਆ ਸਕਦੇ ਆ? ਬਿਲਕੁਲ ਜੀ, ਹੁਣ ਤਾਂ ਪਿਛਲੇ ਮਹੀਨੇ 2 ਮਹੀਨੇ ਤੋਂ ਫਲਾਈਟਾਂ ਚੱਲ ਰਹੀਆਂ, ਉਹਨਾਂ ਨੂੰ ਆ ਜਾਣਾ ਚਾਹੀਦਾ ਸੀ ਹੁਣ ਤੱਕ। ਨਹੀਂ ਤੇ ਉਹਨਾਂ ਨੂੰ ਕੋਈ ਰਾਹ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ ਇਸ ਚੀਜ਼ ਬਾਰੇ? ਗ੍ਰੀਨ ਕਾਰਡ ਹੋਲਡਰ ਨੇ ਨਾ, ਗ੍ਰੀਨ ਕਾਰਡ ਹੋਲਡਰ ਤਾਂ ਸਾਲ ਤੋਂ ਵੱਧ ਤਾਂ ਨਹੀਂ ਹੋਇਆ ਉਹਨਾਂ ਨੂੰ? ਸਾਲ ਤੋਂ ਉੱਤੇ ਰਹਿੰਦੇ ਹੋ ਗਿਆ ਨਾ। ਨਹੀਂ, ਫਿਰ ਉਹਨਾਂ ਨੂੰ ਰੋਕਿਆ ਜਾ ਸਕਦਾ ਹੈਗਾ। ਫਿਰ ਰੋਕਿਆ ਜਾ ਸਕਦਾ ਕਹਿੰਦੇ। ਸੁਣ ਲਓ ਹੁਣ ਗੱਲ ਨੂੰ ਪੂਰੀ। ਫਿਰ ਜਿਹੜਾ ਨੂੰ ਰੋਕਿਆ ਨਾ, ਹੁਣ ਕਈ ਵਾਰੀ ਤਾਂ 에ਅਰਲਾਈਨ ਵਾਲੇ ਵੀ ਆਪਾਂ ਦੇਖ ਰਹੇ ਹਾਂ ਕਿ ਰੋਕ ਦਿੰਦੇ ਨੇ। ਜੇ ਤਾਂ ਆ ਗਏ ਦਾ ਲੱਗ ਗਿਆ, ਪਰ ਉਹਨਾਂ ਨੂੰ ਜੇ ਇੱਥੇ ਪਹੁੰਚ ਜਾਂਦੇ ਨੇ ਕਿਸੇ ਤਰ੍ਹਾਂ, CBP ਨੇ ਕਲੈਰੀਫਾਈ ਕੀਤਾ ਕਿ ਹਾਂ ਉਹ ਕੋਵਿਡ ਦੇ ਕਰਕੇ ਐਕਸੈਪਸ਼ਨਸ ਕ੍ਰੀਏਟ ਕਰ ਦੂਗੇ, ਮੰਨ ਲਓਗੇ ਕਿ ਤੁਹਾਡੇ ਮਜਬੂਰੀ ਕਰਕੇ ਸੀਗਾ, ਪਰ 에ਅਰਲਾਈਨ ਵਾਲੇ ਹੀ ਚੜ੍ਹਨ ਨਹੀਂ ਦੇ ਰਹੇ ਹੈਗੇ। ਅਤੇ ਫਿਰ ਉਹਨਾਂ ਨੂੰ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਹੁੰਦਾ, ਜਦੋਂ ਅੰਬੈਸੀ ਖੁੱਲੂਗੀ ਉਦੋਂ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਲੈ ਕੇ ਆਓਗੇ, SB1 ਵੀਜ਼ਾ। ਹਾਂ, ਇਹ ਸਾਲ ਤੋਂ ਇਹਨਾਂ ਨੂੰ ਕੁਝ ਕੁ ਮਹੀਨੇ ਉੱਤੇ ਹੋਏ ਆ ਕਿ ਕਿਤੇ ਜ਼ਿਆਦਾ ਉੱਤੇ ਹੋਇਆ ਟਾਈਮ? ਨਹੀਂ, 2 ਮਹੀਨੇ ਹਜੇ ਹੋਣੇ ਆ, 12-13 ਨੂੰ। ਠੀਕ ਆ, ਫਿਰ ਉਹ ਟਰਾਈ ਕਰਕੇ ਜਿਹੜਾ ਜੀ ਉਹ ਦੇਖ ਲੈਣ ਟਿਕਟ ਲੈਣ ਤੋਂ ਪਹਿਲਾਂ 에ਅਰਲਾਈਨ ਨੂੰ ਪੁੱਛ ਲਿਓ। ਕਈ ਵਾਰੀ ਨਾ ਟਿਕਟ ਖਰਚਾ ਕੇ ਇੱਦਾਂ ਦੇ ਵੀ ਕਲਾਇੰਟ ਆ ਕਿ ਬਾਅਦ 'ਚ ਮਨਾ ਕਰਤਾ। ਇੱਕ ਵਾਰੀ ਕਨਫਰਮ ਕਰ ਲਿਓ ਵੀ ਭਾਈ 1 ਸਾਲ ਤੋਂ ਉੱਤੇ ਹੋ ਗਿਆ ਉਹਨਾਂ ਨੂੰ ਗ੍ਰੀਨ ਕਾਰਡ ਨੂੰ। ਅਤੇ ਜੇ ਉਹਨਾਂ ਨੇ ਪਹਿਲਾਂ ਇਨਕਾਰ ਕਰ ਦਿੱਤਾ, ਕਿਸੇ ਹੋਰ 에ਅਰਲਾਈਨ ਵਾਲੇ ਨੂੰ ਪੁੱਛ ਲਿਓ। ਜੇ ਸਾਰਿਆਂ ਨੇ ਇਨਕਾਰ ਕਰਤਾ, ਫਿਰ ਇਹਦਾ ਮਤਲਬ ਇਹ ਆ ਵੀ ਤੁਹਾਨੂੰ ਜਿਹੜਾ ਰਿਟਰਨਿੰਗ ਵੀਜ਼ਾ ਲੈ ਕੇ ਹੀ ਫਿਰ ਆਉਣਾ ਪੈਣਾ ਹੈਗਾ ਆ। ਅਗਲੇ ਕਾਲਰ ਨੇ ਜੱਸੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਉਦੋਂ ਹੀ ਕੁਐਸਚਨ ਕੀਤਾ ਸੀ, ਮੇਰਾ ਕੁਐਸਚਨ ਰਹਿ ਗਿਆ ਜੀ ਭਾਜੀ। ਜੀ। ਮੈਂ ਜਿੱਦਾਂ ਕੁੜੀ ਨਾਲ ਵਿਆਹ ਕੀਤਾ ਗ੍ਰੀਨ ਕਾਰਡ ਦੀ ਨਾ ਜੀ। ਤੇ ਮੈਂ ਵੀਜ਼ੇ ਤੇ ਆਇਆ ਇੱਥੇ ਜੀ। ਤੇ ਮੈਨੂੰ I-130 ਮਿਲ ਗਿਆ ਸੀ ਜੀ। ਤੇ ਹੁਣ ਮੈਨੂੰ ਵਰਕ ਪਰਮਿਟ ਮਿਲ ਸਕਦਾ ਕਿ ਨਹੀਂ, ਤੇ ਜਾਂ ਮੈਂ ਹੋਰ ਕਿਹੜਾ ਕੇਸ ਲਾਵਾਂ ਜਿਹੜਾ ਮੈਨੂੰ ਵਰਕ ਪਰਮਿਟ ਮਿਲ ਜਾਵੇ? ਤੁਸੀਂ ਅਸਾਈਲਮ ਵਗੈਰਾ ਤਾਂ ਨਹੀਂ ਕੋਈ ਫਾਈਲ ਕੀਤਾ? ਨਹੀਂ ਜੀ। ਅੱਛਾ ਜੀ। ਦੂਜਾ ਕੁਐਸਚਨ ਮੇਰਾ ਇੱਕ ਹੋਰ ਆ, ਜਿੱਦਾਂ ਮੈਨੂੰ ਪੰਪ ਤੇ ਮੈਂ ਕੰਮ ਕਰਦਾ ਸੀ ਤੇ ਮੈਨੂੰ ਮੇਰੇ ਤੇ ਗਨ ਲਿਆ ਕੇ ਰੱਖੀ ਸੀ ਤੇ ਮੈਨੂੰ ਲੁੱਟ ਕੇ ਲੈ ਗਿਆ ਸੀ। ਹਾਂਜੀ। ਤੇ ਉਹ ਵੀ ਚੋਰੀ ਹੋ ਗਿਆ ਮੈਨੂੰ, ਤੇ ਹੁਣ ਪਤਾ ਲੱਗਾ ਵੀ ਤੂੰ ਉਹ ਵੀ ਕੇਸ ਲਾ ਸਕਦਾ ਸੀ। ਉਹਨੂੰ ਹੋ ਗਿਆ ਕੋਈ ਮੇਰਾ ਖਿਆਲ 2011 ਦੀ ਗੱਲ ਆ। ਠੀਕ ਹੈ, ਚਲੋ ਮੈਂ ਦੱਸਦਾ ਕੀ ਚੀਜ਼ ਹੈ। ਸੁਣ ਲਿਓ ਜੀ, ਹੁਣ ਸੁਣ ਲਿਓ। ਪਹਿਲਾਂ ਤਾਂ ਇਹ ਹੈ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਹੈਗਾ ਹੈ ਉਹ ਸਿਰਫ ਉਸ ਬੰਦੇ ਨੂੰ ਪੱਕਾ ਕਰਾ ਸਕਦਾ ਜਿਹੜਾ ਵੈਲਿਡ ਸਟੇਟਸ ਦੇ ਵਿੱਚ ਹੈਗਾ। ਜਿੱਦਾਂ ਮੰਨ ਲਓ ਤੁਸੀਂ ਵੀਜ਼ੇ 'ਤੇ ਆਏ 6 ਮਹੀਨੇ ਦੀ ਤੁਹਾਡੀ ਡਿਊਰੇਸ਼ਨ ਖਤਮ ਹੋ ਗਈ, ਉਸ ਤੋਂ ਬਾਅਦ ਜੇ ਗ੍ਰੀਨ ਕਾਰਡ ਹੋਲਡਰ ਤੁਹਾਡੇ ਲਈ ਫਾਈਲ ਕਰਦਾ, ਤੁਸੀਂ ਐਡਜਸਟਮੈਂਟ ਫਾਈਲ ਜੇ ਕਰੋਗੇ ਉਹ ਅਪਰੂਵ ਨਹੀਂ ਹੋ ਸਕਦੀ। ਜਿਹੜਾ ਸਿਟੀਜ਼ਨ ਹੈਗਾ ਉਹ ਜਿਹੜਾ ਪੱਕੇ ਤੌਰ 'ਤੇ ਬੰਦਾ ਆਇਆ ਕੋਰਟ ਦੇ ਵਿੱਚ ਨਹੀਂ ਹੈਗਾ, ਭਾਵੇਂ ਉਹ ਵੀਜ਼ਾ ਉਹਦਾ ਐਕਸਪਾਇਰ ਹੋ ਗਿਆ, ਉਹਨੂੰ ਉਹ ਸਿੱਧੇ ਪੱਕਾ ਕਰਾ ਸਕਦਾ ਹੈ। ਹੁਣ ਜਾਂ ਤਾਂ ਕੁੜੀ ਹੋਵੇ ਤੁਹਾਡੇ ਵਾਈਫ ਜਿਹੜੇ ਸਿਟੀਜ਼ਨ ਫਾਈਲ ਕਰਨ, ਤਾਂ ਤੁਸੀਂ ਸਾਰਾ ਪੇਪਰ ਵਰਕ ਸਿੱਧੇ ਫਾਈਲ ਕਰ ਸਕਦੇ ਹੋ, ਬੜਾ ਕਲੀਨ ਪ੍ਰੋਸੈਸ ਹੈਗਾ। ਦੂਸਰਾ ਤੁਹਾਡੇ ਕੋਲ ਯੂ ਵੀਜ਼ੇ ਦੀ ਆਪਸ਼ਨ ਸੀਗੀ, ਯੂ ਵੀਜ਼ੇ ਦੀ ਆਪਸ਼ਨ ਕਾਫੀ ਲੰਬੀ ਹੈ 7 ਸਾਲ ਦੀ। ਇਹ ਤੁਸੀਂ ਹੁਣ ਵੈਲੂਏਟ ਕਰੋ ਐਜ਼ ਅ ਲਾਇਰ। ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਕੱਚੇ ਹੋ ਕੇ ਇੱਥੇ ਰਹੋ, ਕਿਉਂਕਿ ਮੇਰੇ ਲਈ ਉਹ ਇਲੀਗਲ ਹੈ, ਮੇਰੇ ਲਾਇਸੈਂਸ 'ਤੇ ਫਰਕ ਪਊਗਾ। ਪਰ ਇਹ ਹੈ ਕਿ ਤੁਹਾਡੀ ਜਿਹੜੇ ਤੁਹਾਡਾ ਤੁਸੀਂ ਫੈਕਟ ਪੈਟਰਨ ਦੱਸਿਆ ਹੈ, ਜਦੋਂ ਤੁਹਾਡੇ ਵਾਈਫ ਸਿਟੀਜ਼ਨ ਹੋਣਗੇ ਤੁਹਾਡਾ ਕਲੀਨ ਕੇਸ ਹੈ ਜੀ। ਹੁਣ ਜਿਹੜਾ ਵਿੱਚ ਡਿਊਰੇਸ਼ਨ ਹੈ, ਤੁਹਾਨੂੰ ਕੋਈ ਆ ਕੇ ਫੜਦਾ ਹੈ, ਤੁਸੀਂ ਇਲੀਗਲੀ ਇੱਥੇ ਰਹਿ ਰਹੇ ਹੋ, ਵਾਇਓਲੇਸ਼ਨ ਆਫ ਲਾਅ 'ਚ ਰਹਿ ਰਹੇ ਹੋ, ਉਹ ਤੁਸੀਂ ਦੇਖੋ ਕਿ ਯੂ ਵੀਜ਼ੇ ਵਾਲਾ ਪੰਗਾ ਲੈਣਾ ਕਿ ਨਹੀਂ ਲੈਣਾ। ਪਰ ਯੂ ਵੀਜ਼ਾ ਤੁਹਾਨੂੰ 7 ਸਾਲ 8 ਸਾਲ ਤੱਕ ਮਿਲਣਾ ਨਹੀਂ ਹੈਗਾ ਜੀ। ਅਤੇ ਉੱਦਾਂ ਵੈਸੇ ਇਹ ਅਪਲਾਈ ਕਰ ਸਕਦੇ, ਜਿੱਦਾਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਵੀ ਚਾਹੇ ਚੀਜ਼ ਨੂੰ ਦੇਰ ਹੋਈ ਹੋਵੇ ਤੇ ਸਟਿਲ ਉਹ ਅਪਲਾਈ ਕਰ ਸਕਦੇ ਜਦੋਂ ਸਿਟੀਜ਼ਨ ਬਣੂਗੀ ਤਦ ਜੀ। ਐਡਜਸਟਮੈਂਟ ਆਫ ਸਟੇਟਸ। ਹਾਂਜੀ, ਨਹੀਂ ਜਿਹੜਾ ਯੂ ਵੀਜ਼ਾ ਹੈ ਕਰ ਸਕਦੇ ਨੇ ਜੇ ਪੁਲਿਸ ਲੈਟਰ ਦੇ ਦੇਵੇ। ਹਾਂਜੀ, ਜੇ ਪੁਲਿਸ ਉਹ ਲੈਟਰ ਉਹਨਾਂ ਨੂੰ ਜਿਹੜੀ ਉਹ ਦੇ ਦੇਣ ਜੀ। ਅਗਲੇ ਜਿਹੜੇ ਕਾਲਰ ਨੇ ਗੁਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਵੈਸੇ ਮੇਰਾ ਕੋਈ ਕੁਐਸਚਨ ਨਹੀਂ ਹੈਗਾ, ਮੈਂ ਤਾਂ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ। ਇਮੀਗ੍ਰੇਸ਼ਨ ਨਾਲ ਸੰਬੰਧਿਤ ਮੈਂ ਕਦੀ ਐਜ਼ ਏ ਇੰਟਰਪ੍ਰੇਟਰ ਜਾਂਦੀ ਹੈਗੀ ਆ ਇਮੀਗ੍ਰੇਸ਼ਨ ਵਾਲਿਆਂ ਦੇ USCIS ਦੇ ਐਜ਼ ਏ ਪੰਜਾਬੀ ਇੰਗਲਿਸ਼ ਇੰਟਰਪ੍ਰੇਟਰ। ਉੱਥੇ ਮੈਂ ਆਪਣੇ ਜਿਹੜੇ ਪੰਜਾਬੀ ਨੈਚੁਰਲੀ ਮੈਂ ਪੰਜਾਬੀਆਂ ਦੇ ਨਾਲ ਜਾਂਦੀ ਆ, ਫਿਰ ਮੈਂ ਉੱਥੇ ਦੇਖਦੀ ਹੈਗੀ ਆ ਕਿ ਜਿੱਦਾਂ ਪਹਿਲਾਂ ਮੈਂ ਇਹ ਗੱਲ ਕਰੂੰਗੀ ਕਿ ਜਿਹੜੇ ਤਾਂ ਪੜ੍ਹ ਸਕਦੇ ਆ, ਕੋਈ 50-55 ਦੀ ਏਜ ਵਾਲੇ ਹੈਗੇ ਆ ਜਾਂ 40 ਤੋਂ ਲੈ ਕੇ 60 ਸਾਲ ਦੀ ਏਜ ਵਾਲੀ ਕੈਟਾਗਰੀ, ਜੇ ਉਹ ਪੜ੍ਹ ਲੈਣ ਲਿਖ ਲੈਣ ਕੁਛ ਸਿੱਖ ਲੈਣ ਤਾਂ ਹੋ ਸਕਦਾ ਉਹਨਾਂ ਦੀ ਇੰਟਰਵਿਊ ਸੌਖੀ ਹੋ ਜਾਊਗੀ, ਉਹ ਵੀ ਪਾਸ ਹੋ ਜਾਣਗੇ, ਉਹਨਾਂ ਨੂੰ ਚੰਗਾ ਲੱਗੂਗਾ। ਪਰ ਮੈਂ ਕਈ ਦੇਖ ਰਹੀ ਹਾਂ, ਮੇਰਾ ਤੇ ਇਹ ਤਜਰਬਾ ਹੈ ਕਿ ਉਹ ਝੂਠੇ ਮੈਡੀਕਲ ਬਣਾ ਕੇ ਜਾ ਰਹੇ ਆ, ਪਰ ਐਂਡ ਆਫ ਦਾ ਡੇ ਉਹ ਵੀ ਫੇਲ ਹੋ ਰਹੇ ਆ। ਤੇ ਨੈਚੁਰਲੀ ਜਦੋਂ ਮੈਂ ਗਈ ਆ ਤੇ ਸਾਡੀ ਵੀ ਉੱਥੇ ਡਿਸਰਿਸਪੈਕਟ ਹੋਈ ਆ, ਸਾਡੀ ਹਰਾਸਮੈਂਟ ਹੁੰਦੀ ਆ, ਕਿਉਂਕਿ ਅਸੀਂ ਕਿੱਦਾਂ ਦੇ ਲੋਕਾਂ ਨੂੰ ਲੀਡ ਕਰਦੇ ਆ। ਤੇ ਇਹ ਪ੍ਰੋਬਲਮ ਹੋ ਸਕਦਾ ਬਾਕੀ ਕਮਿਊਨਿਟੀ 'ਚ ਵੀ ਹੈਗੀ ਆ, ਪਰ ਸਾਡੇ ਵਾਲਿਆਂ 'ਚ ਜਰਾ ਕੁ ਜ਼ਿਆਦਾ ਹੋ ਰਹੀ ਆ ਕਿ ਅਸੀਂ ਵਧੀਆ ਬਣ ਠਣ ਕੇ ਉੱਥੇ ਜਾਂਦੇ ਆ, ਪਰ ਅਸੀਂ ਝੂਠਾ ਮੈਡੀਕਲ ਸਰਟੀਫਿਕੇਟ ਬਣਾ ਰਹੇ ਆ। ਪਲੱਸ ਸਾਡੀਆਂ ਬੀਬੀਆਂ ਜੀ ਬਹੁਤ ਜਾ ਕੇ ਉੱਥੇ ਡਰਾਮੇ ਕਰਦੀਆਂ। ਟੂ ਬੀ ਵੈਰੀ ਵੈਰੀ ਓਨੈਸਟ ਹੈ ਨਾ, ਮੈਂ ਦੱਸਣਾ ਚਾਹੁੰਦੀ ਹਾਂ ਵੀ ਜੇ ਸਾਡੀ ਇਹ ਮੈਂਟੈਲਿਟੀ ਵੀ ਹੈਗੀ ਆ ਪੰਜਾਬੀਆਂ ਦੀ, ਤੇ ਪਲੱਸ ਤੀਜਾ ਐਸਪੈਕਟ ਇਹ ਮੈਂ ਦੇਖਿਆ ਹੈਗਾ ਕਿ ਜਿਹੜੇ ਹੈਗੇ ਲੈ ਕੇ ਜਾਂਦੇ ਆ ਵੀ ਮੈਡੀਕਲ ਵੀ ਬਣਾਇਆ ਝੂਠਾ, ਤੇ ਪਲੱਸ ਉਹਨਾਂ ਦੀ ਇਹ ਮੈਂਟੈਲਿਟੀ ਹੈਗੀ ਕਿ ਅਸੀਂ ਸਾਨੂੰ ਬੁਢਾਪਾ ਪੈਨਸ਼ਨ ਲੱਗਣੀ ਆ, ਵੀ ਜੇ ਉਹ ਕੰਮ ਨਹੀਂ ਕੀਤਾ, ਉਹਨੇ ਟੈਕਸ ਨਹੀਂ ਫਾਈਲ ਕੀਤਾ, ਤੇ ਉਹਨਾਂ ਨੂੰ ਇਹ ਜਿੱਦਾਂ ਨੈਚੁਰਲੀ ਤੁਸੀਂ ਇੰਟਰਵਿਊ ਦੇ ਵਿੱਚ ਫੇਲ ਹੋਵੋਗੇ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਦੱਸਣਾ ਚਾਹੁੰਦੀ ਹਾਂ ਕਿ ਮੈਂ ਪਹਿਲਾਂ ਮੋਟੀਵੇਟ ਕਰਦੀ ਹਾਂ, ਕਿਉਂਕਿ ਮੈਂ ਪਿਛਲੇ ਦਿਨੀ ਇੱਕ ਕੁੜੀ ਨਾਲ ਜਾ ਕੇ ਆਈ ਹਾਂ, 31 ਸਾਲਾਂ ਦੀ ਸੀਗੀ, ਤੇ ਉਹਨੇ ਉੱਥੇ ਜਾ ਕੇ ਉਹ ਡਰਾਮਾ ਕੀਤਾ ਇਮੀਗ੍ਰੇਸ਼ਨ ਆਫਿਸਰ ਦੇ ਸਾਹਮਣੇ ਬੈਠ ਕੇ। ਮੈਨੂੰ ਨਹੀਂ ਪਤਾ ਉਹਦੀ ਕਿੰਨੀ ਕੁ ਬੇਇੱਜ਼ਤੀ ਹੈ, ਪਰ ਜਿੰਨੀ ਮੇਰੀ ਹੋਈ ਹੈ ਸ਼ਾਇਦ ਮੈਂ ਰੇਡੀਓ ਤੇ ਨਹੀਂ ਦੱਸ ਸਕਦੀ, ਕਿਉਂਕਿ ਮੈਂ ਹਨਾ। ਸੋ ਮੈਂ ਇਹਦਾ ਐਡਰੈਸ ਕਰਦੀ ਹਾਂ ਪਬਲਿਕ ਨੂੰ ਕਿ ਆਪਣੇ ਲੱਛਣਾਂ ਨੂੰ ਜਾਂ ਅਸੀਂ ਆਪਣੇ ਆਪ ਨੂੰ ਚੇਂਜ ਕਰੀਏ। ਅਮਰੀਕਾ 'ਚ ਵੀ ਆ ਕੇ ਜੇ ਅਸੀਂ ਸੇਮ ਆਪਣੀ ਇੰਡੀਆ ਵਾਲੀ ਮੈਂਟੈਲਿਟੀ ਯੂਜ਼ ਕਰਦੇ ਹਾਂ ਤਾਂ ਨੁਕਸਾਨ ਐਂਡ ਆਫ ਦਾ ਡੇ ਸਾਡਾ ਹੁੰਦਾ, ਕਿਉਂਕਿ ਆਫਿਸਰ ਇੰਨਾ ਬੇਵਕੂਫ ਨਹੀਂ ਹੈਗਾ। ਥੈਂਕ ਯੂ ਜੀ। ਇਹ ਕਿਵੇਂ ਦੱਸਦਾ ਕਿ ਜਿਹੜਾ ਨਾ ਮੈਡੀਕਲ ਹੁੰਦਾ, ਸੁਣਿਆ ਕਾਫੀ ਵਾਰੀ ਮੈਂ ਕਿ ਲੋਕਾਂ ਨੂੰ ਜਿੱਦਾਂ ਐਂਟੀ ਵੈਕਸਰ ਜਿਹੜੇ ਹੈਗੇ ਨੇ ਕਿ ਪਤਾ ਨਹੀਂ ਕਿਹੜਾ ਇੰਜੈਕਸ਼ਨ ਲਗਾ ਦੇਣਾ। ਤੁਸੀਂ ਜਿਹੜਾ ਇੱਥੇ ਡਾਕਟਰ ਦੇ USCIS ਨੂੰ ਲੱਭੋ, $450 ਦੀ ਸਿਰਫ ਗੱਲ ਹੈਗੀ ਹੈ। 350 ਤੋਂ 450 ਦੇ ਵਿੱਚ ਸਾਰੇ ਤੁਹਾਡੇ ਟੈਸਟ ਕਰਦੇ ਨੇ ਉਹਨਾਂ ਨੇ, ਸਾਰੇ ਉਹਨਾਂ ਨੇ ਇੰਜੈਕਸ਼ਨਸ ਐਡਮਿਨਿਸਟਰ ਕਰਦੇ ਨੇ। 4 ਦਿਨਾਂ ਤੋਂ ਲੈ ਕੇ 7 ਦਿਨਾਂ ਦੇ ਵਿੱਚ ਤੁਹਾਡਾ ਪੂਰਾ ਮੈਡੀਕਲ ਕੰਪਲੀਟ ਹੋ ਜਾਊਗਾ। ਤੁਹਾਨੂੰ ਕੋਈ ਝੂਠ ਬੋਲਣ ਦੀ ਲੋੜ ਨਹੀਂ, ਕੋਈ ਇਹ ਸਾਰਾ ਇਹ ਮਤਲਬ ਇਹ ਕੋਈ ਇੱਦਾਂ ਦੇ ਨਹੀਂ ਕਿ ਬੜੇ ਕੋਈ ਖਰਾਬ ਵੈਕਸੀਨ ਨੇ, ਨੋਰਮਲ ਉਹ ਹੈ। ਹੁਣ ਇਹ 'ਚ ਮੈਨੂੰ ਪਤਾ ਨਹੀਂ ਕਿ ਕਿਉਂ ਲੋਕੀ
ਫਰਾਡ ਕਰ ਰਹੇ ਨੇ ਜਾਂ ਤੁਸੀਂ ਆਪਣੇ ਕਹ ਲਓ ਕਿ ਇੰਡੀਅਨ ਡਾਕਟਰ ਕੋਲ ਚੱਲ ਆਈ ਜਾਣਾ। ਥਿੰਕ ਜਗਵੀਰ ਜੀ ਇਹ ਕਹਿਣਾ ਚਾਹ ਰਹੇ ਸੀ ਵੀ ਇੱਕ ਮੈਡੀਕਲ ਇੱਕ ਇਹ ਵੀ ਗੱਲ ਜਿਹੜੀ ਸੁਣਨ ਨੂੰ ਆਉਂਦੀ ਆ ਵੀ ਇੰਗਲਿਸ਼ ਬੋਲਣ ਨੂੰ ਲੈ ਕੇ ਜਿਹੜਾ ਆ ਜਦੋਂ ਸਿਟੀਜ਼ਨਸ਼ਿਪ ਦਾ ਹਾਂ ਹੁੰਦਾ ਹੈ ਅੱਛਾ ਇਹ ਉਹ ਆਈ ਥਿੰਕ ਉਸ ਪੱਖ ਤੋਂ ਅੱਛਾ ਸ਼ਾਇਦ ਗੱਲ ਕਰਦੇ ਨਹੀਂ ਸੀਗੇ। ਉਹ ਤਾਂ ਉਹ ਨਹੀਂ ਵੇਵਰ ਨਹੀਂ ਹੋ ਸਕਦਾ, ਉਹ ਤਾਂ ਜਦੋਂ ਤੁਹਾਨੂੰ ਜੇ ਤਾਂ ਬਿਲਕੁਲ ਕੋਈ ਡਿਮੈਂਸ਼ੀਆ ਜਾਂ ਕੋਈ ਇਦਾਂ ਦੀ ਚੀਜ਼ ਆ ਫਿਰ ਉਹ ਤੁਹਾਨੂੰ ਵੇਵਰ ਦੇਓਗੇ, ਨਹੀਂ ਤਾਂ ਦੂਜਾ ਵਾਲਾ ਨਹੀਂ ਨਹੀਂ। ਦੇਖੋ ਲੀਗਲੀ ਕਰੂੰਗੇ ਕੰਮ ਤਾਂ ਸਾਰੇ ਠੀਕ ਆ, ਤੇ ਜਦੋਂ ਤੁਸੀਂ ਇਲੀਗਲ ਕੰਮ ਕਰਦੇ ਆ ਤੇ ਫਿਰ ਜਦੋਂ ਫੜ ਹੁੰਦੇ ਆ ਤਾਂ ਫਿਰ ਬਦਨਾਮੀ ਜਿਹੜੀ ਹੈ ਤੁਹਾਡੀ ਤੇ ਜਿਹੜੀ ਹੋਣੀ ਉਹ ਐਜ਼ ਅ ਕਮਿਊਨਿਟੀ ਦੇ ਉੱਤੇ ਵੀ ਫਿਰ ਜਿਹੜਾ ਹੁਣ ਕਿਤੇ ਨਾ 31 ਕਿਤੇ ਸਾਲ ਦਾ ਦੱਸਿਆ ਇਹਨਾਂ ਨੇ, 31 ਸਾਲ ਦਾ ਬੱਚਾ ਉਹਨੂੰ ਤਾਂ ਮਤਲਬ ਹਾਂਜੀ ਸਿੱਖ ਕੇ ਜਾਓ, ਕਲਾਸਿਸ ਵੀ ਦਿੰਦੇ ਨੇ ਐਕਚੁਅਲੀ ਫ੍ਰੀ ਹਾਂਜੀ ਕਲਾਸਿਸ। ਅਡਲਟ ਸਕੂਲ ਤਕਰੀਬਨ ਸਾਰੇ ਹੀ ਸਿਟੀਜ਼ ਦੇ ਵਿੱਚ ਕਾਉਂਟੀਜ਼ ਦੇ ਵਿੱਚ ਜਿਹੜੇ ਉਹ ਚੱਲਦੇ ਨੇ, ਤੇ ਥੋੜਾ ਜਿਹਾ ਸਮਾਂ ਲਾ ਲਓ। ਹਾਂ ਜਿਹੜੇ ਕੋਈ ਜ਼ਿਆਦਾ ਬਜ਼ੁਰਗ ਨੇ ਉਹਨਾਂ ਨੂੰ ਵੈਸੇ ਹੀ ਉਮਰ ਦੇ ਹਿਸਾਬ ਦੇ ਨਾਲ ਵੀ ਜਿਹੜਾ ਉਹ ਵੇਵਰ ਮਿਲ ਜਾਂਦਾ, ਜੇ ਕੋਈ ਇਹਨੂੰ 20 ਸਾਲ ਹੋ ਗਿਆ ਰਹਿੰਦਿਆਂ ਨੂੰ ਉਹ ਡਿਫਰੈਂਟ ਵੇਵਰ ਜਿਹੜੇ ਉਹ ਹੁੰਦੇ ਆ। ਟਰਾਈ ਕਰੋ ਜੇ ਸਿੱਖ ਸਕਦੇ ਆ ਤਾਂ ਜਿਹੜਾ ਉਹ ਗੁੱਡ ਹੁੰਦਾ। ਜਿਹੜਾ ਸਿਵਿਕ ਟੈਸਟ ਆ ਉਹ ਪੰਜਾਬੀ 'ਚ ਵੀ ਉਹਦੇ ਇਮੀਗ੍ਰੇਸ਼ਨ ਵਾਲਿਆਂ ਨੇ ਪੰਜਾਬੀ 'ਚ ਵੀ ਉਹਦਾ ਲਿਟਰੇਚਰ ਰੱਖਿਆ, ਤੁਸੀਂ ਪੰਜਾਬੀ 'ਚ ਵੀ ਪੜ੍ਹ ਸਕਦੇ ਹੋ। ਜੀ ਓਂਕਾਰ ਸਿੰਘ ਜੀ ਸਤਿ ਸ਼੍ਰੀ ਅਕਾਲ। ਓਂਕਾਰ ਜੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਿਛਲੇ ਸਾਲ ਮੇਰੀ ਬੇਟੀ ਨੇ ਸਾਡਾ ਗ੍ਰੀਨ ਕਾਰਡ ਅਪਲਾਈ ਕੀਤਾ ਸੀ ਜੀ ਲਾਸਟ ਮਈ 'ਚ, ਤਾਂ ਮੈਨੂੰ ਉਹਦੇ ਬਾਅਦ 'ਚ ਜਾਣੀ ਪ੍ਰੋਸੈਸ ਸਾਰਾ ਚੱਲਣ ਤੋਂ ਬਾਅਦ ਮੈਨੂੰ ਨਵੰਬਰ 15 ਨੂੰ ਮੇਰਾ ਅਪਰੂਵ ਹੋ ਗਿਆ ਸੀ ਗ੍ਰੀਨ ਕਾਰਡ, ਤੇ ਮੈਨੂੰ 3 ਦਿਨ ਬਾਅਦ ਆ ਗਿਆ ਸੀ। ਤੇ ਸੇਮ ਮੇਰੀ ਵਾਈਫ ਦਾ ਉਹੀ ਪ੍ਰੋਸੀਜਰ ਸੀ, ਉਹੀ ਸਭ ਕੁਝ ਸੀਗਾ, ਤੇ ਉਹ ਮੁੜ ਕੇ ਪ੍ਰੂਫ ਦਾ ਹੀ ਆਇਆ, ਮੁੜ ਕੇ ਗ੍ਰੀਨ ਕਾਰਡ ਹਜੇ ਤੱਕ ਨਹੀਂ ਆਇਆ। ਤੁਸੀਂ ਉਹਨਾਂ ਨੂੰ ਕਾਲ ਕਰਕੇ ਨਾ ਸਰਵਿਸ ਰਿਕੁਐਸਟ ਪਾ ਦਿਓ, ਤੁਹਾਨੂੰ ਦੱਸ ਦੇਣਗੇ ਕੀ ਪ੍ਰੋਬਲਮ। ਠੀਕ ਹੈ ਜੀ। USCIS ਨੂੰ ਕਾਲ ਕਰਨੀ ਜੀ ਉਹਨਾਂ ਨੂੰ ਕਾਲ ਕਰਕੇ ਸਰਵਿਸ ਰਿਕੁਐਸਟ ਪਾ ਲਓ ਜੀ। ਠੀਕ ਹੈ ਜੀ, ਥੈਂਕ ਯੂ। ਸੌਰੀ ਭਾਜੀ ਕਿਹਨੂੰ ਫੋਨ ਕਰਨਾ? USCIS ਜਿੱਥੇ ਤੁਹਾਡਾ ਇਹਨਾਂ ਦਾ ਕੇਸ ਚੱਲ ਰਿਹਾ, ਉਹ ਜਿਹੜੀ ਚਿੱਠੀ ਜਿਹੜੀ ਆਈ ਹੋਣੀ ਉਹ ਥੱਲੇ ਸਰਵਿਸ ਸੈਂਟਰ ਲਿਖਿਆ ਹੋਣਾ, ਉਹਨਾਂ ਨੂੰ ਕਾਲ ਕਰਨੀ ਹੈ। ਓਕੇ ਭਾਜੀ ਥੈਂਕ ਯੂ ਸੋ ਮਚ ਜੀ। ਜੀ ਤੇ ਅਗਲੇ ਕਾਲਰ ਨੇ ਗੱਜਣ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰੀ ਬੇਟੀ ਨੇ ਜੀ ਆਪਣੇ ਭਰਾ ਦੇ ਪੇਪਰ ਅਪਲਾਈ ਕੀਤੇ ਆ। ਭਰਾ ਜਿਹੜਾ ਉਹ ਮੈਰਿਡ ਆ, ਉਹਦੇ 2 ਬੱਚੇ ਆ, ਤੇ 2009 ਚ ਅਪਲਾਈ ਕੀਤਾ ਸੀਗਾ ਤੇ 2011 ਦੇ ਵਿੱਚ ਅਪਰੂਵਲ ਹੋ ਗਿਆ ਸੀਗਾ ਜੀ। ਤੇ ਉਹ ਬੱਚੇ ਦੀ ਇੱਕ ਦੀ ਉਮਰ ਹੋ ਗਈ ਆ 15 ਸਾਲ, ਤੇ ਹਾਲੇ ਕੇਸ ਦਾ ਕੋਈ ਪਤਾ ਨਹੀਂ ਵੀ ਕੀ ਉਹ ਆ ਸਕਦਾ ਫਿਰ ਉਦੋਂ ਤੋਂ ਜੀ। 15 ਵਾਲਾ ਤਾਂ 2009 ਚ ਤੁਸੀਂ ਕੀਤਾ ਤੇ 4 ਪੋਸੀਬਲ ਹੈਗਾ, ਹਾਂਜੀ ਆ ਸਕਦਾ, ਤੇ 2 ਸਾਲ ਦੀ ਤੁਹਾਨੂੰ ਛੋਟ ਵੀ ਮਿਲ ਜੂਗੀ, ਜਿਹੜਾ ਪੈਂਡਿੰਗ ਸੀਗਾ 130, ਸੋ ਚਾਂਸ ਹੈਗੇ ਆ ਸਕਦਾ ਜੀ, ਜੇ ਵਿੱਚ ਹੋਰ ਡਿਲੇ ਜੇ ਨਾ ਹੋਣ ਤਾਂ 21 ਸਾਲ ਤੱਕ ਹਾਂਜੀ ਆ ਸਕਦਾ, ਪੋਸੀਬਿਲਿਟੀ ਹੈਗੀ ਹੈ। ਰਾਈਟ ਨੂੰ ਕਿਹੜਾ ਤਰੀਕਾਂ ਜਿਹੜੀਆਂ ਚੱਲ ਰਹੀਆਂ? ਰਾਈਟ ਨਾਓ 2005 ਚੱਲ ਰਿਹਾ ਜੀ, ਉਹ ਤਾਂ 4-5 ਸਾਲ ਦਾ ਹੈਗਾ, ਹੈ ਗੁੰਜਾਇਸ਼ ਹੈਗੀ ਆ। ਤੇ ਅਗਲੇ ਜਿਹੜੇ ਕਾਲਰ ਨੇ ਹਰਪ੍ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਆਪਣੇ ਲੋ ਸਾਰੇ ਪੁੱਛਣਾ ਚਾਹੁੰਦੀ ਸੀਗੀ, ਉਹ ਗ੍ਰੀਨ ਕਾਰਡ ਹੋਲਡਰ ਨੇ ਤੇ ਉਹ ਇਸ ਟਾਈਮ ਇੰਡੀਆ ਬੈਠੇ ਨੇ, ਸਾਲ ਹੋ ਗਿਆ ਜਿਵੇਂ, ਉਹ ਸਮ ਰੀਜ਼ਨ ਆ ਨਹੀਂ ਸਕਦੇ ਹਜੇ, ਤੇ ਪਰ ਉਹਨਾਂ ਦਾ ਆਪਾਂ ਗ੍ਰੀਨ ਕਾਰਡ ਕਿਵੇਂ ਸੇਵ ਕਰ ਸਕਦੇ ਆ? ਇਨ-ਲॉज ਦੀ ਗੱਲ ਕਰ ਰਹੇ? ਹਾਂਜੀ ਜਿੱਦਾਂ ਹੁਣੇ ਦੱਸ ਕੇ ਹਟੇ ਕਿ ਜੇ ਤਾਂ ਫਲਾਈਟਾਂ ਚੱਲ ਰਹੀਆਂ, ਕਿਉਂਕਿ ਤੁਸੀਂ ਟਰਾਈ ਕਰੋ ਕਿ ਫਟਾਫਟ ਉਹ ਆ ਸਕਣ। ਜੇ ਨਹੀਂ ਆਉਣਾ ਚਾਹੁੰਦੇ, ਇਸ ਵੇਲੇ ਰਿਸਕ ਨਹੀਂ ਲੈਣਾ ਚਾਹੁੰਦੇ ਕੋਵਿਡ ਕਰਕੇ, ਤੇ ਉਹਨਾਂ ਨੂੰ ਬਾਅਦ ਚ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਫਾਈਲ ਕਰਨਾ ਪਊਗਾ, SB1 ਵੀਜ਼ਾ। ਜਦੋਂ ਵੀ ਕੌਂਸੂਲੇਟ ਖੋਲਦੇ ਆ ਹਜੇ ਸਮ ਰੀਜ਼ਨ ਹਜੇ ਆ ਨਹੀਂ ਸਕਦੇ ਹੈਗੇ, ਹਜੇ ਇੰਡੀਆ ਹੀ ਰਹਿਣਾ ਚਾਹੁੰਦੇ ਆ ਜਿਵੇਂ, ਪਰ ਅਸੀਂ ਚਾਹੁੰਦੇ ਸੀ ਉਹਨਾਂ ਦਾ ਗ੍ਰੀਨ ਕਾਰਡ ਖਰਾਬ ਨਾ ਹੋਵੇ, ਜਿਵੇਂ ਕਿਵੇਂ ਸੇਵ ਕਰ ਸਕਦੇ? ਹਾਂਜੀ, ਤੁਹਾਨੂੰ ਨਾ SB1 ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਫਾਈਲ ਕਰਨਾ ਪੈਣਾ, ਤੇ ਤੁਸੀਂ ਫਿਰ ਉਦੋਂ ਆਪਾਂ ਨਾ ਵੈਲੂਏਟ ਕਰਾਂਗੇ। ਇੱਥੇ ਵੀ ਆਪਾਂ ਜਦੋਂ ਖੁੱਲੂਗੇ ਕੌਂਸੂਲੇਟ, ਆਪਾਂ ਇਸ ਟੌਪਿਕ ਦੇ ਉੱਤੇ ਵੀ ਡਿਸਕਸ ਕਰਾਂਗੇ ਕਿ ਕਿੱਦਾਂ SB1 ਕਰਨਾ। ਹੁਣੇ ਤਾਂ ਟੂ ਅਰਲੀ ਆ, ਫਿਰ ਭੁੱਲ ਜਾਣਾ ਲੋਕਾਂ ਨੂੰ, ਉਦੋਂ ਆਪਾਂ ਦੱਸਾਂਗੇ, ਤੇ ਤੁਸੀਂ ਉਹਨੂੰ ਫੋਲੋ ਕਰਿਓ ਸਾਡੇ ਪ੍ਰੋਗਰਾਮ ਨੂੰ। ਠੀਕ ਹੈ ਜੀ, ਓਕੇ ਜੀ। ਠੀਕ ਹੈ ਜੀ। ਅਗਲੇ ਕਾਲਰ ਨੇ ਰਸ਼ਪਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜਗਵੀਰ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡੇ ਆਪਣਾ ਦਸੂਆ ਤੇ ਹੀ ਹੈ ਇੱਥੇ ਰਸ਼ਪਾਲ ਸਿੰਘ ਭਾਜੀ। ਮੇਰਾ ਕੁਐਸਚਨ ਹੈ ਜੀ, ਮੈਂ ਆਪਣਾ ਮੇਰੇ ਕੋਲ ਕੰਡੀਸ਼ਨਲ ਗ੍ਰੀਨ ਕਾਰਡ ਆ ਜੀ, ਤੇ ਇਹ ਮੈਨੂੰ ਇਸ਼ੂ ਹੋਇਆ ਸੀਗਾ ਨਵੰਬਰ 2018 ਦੇ ਵਿੱਚ, ਯਾਨੀ 6 ਨਵੰਬਰ 2018 ਜੀ। ਤੇ ਇਹਦੀ ਐਕਸਪੀਰੇਸ਼ਨ ਡੇਟ ਹੈਗੀ ਹੈ ਨਵੰਬਰ 6/20 ਜੀ। ਭਾਜੀ ਪਤਾ ਕੀ ਐਕਚੁਅਲੀ ਹੋਇਆ ਕਿ ਜਦੋਂ ਮੈਂ ਜਿਹੜੀ ਇਹਨਾਂ ਨੇ ਗ੍ਰੀਨ ਕਾਰਡ ਇਸ਼ੂ ਮੈਨੂੰ ਕੀਤਾ, ਇਹ ਉਦੋਂ ਤੋਂ ਇਸ਼ੂ ਕੀਤਾ ਜਦੋਂ ਮੈਂ ਐਪਲੀਕੇਸ਼ਨ ਫਾਈਲ ਕੀਤੀ ਸੀ, ਜਦੋਂ ਮੇਰੀ ਐਪਲੀਕੇਸ਼ਨ ਵਿਆਹ ਦੀ ਐਪਲੀਕੇਸ਼ਨ ਸਬਮਿਟ ਹੋਈ ਸੀਗੀ ਇਹਨਾਂ, ਤੇ ਉਸ ਤੋਂ ਬਾਅਦ ਕੋਈ 3-4 ਮਹੀਨੇ ਲੱਗੇ ਮੇਰੇ ਆਪਣਾ ਇੰਟਰਵਿਊ ਵਗੈਰਾ ਤੇ
ਵਿੱਚ ਜਿਹੜੀ 2 ਮਹੀਨੇ ਦਾ ਲੱਗੇ, ਪਰ ਉਹ ਜਿਹੜਾ ਗੈਪ ਸੀਗਾ ਇੰਟਰਵਿਊ ਦਾ ਤੇ ਐਪਲੀਕੇਸ਼ਨ ਅਪਲਾਈ ਦਾ ਜੀ ਉਹ ਜਿੱਦਾਂ ਵਿੱਚੋਂ ਨਿਕਲ ਗਿਆ ਗੈਪ, ਇਹਨਾਂ ਨੇ ਮੈਨੂੰ ਇਸ਼ੂ ਉਦੋਂ ਤੋਂ ਹੀ ਕਰ ਦਿੱਤਾ ਜਦੋਂ ਮੇਰੀ ਐਪਲੀਕੇਸ਼ਨ ਗਈ ਸਬਮਿਟ ਹੋਈ ਸੀਗੀ ਜੀ ਜੀ। ਤੇ ਹੁਣ ਮੇਰੀ ਕੀ ਪ੍ਰੋਬਲਮ ਹੈ, ਹੁਣ ਮੈਨੂੰ 90 ਡੇਜ਼ ਦੇ ਵਿੱਚ ਅਪਲਾਈ ਕਰਨ ਦਾ ਟਾਈਮ ਆਇਆ ਤੇ ਮੇਰਾ ਜਿਹੜਾ ਲਾਇਰ ਆ, ਮੈਂ ਐਕਚੁਅਲੀ ਅਰਕਨਸਾਸ ਚ ਰਹਿ ਰਿਹਾ ਔਰ ਮੇਰਾ ਲਾਇਰ ਸਿਆਟਲ ਦੇ ਵਿੱਚ ਮੈਂ ਉੱਥੇ ਸਾਇਲਮ ਦਾ ਲਾਇਆ ਸੀ, ਉਹੀ ਚੱਲ ਰਿਹਾ ਸੀਗਾ ਜੀ। ਮੇਰਾ ਲਾਇਰ ਕਹਿੰਦਾ ਵੀ ਤੇਰੀ ਇਮੀਗ੍ਰੇਸ਼ਨ ਨੇ ਮਿਸਟੇਕ ਕੀਤੀ ਆ ਔਰ ਤੈਨੂੰ ਪਹਿਲਾਂ ਆਪਣੇ ਜਿਹੜੇ 4 ਮਹੀਨੇ ਉਹਨਾਂ ਨੇ ਤੈਨੂੰ ਘੱਟ ਦਿੱਤੇ, ਪਹਿਲਾਂ ਉਹ ਅਪਲਾਈ ਕਰ, ਫਿਰ ਤੇਰੇ 3-4 ਮਹੀਨੇ ਬਾਅਦ ਜਦੋਂ ਤੇਰਾ ਉਹ ਹੋ ਗਿਆ ਟਾਈਮ ਪੂਰਾ, ਫਿਰ ਤੂੰ ਅਨਕੰਡੀਸ਼ਨਲ ਅਪਲਾਈ ਕਰਨਾ। ਨਹੀਂ, ਗਲਤ ਦੱਸ ਰਿਹਾ ਭਾਜੀ ਵੀ ਹੁਣ ਮੈਂ ਕੀ ਕਰਾਂ? ਗਲਤ ਦੱਸ ਰਿਹਾ ਤੁਸੀਂ। ਇਹ ਜੇ ਤੁਸੀਂ ਇਹਨੂੰ ਇੱਕ ਕਵਰਿੰਗ ਲੈਟਰ 'ਚ ਐਕਸਪਲੇਨ ਕਰੋ, ਤੁਸੀਂ ਇਹ ਦੱਸੋ ਸਾਰਾ ਕਿ ਇਹ ਇੱਦਾਂ ਸਿਚੁਏਸ਼ਨ ਹੋਈ ਸੀਗੀ, ਇਹ ਮੈਂ ਫਾਈਲ ਕਰ ਰਿਹਾ, ਪਰ ਮੈਂ ਪਰਮਾਨੈਂਟ ਗ੍ਰੀਨ ਕਾਰਡ ਵਾਸਤੇ ਹੀ ਫਾਈਲ ਕਰ ਰਿਹਾ, ਪਰ ਇਮੀਗ੍ਰੇਸ਼ਨ ਨੂੰ ਇੱਕ ਡਿਸਕਲੋਜ਼ਰ ਦੇ ਦਿਓ, ਕੋਈ ਪ੍ਰੋਬਲਮ ਨਹੀਂ ਹੋਣੀ। ਤੇ ਭਾਈ ਮੈਂ ਐਕਚੁਅਲੀ ਤੁਹਾਡੇ ਆਫਿਸ ਕਾਲ ਕੀਤੀ ਸੀ ਤੁਹਾਡੇ ਨਾਲ ਗੱਲ ਕਰਨ ਵਾਸਤੇ, ਪਰ ਮੈਂ ਉਦੋਂ ਟਰੱਕ ਤੇ ਸੀਗਾ, ਮੈਂ ਪੇ ਨਹੀਂ ਕਰ ਸਕਿਆ, ਲੇਟ ਹੋ ਗਿਆ ਤਾਂ ਉਹਨਾਂ ਨੇ ਅਪਾਇੰਟਮੈਂਟ ਕੈਂਸਲ ਕਰਤੀ। ਕੋਈ ਨਹੀਂ, ਤੁਸੀਂ ਇਮੀਡੀਏਟਲੀ ਇਹ ਤੁਹਾਡੇ ਨਾਲ ਗੱਲ ਕੰਟੈਕਟ ਆਫੀਸ਼ੀਅਲੀ ਕਰਨੀ ਚਾਹਾਂਗਾ, ਆਫਿਸ 'ਚ ਮੈਨੂੰ ਕੋਈ ਇੱਦਾਂ ਦਾ ਕੋਈ ਹੋ ਸਕਦਾ, ਮੈਂ ਜਲਦੀ ਤੁਹਾਡਾ ਵੀ। ਕੋਈ ਨਹੀਂ ਭਾਜੀ, ਤੁਸੀਂ ਨਾ ਉਹਨੂੰ, ਤੁਹਾਡਾ ਨਾਮ ਕੀ ਹੈ? ਰਸ਼ਪਾਲ। ਕੋਈ ਨਹੀਂ ਭਾਜੀ, ਤੁਸੀਂ ਕਾਲ ਕਰ ਲਿਓ ਮੇਰੇ ਅਸਿਸਟੈਂਟ ਨੂੰ, ਮੈਂ ਕਹਿ ਦੂੰਗਾ ਉਹਨੂੰ। ਠੀਕ ਹੈ ਜੀ। ਤੇ ਕਾਲ ਕਰਨ ਦੇ ਲਈ ਨੰਬਰ ਇਹਨਾਂ ਦਾ ਉਹੀ ਹੈ ਜੀ 4159090503 4159090503 ਦੇ ਉੱਤੇ। ਸੋ ਸਰੋਤਿਓ, ਅੱਜ ਦਾ ਪ੍ਰੋਗਰਾਮ ਜਿਹੜਾ ਉਹ ਆਪਾਂ ਇੱਥੇ ਹੀ ਹੁਣ ਸਮਾਪਤ ਕਰਦੇ ਹਾਂ। ਤੇ ਜਗਵੀਰ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਤੇ ਅਗਲੀ ਵਾਰੀ ਫਿਰ ਕਿਸੇ ਹੋਰ ਨਵੇਂ ਇਮੀਗ੍ਰੇਸ਼ਨ ਦੇ ਟੌਪਿਕ ਦੇ ਨਾਲ, ਮੋਸਟ ਪ੍ਰੋਬਬਲੀ ਵਾਵਾ ਦੇ ਉੱਤੇ ਜਿਹੜੀ ਹੈ ਸ਼ਾਇਦ ਆਪਾਂ ਜਿਹੜੀ ਉਹ ਗੱਲਬਾਤ ਆ ਉਹ ਕਰਾਂਗੇ। ਤੇ ਅੱਜ ਜਿਹੜਾ ਆ ਯੂ ਵੀਜ਼ਾ ਤੇ ਟੀ ਵੀਜ਼ੇ ਦੇ ਉੱਤੇ ਜਿਹੜੀ ਉਹ ਜਾਣਕਾਰੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਸਾਂਝੀ ਕੀਤੀ ਆ। ਜਿਹੜੇ ਵੀ ਇਸ ਦੇ ਕੈਟੇਗਰੀ ਦੇ ਅਧੀਨ ਆਉਂਦੇ ਆ ਉਹ ਜ਼ਰੂਰ ਇਸ ਪ੍ਰੋਗਰਾਮ ਨੂੰ ਧਿਆਨ ਦੇ ਨਾਲ ਜਿਹੜਾ ਉਹ ਸੁਣਨ। ਜੇ ਲੱਗਦਾ ਵੀ ਤੁਸੀਂ ਵੀ ਇਸ ਦੇ ਅਧੀਨ ਆ ਸਕਦੇ ਆ ਤਾਂ ਜ਼ਰੂਰ ਇਸ ਨੂੰ ਧਿਆਨ ਦੇ ਨਾਲ ਸੁਣਿਓ। 22 ਅਗਸਤ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਤੁਸੀਂ ਇਸ ਨੂੰ ਸੁਣ ਸਕਦੇ ਆ। YouTube ਚੈਨਲ ਦੇ ਉੱਤੇ ਜਾਓ, ਪੰਜਾਬੀ ਰੇਡੀਓ USA ਦੇ ਉੱਤੇ। ਬਾਕੀ ਪੁਰਾਣੇ ਵੀ ਜਿਹੜੇ ਇਮੀਗ੍ਰੇਸ਼ਨ ਦੇ ਪ੍ਰੋਗਰਾਮਸ ਆ ਉਹ ਵੀ ਤੁਸੀਂ ਮੁੜ ਕੇ ਦੁਬਾਰਾ ਜਿਹੜਾ ਉਹ ਤੁਸੀਂ ਸੁਣ ਸਕਦੇ ਆ। ਬਹੁਤ ਬਹੁਤ ਧੰਨਵਾਦ ਜਗਵੀਰ ਜੀ, ਥੈਂਕ ਯੂ ਜੀ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।